पंजाबी रंगमंच नूं प्यार करन वालियां नूं जी आयां नूं। अज असीं सुचेतक स्टूडियो दे इस प्लेटफॉर्म तो तुहाडे नाल रूबरू हो रहे हैं। पिछले 11 दिनों तो वक्रियां वक्रियां शख्सियतां नाल तुसीं जिहड़ी गलबात है रंगमंच बारे, रंगमंच दीयां तकनीकां दे बारे ओह तुसीं उन्हां नाल सांझी कीती है, उन्हां दे विचार जाने ने, अपनी जानकारी दे विच वाधा कीता है। यह पहली ऑनलाइन वर्कशॉप जिहड़ी है, इस दे विच अज असीं जिस पड़ाव ते पहुंचे हैं उस दे विच साडा विषय है टेक्नीक्स ऑफ थिएटर टीचिंग। अज दे साडे जिहड़े स्पैशलिस्ट ने ओह यूनिवर्सिटी ऑफ साउथ कैरोलिना दे विच थिएटर पढ़ा रहे ने, जो जिन्हां ने अपना रंगमंच का सफर जिहड़ा ओह गुरसर कॉलेज सुधार तो शुरू किया। ते मैनू खुशी इस गल की भी है कि असीं इक्को होस्टल दे विच रहे, इक्को टाइम ते असीं मास्टर डिग्री थिएटर एंड टैलीविजन पंजाबी यूनिवर्सिटी पटियाला तो की। कट्ठे असीं गुरशरण भाजी होना नाल गुरसर सुधार दे एरिए विच नाटक भी करते रहे, डिपार्टमेंट्स दी प्रोडक्शन भी असीं इकट्ठियां ने कीतियां। ते सब तो वध खुशी की गल कि अमेरिका दे विच वो मेरे तो 6-7 साल पहला इत्थे आके सैटल हो गए सी। ते मैं जदों अमेरिका की धरती ते उतरिया ते मैं उन्हां दे कोले लैंड कीता सी। असीं इकट्ठियां ने ब्रॉडवे दीयां प्रोडक्शनस भी देखियां। सो साडा जिंदगी का काफ़ी जिहड़ा अरसा है ओह बहुत सांझा है, असीं इकट्ठियां बतीत कीता है, उहदे विच रंगमंच दा काफ़ी योगदान है। आओ तुहाडे नाल मुलाकात करवाने अज दी शख्सियत अभी सिंह। अभी सिंह जी आया नूं। जी आया नूं पवन जी। सुचेतक रंगमंच नूं बहुत बहुत मुबारकां कि जिस माहौल चों असीं गुजर रहे हैं ਉਹਦੇ ਵਿੱਚੋਂ ਕੁਝ ਪਲ ਕੱਢ ਕੇ ਮੈਨੂੰ ਵੀ ਇੰਨੀ ਜਾਣਕਾਰੀ 'ਚ ਵਾਧਾ ਹੋਇਆ। ਅਨੇਕਾਂ ਬੰਦੇ ਜਿਹੜੇ ਵਿਛੜ ਚੁੱਕੇ ਸੀ, ਜਿਨ੍ਹਾਂ ਦੇ ਨਾਮ ਭੁੱਲ ਚੁੱਕੇ ਸੀ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਉਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ, ਉਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਦਾ ਮੌਕਾ ਮਿਲਿਆ। ਸੋ ਸੁਚੇਤਕ ਰੰਗਮੰਚ ਦਾ ਅਤੀ ਧੰਨਵਾਦ ਮੌਕਾ ਦਿੱਤਾ ਕਿ ਸਰੋਤਿਆਂ ਦੇ ਸਾਹਮਣੇ, ਰੰਗਕਰਮੀਆਂ ਦੇ ਸਾਹਮਣੇ ਮੈਨੂੰ ਪੇਸ਼ ਹੋਣ ਦਾ, ਮੈਂ ਆਪਣੇ ਜੀਵਨ ਦੇ ਕੁਝ ਤਜਰਬੇ ਉਹਨਾਂ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ। ਥੈਂਕ ਯੂ ਸੋ ਮਚ ਪਵਨ ਜੀ। अभी जी आपां मैनू पता नहीं आपां अज दी गल इह किन्ना चिर होर फॉर्मल रख सकांगे, पर जिहड़ा साडा अज दा सब्जैक्ट है टीचिंग टैक्नीक्स ऑफ थिएटर, तुसीं पंजाब दे विच अपनी मास्टर डिग्री जिहड़ी है थिएटर दी कीती है ते उस तो बाद तुहानूं काफ़ी समा हो गया अमेरिका दे विच थिएटर पढ़ाउंदियां। सो तुसीं इधरले मुल्क दी टीचिंग टैक्नीक तो भी वाकफ हो, तुसीं उधरले मुल्क दी टीचिंग टैक्नीक नूं भी देखिया है। आपां मोटा जिहा तुहानूं की इहदे विच कोई फर्क लगदा इन्हां दोनां चीज़ां दे विच? ਸਭ ਤੋਂ ਵੱਡਾ ਫਰਕ ਪਵਨ ਜੀ ਜਿਹੜਾ ਮੈਂ ਮਹਿਸੂਸ ਕਰਦਾ ਉਹ ਹੈ ਕਿ ਤੁਹਾਡੇ ਕੋਲ ਉਪਲਬਧ ਕੀ ਹੈ। ਫੋਰ ਐਗਜ਼ਾਮਪਲ ਮੈਂ ਸਟੂਡੈਂਟਸ ਨੂੰ ਇਹ ਕਿਹਾ ਕਿ ਤੁਸੀਂ ਜਿਹੜੀ ਮੇਰੀ ਪਹਿਲੀ ਐਕਸਰਸਾਈਜ਼ ਹੈ, ਮੇਰੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ 10 ਤਰੀਕ ਤੋਂ। ਜਿਹੜੀ ਫਸਟ ਐਕਸਰਸਾਈਜ਼ ਮੈਂ ਹੁਣ ਆਪਣਾ ਤਜਰਬਾ ਸਾਂਝਾ ਕਰਨ ਜਾ ਰਿਹਾ ਕਿ ਤੁਸੀਂ ਆਪਣੀ ਰਿਕਾਰਡਿੰਗ ਆ ਜਿਹੜੀ ਜਸਟ ਆਪਣੀ ਇੰਟਰੋਡਕਸ਼ਨ ਦੇਣੀ, ਉਹਨਾਂ ਨੂੰ 5 ਕੁਐਸਚਨ ਦੇ ਦਿੱਤੇ ਮੈਂ ਕਿ ਉਹਨਾਂ ਦੀ ਰਿਕਾਰਡਿੰਗ ਕਰਕੇ ਤੁਸੀਂ ਮੈਨੂੰ ਭੇਜਣੀ ਹੈ ਕੰਪਿਊਟਰ ਤੇ। ਮੈਂ ਉਹ ਇੱਕ ਜਿਹੜੀ ਇੰਟਰੋਡਕਸ਼ਨ ਉਹਨਾਂ ਦੀ ਚੈੱਕ ਕਰਨੀ ਆ ਕਿ ਉਹਨਾਂ ਨੇ ਕਿੱਦਾਂ ਬੋਲਿਆ, ਕਿਹੜੀ ਉਹਨਾਂ 'ਚ ਗਲਤੀ ਸੀ, ਪ੍ਰੋਨਾਂਸੀਏਸ਼ਨ ਦੀ ਗਲਤੀ ਸੀ, ਗ੍ਰਾਮਰ ਦੀ ਗਲਤੀ ਸੀ, ਸਪੀਕਿੰਗ ਦੀ ਗਲਤੀ ਸੀ, ਉਸ ਦੇ ਬੇਸ ਤੇ ਉਹਨਾਂ ਨੂੰ ਨੰਬਰ ਦੇਣ। ਮੇਰੇ ਕਹਿਣ ਦਾ ਮਤਲਬ ਆ ਕਿ ਜਿਹੜੇ ਰਿਸੋਰਸਿਸ ਸਾਡੇ ਕੋਲ ਉੱਥੇ ਅਵੇਲੇਬਲ ਹੈ ਨਹੀਂ, ਉਹ ਇੱਥੇ ਹਰ ਬੰਦੇ ਕੋਲੇ ਈਜ਼ੀਲੀ ਅਵੇਲੇਬਲ ਆ। ਚਾਹੇ ਉਹ ਪ੍ਰੈਕਟੀਕੈਲਿਟੀ ਦੀ ਗੱਲ ਆ, ਚਾਹੇ ਉਹ ਐਜੂਕੇਸ਼ਨ ਦੀ ਗੱਲ ਆ, ਚਾਹੇ ਉਹ ਵੈਨਿਊ ਦੀ ਗੱਲ ਆ। ਸੋ ਟਾਈਮ, ਸਪੇਸ ਐਂਡ ਐਕਸ਼ਨ ਜਿਹੜੀਆਂ 3 ਚੀਜ਼ਾਂ ਨੇ ਉਹ ਬੇਅੰਤ ਅਵੇਲੇਬਲ ਨੇ, ਬੇਅੰਤ ਅਵੇਲੇਬਲ ਨੇ।
ਮੇਰਾ ਆਪਣਾ ਸ਼ਹਿਰ ਜਿੱਥੇ ਮੈਂ ਰਹਿਣਾ, ਮੇਰੇ ਮੈਟਰੋ ਏਰੀਆ ਦੇ ਵਿੱਚ ਆਲਮੋਸਟ 13 ਥੀਏਟਰ ਗਰੁੱਪ ਨੇ ਜਿਹੜੇ ਸੀਜ਼ਨਲੀ ਐਕਟਿਵ ਨੇ। ਚਲੋ ਹੁਣ ਤਾਂ ਕਰੋਨਾ ਦਾ ਟਾਈਮ ਚੱਲ ਰਿਹਾ, ਸਮਰ ਦੀਆਂ ਆਪਣੀਆਂ ਪ੍ਰੋਡਕਸ਼ਨਸ ਹੁੰਦੀਆਂ ਨੇ, ਉਸ ਤੋਂ ਇਲਾਵਾ ਚਿਲਡਰਨਸ ਥੀਏਟਰ ਹੈਗਾ, ਉਸ ਤੋਂ ਇਲਾਵਾ ਬੈਲੇ ਦੇ 2 ਕਾਲਜ ਨੇ, ਉਸ ਤੋਂ ਇਲਾਵਾ ਬੈਲੇ ਦੇ 3-4 ਹੋਰ ਗਰੁੱਪ ਨੇ। ਸੋ ਅਵੇਲੇਬਿਲਿਟੀ ਆਫ ਰਿਸੋਰਸਿਸ, ਐਟ ਦ ਸੇਮ ਟਾਈਮ ਲੋਕਾਂ 'ਚ ਜਿਹੜੀ ਅਵੇਅਰਨੈਸ ਆ ਕਿ ਇਸ ਕਲਾ ਨੂੰ ਅਸੀਂ ਸਰਵਾਈਵ ਕਿੱਦਾਂ ਕਰਾਉਣਾ। ਫੋਰ ਐਗਜ਼ਾਮਪਲ ਬੇਟੀ ਈਸ਼ਾ ਡਾਂਸ ਦੀਆਂ ਕਲਾਸਾਂ ਲੈ ਰਹੀ ਹੈ ਯੂਨੀਵਰਸਿਟੀ ਦੇ ਵਿੱਚ। ਮੈਂ ਪੁੱਛਣ ਹੀ ਲੱਗਾ ਸੀ ਕਿ ਈਸ਼ਾ ਕਾਫੀ ਐਕਟਿਵ ਆ ਥੀਏਟਰ ਦੇ ਵਿੱਚ। ਤੋ ਈਸ਼ਾ ਨੂੰ ਪਿਛਲੇ ਸਮੈਸਟਰ 'ਚ ਉਹਨਾਂ ਨੇ ਅਸਾਈਨਮੈਂਟ ਦਿੱਤੀ, ਕੰਮ ਦਿੱਤਾ। ਉਹ ਕੰਮ ਕੀ ਸੀ ਕਿ ਤੂੰ ਡਾਊਨਟਾਊਨ ਦੇ ਵਿੱਚ ਫਲਾਨਾ ਸ਼ੋਅ ਚੱਲ ਰਿਹਾ, ਉਹਦੀ ਟਿਕਟ ਲੈ ਕੇ ਉਹ ਸ਼ੋਅ ਦੇਖਣਾ। ਮੈਂ ਵੀ ਨਾਲ ਗਿਆ ਸੀਗਾ, ਇਟ ਵਾਜ਼ ਅ ਬੈਲੇ ਪ੍ਰੋਡਕਸ਼ਨ। ਸੋ ਅਸੀਂ ਦੋਨਾਂ ਨੇ ਉਹ ਸ਼ੋਅ ਦੇਖਿਆ। ਉਸ ਤੋਂ ਬਾਅਦ ਉਹਨੇ ਉਹਦੇ ਤੇ ਕ੍ਰਿਟਿਕ ਲਿਖਣਾ, ਐਨਾਲਿਸਿਸ ਲਿਖਣਾ। ਸੋ ਦੈਟਸ ਹਾਊ ਵੀ ਪ੍ਰਮੋਟ ਈਚ ਅਦਰ। ਸੋ ਇੱਕ ਕਲਾਸ ਤੁਸੀਂ ਦੇਖ ਲਓ, ਇੱਕ ਸੈਕਸ਼ਨ ਦੇ ਵਿੱਚ ਜੇ 30 ਬੱਚੇ ਆ ਤਾਂ 30 ਬੱਚਿਆਂ ਨੇ ਉਹ ਟਿਕਟ ਲੈ ਕੇ ਉਹ ਦੇਖੀ, ਹਾਲਾਂਕਿ ਬਾਕੀ ਵੀ ਦੁਨੀਆ ਬਹੁਤ ਸੀ ਉੱਥੇ। ਉਸ ਤੋਂ ਇਲਾਵਾ ਹੋਰ 3-4 ਜਿਹੜੇ ਡਾਂਸ ਦੇ ਟੀਚਰ ਨੇ ਉਹਨਾਂ ਨੇ। ਸੋ ਇਟਸ ਲਾਈਕ ਅ ਕੰਬੀਨੇਸ਼ਨ। ਐਟ ਦ ਸੇਮ ਟਾਈਮ ਜਿਹੜੇ ਪ੍ਰਾਈਵੇਟ ਗਰੁੱਪ ਨੇ ਉਹਨਾਂ ਦੇ ਫੈਮਿਲੀ ਮੈਂਬਰਸ, ਉਹਨਾਂ ਦੀ ਕਮਿਊਨਿਟੀ, ਜਦੋਂ ਰਿਹਰਸਲ ਚੱਲਦੀ ਆ, ਕਿਸੇ ਬੰਦੇ ਦਾ ਪੀਜ਼ੇ ਦਾ ਸਟੋਰ ਆ, ਦੇ ਬ੍ਰੌਟ ਪੀਜ਼ਾ, ਕਿਸੇ ਬੰਦੇ ਦੀ ਕੁਕੀ ਸ਼ਾਪ ਆ, ਦੇ ਬ੍ਰੌਟ। ਸੋ ਇਟਸ ਲਾਈਕ ਗਿਵ ਐਂਡ ਟੇਕ। ਸੋ ਪੀਪਲ ਆਰ ਅਵੇਅਰ, ਰਿਸੋਰਸਸ ਆਰ ਅਵੇਲੇਬਲ। ਅਭੀ ਜੀ ਮਤਲਬ ਕਲਚਰ ਦੇ ਵਿੱਚ ਦੇਖੋ ਕਿੰਨਾ ਡਿਫਰੈਂਸ ਹੈ ਇੱਥੇ। ਮਤਲਬ ਇੱਥੇ ਆਪਾਂ ਜੇ ਈਸ਼ਾ ਦਾ ਸ਼ੋਅ ਆ, ਤੁਸੀਂ ਵੀ ਟਿਕਟ ਲੈ ਕੇ ਗਏ ਤੇ ਵਰਸਸ ਪੰਜਾਬ ਦੇ ਵਿੱਚ ਕੀ ਹੁੰਦਾ ਵੀ ਓਕੇ, ਜਿਹੜੀ ਲੇਡੀ ਉਸ ਸਕੂਲ ਨੂੰ ਚਲਾ ਰਹੀ ਆ, ਉਹਦੇ ਮਦਰ ਫਾਦਰ ਵੀ ਟਿਕਟ ਲੈ ਕੇ ਉਹਦੇ ਵਿੱਚ ਉਸ ਸ਼ੋਅ ਦੇ ਵਿੱਚ ਸ਼ਾਮਲ ਹੁੰਦੇ ਆ। ਹਾਂ, ਮੈਂ ਉਹੀ ਮੈਂ ਗੱਲ ਕਰਨ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕੀ ਹੁੰਦਾ, ਓਕੇ ਅਭੀ ਦਾ ਸ਼ੋਅ ਆ, ਓਕੇ ਅਭੀ ਕੁਮਾਰ ਪਵਨਦੀਪ ਦਾ ਦੋਸਤ ਆ, ਉਹਨੂੰ ਕਾਲ ਕਰੋ ਯਾਰ ਆਪਾਂ ਚੱਲਦੇ ਇਕੱਠੇ ਸ਼ੋਅ ਦੇਖਣ। ਤੇ ਉੱਥੇ ਜਾ ਕੇ ਫਿਰ ਅਸੀਂ ਸ਼ੋਅ ਵੀ ਫ੍ਰੀ ਦੇਖਣਾ ਤੇ ਮੁੜ ਕੇ ਰਾਤ ਦੀ ਰੋਟੀ ਵੀ ਅਭੀ ਤੋਂ ਭਾਲਣੀ। ਤੁਹਾਨੂੰ ਯਾਦ ਹੈ ਪਵਨ ਜੀ, ਆਪਣੇ ਇੱਕ ਦੋਸਤ ਨੇ ਹੰਸ ਦਾ ਸ਼ੋਅ ਕਰਵਾਇਆ ਸੀ ਚੰਡੀਗੜ੍ਹ, ਰਾਈਟ? ਹਾਂਜੀ ਬਿਲਕੁਲ, ਚੰਗੀ ਤਰ੍ਹਾਂ ਯਾਦ ਹੈ। ਉਹਨੇ ਕਿਹਾ ਸੀ ਪਵਨ ਡੋਰ ਤੇ ਨਹੀਂ ਖੜੂਗਾ, ਉਹਨਾਂ ਨੇ ਮੈਨੂੰ ਖੜਾਇਆ ਸੀਗਾ ਕਿਉਂਕਿ ਮੈਨੂੰ ਉੱਥੇ ਕੋਈ ਜਾਣਦਾ ਨਹੀਂ ਸੀਗਾ। ਰਾਈਟ। ਬਟ ਇਸ ਕਿੰਨੇ ਲੋਕ ਸੀ ਜਿਹੜੇ ਚਿੱਟੇ ਕੁੜਤੇ ਪਜਾਮੇ ਪਾ ਕੇ ਵੱਡੇ ਘਰਾਂ ਦੇ ਕਾਕੇ, ਬਾਈ ਯਾਰ ਮੈਨੂੰ ਉਹ ਜਾਣਦਾ, ਬਾਈ ਯਾਰ ਪਵਨ ਨਾਲ ਗੱਲ ਕਰਾ ਦੇ, ਬਾਈ ਯਾਰ। ਮਤਲਬ ਇਹ ਵੀ ਇੱਕ ਕਲਚਰ ਡਿਵੈਲਪ ਕਰਨ ਦੀ ਲੋੜ ਆ। ਮੇਰਾ ਖਿਆਲ ਆ ਵੀ ਜਿੱਥੇ ਪੰਜਾਬੀ ਰੰਗਕਰਮੀਆਂ ਨੂੰ ਜਾਂ ਪੰਜਾਬ ਦੇ ਰੰਗਕਰਮੀਆਂ ਨੂੰ ਜਿੱਥੇ ਇਸ ਗੱਲ ਲਈ ਫਾਈਟ ਕਰਨੀ ਪੈ ਰਹੀ ਹੈ ਵੀ ਓਕੇ ਅਸੀਂ ਲੋਕਾਂ ਨੂੰ ਥੀਏਟਰ ਦੇਖਣ ਕਿਵੇਂ ਲਾਉਣਾ, ਨਾਲ ਉਹਨਾਂ ਨੂੰ ਇਹ ਵੀ ਫਾਈਟ ਕਰਨ ਦੀ ਲੋੜ ਆ ਵੀ ਇਹਨਾਂ ਨੂੰ ਸਹੀ ਤਰੀਕੇ ਨਾਲ ਥੀਏਟਰ ਕਿਵੇਂ ਦੇਖਣ ਲਾਉਣਾ। ਤੇ ਭਾਈ ਸਾਹਿਬ ਹਰ ਚੀਜ਼ ਜਿਹੜੀ ਆ ਉਹ ਫ੍ਰੀ ਨਹੀਂ ਗੀ ਟਿਕਟ ਲਾ ਕੇ। ਅੱਛਾ ਅਭੀ ਜੀ, ਆਪਣੀ ਜਿਹੜੀ ਟੈਕਨੀਕ ਆ, ਜਦੋਂ ਆਪਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ MA ਕਰ ਰਹੇ ਸੀ 99-90 ਦੇ ਵਿੱਚ, ਉਦੋਂ ਆਪਣੀ ਜਿਹੜੀ ਕਲਾਸ ਹੈ ਉਹ ਡਿਪਾਰਟਮੈਂਟ ਦੇ ਵਿੱਚ ਤਾਂ ਹੁੰਦੀ ਸੀ। ਡਿਪਾਰਟਮੈਂਟ ਤੋਂ ਬਾਅਦ ਬਹੁਤ ਸਾਰੇ ਪ੍ਰੋਫੈਸਰ ਸੀ ਜਿਨ੍ਹਾਂ ਤੋਂ ਅਸੀਂ ਮਤਲਬ ਮੇਰਾ ਖਿਆਲ ਕਲਾਸ ਤੋਂ ਜ਼ਿਆਦਾ ਸਿੱਖਿਆ, ਪਰ ਕਲਾਸ 'ਚ ਨਹੀਂ ਸਿੱਖਿਆ, ਕਾਫੀ ਹਾਊਸ 'ਚ ਸਿੱਖਿਆ। ਕਾਫੀ ਹਾਊਸ ਦੇ ਬਾਹਰ ਖੜਿਆਂ ਤੇ ਬਹਿ ਕੇ ਸਿੱਖਿਆ। ਉਹਦੇ ਵਿੱਚ ਚਾਹੇ ਪੰਡਿਤ ਜੀ ਹੋਣ, ਚਾਹੇ ਦਵੇਦੀ ਸਾਹਿਬ ਹੋਣ, ਚਾਹੇ ਲਾਲੀ ਸਾਹਿਬ ਹੋਣ, ਨਾ ਚਾਹੇ ਪ੍ਰੋਫੈਸਰ ਭੱਟੀ ਹੋਣ। ਮਤਲਬ ਇੱਥੇ ਵੀ ਉਹ ਕਲਚਰ ਹੈਗਾ ਜੈਨੂਇਨਲੀ ਕੁਛ ਹੱਦ ਤੱਕ ਹੈਗਾ। ਮੈਂ ਉਹਦਾ ਕਾਰਨ ਦੱਸਦਾ ਕਿ ਫੋਰ ਐਗਜ਼ਾਮਪਲ ਮੇਰੀਆਂ ਜਿਹੜੀਆਂ ਕਲਾਸਿਸ ਨੇ ਉਹ 99% ਪਿਛਲੇ 4 ਸਾਲਾਂ ਦੇ ਵਿੱਚ ਮੈਂ ਉਹਨਾਂ ਨੂੰ ਥੀਏਟਰ 'ਚ ਹੀ ਰਿਕੁਐਸਟ ਕੀਤੀ ਸੀ ਕਿ ਮੈਨੂੰ ਜਿਹੜੀਆਂ ਕਲਾਸਿਸ ਨੇ ਆਡੀਟੋਰੀਅਮ 'ਚ ਹੀ ਦਿਓ, ਸੋ ਥੀਏਟਰ ਵਿੱਚ ਹੀ ਦਿਓ। ਬਟ ਨਾਓ ਫੁੱਲ ਫਲੈਜਡ ਰੂਮ ਉਹਨਾਂ ਨੇ ਉਸੇ ਬੇਸ ਤੇ ਮੇਰੀ ਰਿਕੁਐਸਟ ਤੇ ਤਿਆਰ ਕਰਤਾ, ਵਿਚ ਇਜ਼ ਆਲਮੋਸਟ 150 ਬੰਦਿਆਂ ਦਾ ਕਲਾਸਰੂਮ ਜਿਹੜਾ ਉਹ ਵਿਦ ਬਲੈਕ ਬੋਰਡ, ਵਿਦ ਸਮਾਰਟ ਬੋਰਡ, ਦੇ ਜਸਟ ਗੈਟ ਰੈਡੀ ਫॉर ਮੀ। ਕਿਉਂਕਿ ਜਦੋਂ ਮੈਨੂੰ ਲੱਗਦਾ ਕਿ ਛੋਟੇ ਗਰੁੱਪ ਨੇ, ਜਦੋਂ ਐਕਟਿੰਗ ਦੀਆਂ ਐਕਸਰਸਾਈਜ਼ਸ ਨੇ ਜਾਂ ਡਾਇਲਾਗ ਰਿਪੀਟ ਕਰਨ ਦੀਆਂ, ਤਾਂ ਸਾਡੇ ਜਿਹੜਾ ਆਡੀਟੋਰੀਅਮ ਉਹਦੇ ਬਿਲਕੁਲ ਆਊਟਸਾਈਡ ਲਾਇਬ੍ਰੇਰੀ ਆ। ਲਾਇਬ੍ਰੇਰੀ ਦੇ ਬਾਹਰ ਛੋਟੀਆਂ-ਛੋਟੀਆਂ ਬੈਂਚਾਂ ਲੱਗੀਆਂ ਹੋਈਆਂ ਨੇ, ਉਹਦੇ ਨਾਲ ਛੋਟੇ-ਛੋਟੇ ਟਰੀਜ਼ ਨੇ, ਤੇ ਮੈਂ ਉਹ ਗਰੁੱਪ ਜਿਹੜੇ ਨੇ ਉਹ ਅਕਸਰ ਉੱਥੇ ਲੈ ਜਾਂਦਾ ਤੇ ਲੈ ਕੇ ਉਹਨਾਂ ਦੇ ਨਾਲ ਡਿਸਕਸ਼ਨ ਸੋ ਇਟਸ ਅ ਪਾਰਟ ਆਫ ਕਲਚਰ ਆਲਸੋ ਹੀਅਰ। that's not a big deal at the same time ਕਿ ਤੁਸੀਂ ਕਿੱਥੇ ਠੀਕ ਫੀਲ ਕਰਦੇ ਹੋ, ਕੋਈ ਬੰਦਿਸ਼ ਨਹੀਂ ਹੈ ਕਿ you have to go there, you have to, it's between you and the students how you want to manage. So ਅੱਛਾ
ਜਿਵੇਂ ਆਪਣੇ ਉੱਥੇ ਆਪਾਂ 4 ਸਬਜੈਕਟਸ ਦੇ ਵਿੱਚ ਥੀਏਟਰ ਦੀ ਸਟੱਡੀ ਨੂੰ ਡਿਵਾਈਡ ਕੀਤਾ ਹੋਇਆ ਸੀ, ਜਿਹਦੇ ਵਿੱਚ ਲਿਟਰੇਚਰ, ਸਟੇਜ ਕਰਾਫਟ, ਐਕਟਿੰਗ, ਡਾਇਰੈਕਸ਼ਨ। ਇੱਥੇ ਵੀ ਸੇਮ ਹੀ ਕ੍ਰਾਈਟੇਰੀਆ ਹੈ ਜਾਂ ਕੋਈ ਡਿਫਰੈਂਟ ਹੈ ਇੱਥੇ? ਇੱਥੇ ਆਲਮੋਸਟ ਸੇਮ ਆ ਪਵਨ ਜੀ, ਬਿਲਕੁਲ। ਇੱਥੇ ਸਪੈਸ਼ਲਾਈਜੇਸ਼ਨ ਹੋ ਗਈ ਐਕਟਿੰਗ ਦੀ, ਇੱਥੇ ਸਪੈਸ਼ਲਾਈਜੇਸ਼ਨ ਹੋ ਗਈ ਡਾਇਰੈਕਸ਼ਨ ਦੀ, ਇੱਥੇ ਸਪੈਸ਼ਲਾਈਜੇਸ਼ਨ ਹੋ ਗਈ ਡਿਜ਼ਾਈਨਿੰਗ ਦੀ, ਇੱਥੇ ਸਪੈਸ਼ਲਾਈਜੇਸ਼ਨ ਹੋ ਗਈ ਸਟੇਜ ਕਰਾਫਟਿੰਗ ਦੀ। ਇਹ 4 ਸਪੈਸ਼ਲਾਈਜੇਸ਼ਨਸ ਨੇ, ਤੇ ਤੁਸੀਂ ਜਿਹੜੀ ਵੀ ਚੁਣਨਾ ਚਾਹੁੰਦੇ ਹੋ, ਯੂ ਕੁਡ ਗੋ ਵਟਐਵਰ ਦ ਫੀਲਡ ਯੂ ਵਾਂਟ ਟੂ ਗੋ। ਅੱਛਾ, ਤੁਸੀਂ ਆਪਦਾ ਕੋਈ ਤਜਰਬਾ ਜਿਹੜਾ ਉਹ ਸਾਂਝਾ ਕਰੋ, ਜਿਹਦੇ ਚ ਆਪਾਂ ਇਹ ਦੇਖ ਸਕੀਏ ਕਿ ਓਕੇ, ਤੁਸੀਂ ਉੱਥੇ ਸਟੱਡੀ ਵੀ ਕੀਤੀ ਹੈ, ਤੁਸੀਂ ਉੱਥੇ ਵਰਕਸ਼ਾਪਸ ਵੀ ਲਾਈਆਂ, ਤੁਸੀਂ ਐਜ਼ ਅ ਵਿਜ਼ਿਟਿੰਗ ਪ੍ਰੋਫੈਸਰ ਵੀ ਆਪਣੇ ਡਿਪਾਰਟਮੈਂਟ ਦੇ ਵਿੱਚ ਗਏ ਹੋ। ਮੇਨ ਤੁਹਾਨੂੰ ਕੀ ਲੱਗਦਾ, ਕੀ ਪ੍ਰੋਜ਼ ਐਂਡ ਕੌਨਸ ਕੀ ਨੇ? ਕੌਨਸ ਤਾਂ ਬੇਸਿਕਲੀ ਮੈਨੂੰ ਅਜੇ ਤੱਕ ਕੋਈ ਨਹੀਂ ਨਜ਼ਰ ਆਇਆ ਪਵਨ ਜੀ, ਕਿਉਂਕਿ ਅਗਰ ਡਿਪਾਰਟਮੈਂਟ ਦੀ ਪ੍ਰੋਡਕਸ਼ਨ ਹੁੰਦੀ ਹੈ ਤਾਂ ਅਸੀਂ ਉਹਦੇ ਆਡੀਸ਼ਨ ਦੀ ਖਾਤਰ, ਅਗਰ ਸਾਨੂੰ ਸਿੰਪਲ ਐਗਜ਼ਾਮਪਲ, ਸਿੰਪਲ ਤਜਰਬਾ ਸ਼ੇਅਰ ਕਰ ਰਹੇ ਹਾਂ ਕਿ ਜੇ ਸਟੂਡੈਂਟਸ ਉਸ ਡਿਪਾਰਟਮੈਂਟ 'ਚ ਅਵੇਲੇਬਲ ਨਹੀਂ ਹੈਗੇ ਤਾਂ ਸਾਡੀ ਇੱਕ ਸ਼ਾਪ ਆ ਜਿਹੜੀ ਸਾਰਾ ਪ੍ਰਿੰਟਿੰਗ ਦਾ ਮਟੀਰੀਅਲ ਤਿਆਰ ਕਰਦੀ ਹੈ। ਮੈਂ ਉਹਨਾਂ ਨੂੰ ਈਮੇਲ ਭੇਜ ਦੇਣੀ ਆ ਕਿ ਦਿਸ ਇਜ਼ ਦ ਨੇਮ ਆਫ ਦ ਪ੍ਰੋਡਕਸ਼ਨ, these are the timings, this is the room number of the university, ਜਿੱਥੇ ਇਹ ਐਨੇ ਵੱਜ ਕੇ ਐਨੇ ਮਿੰਟ ਤੇ ਆਡੀਸ਼ਨਸ ਹੋਣਗੇ। ਸੋ ਉਹਨਾਂ ਨੇ ਉਹ ਪ੍ਰਿੰਟ ਕਰਕੇ ਪੋਸਟਰਸ ਆਪਣੇ ਆਪ ਹੀ, ਜਿਹੜਾ ਡਿਪਾਰਟਮੈਂਟ ਪੋਸਟਰ ਲਾਉਣ ਵਾਲਾ ਉਹਨੂੰ ਦੇ ਦੇਣੇ ਆ। ਸੋ ਦੇ ਪੁੱਟ ਆਲ ਦਾ, ਜਿੱਥੇ ਵੀ ਵੈਨਿਊ, ਜਿੱਥੇ ਵੀ ਲੀਗਲ ਸਪੇਸ ਹੈਗੀ ਆ ਪੋਸਟਰ ਲਾਉਣ ਦੀ, ਉਹ ਲਾ ਦੇਣੇ ਆ। ਸੋ ਉਸ ਤੋਂ ਬਾਅਦ ਤੁਸੀਂ ਬੈਠ ਜਾਂਦੇ ਹੋ ਨਾਲ, ਤੁਸੀਂ ਆਪਣੇ ਜਿਹੜਾ ਅਸਿਸਟੈਂਟ ਡਾਇਰੈਕਟਰ ਐਂਡ ਸੀਨੀਅਰ ਸਟੂਡੈਂਟ ਚੁਣਿਆ ਹੋਇਆ ਉਹ ਬੈਠ ਜਾਂਦਾ, ਪਲੱਸ ਸੀਨੀਅਰ ਪ੍ਰੋਫੈਸਰ ਕੋਈ ਨਾਲ ਬਿਠਾਉਣਾ ਚਾਹੁੰਦੇ ਹੋ, ਡਜ਼ ਨਾਟ ਮੈਟਰ ਇੰਗਲਿਸ਼ ਡਿਪਾਰਟਮੈਂਟ ਦਾ, ਡਜ਼ ਨਾਟ ਮੈਟਰ ਫਿਲਾਸਫੀ ਡਿਪਾਰਟਮੈਂਟ ਦਾ, ਯੂ ਕੈਨ ਰਿਕੁਐਸਟ ਦੈਮ, ਦੇ ਸਿਟ ਡਾਊਨ, ਤੇ ਗਿਵ ਯੂ ਰਾਏ, ਆਪਣੀ ਰਾਏ ਦੇ ਕੇ। ਸੋ ਉੱਥੋਂ ਤੁਸੀਂ ਆਪਣਾ ਜਿਹੜਾ ਸਫ਼ਰ ਆ, ਦੈਨ ਯੂ ਕਮ ਟੂ ਦਾ ਰੀਡਿੰਗਸ ਪੁਆਇੰਟ ਆਫ ਵਿਊ। ਉਹ ਰੀਡਿੰਗਸ ਤੋਂ ਬਾਅਦ ਆਪਾਂ ਨੂੰ ਪਤਾ ਹੀ ਆ ਫਿਰ ਬਾਕੀ ਜਿਹੜਾ ਪ੍ਰੋਸੈਸ ਚੱਲਦਾ ਹੈਗਾ। ਜੇ ਤੁਸੀਂ ਕੌਨ ਇੰਡੀਅਨ ਪੁਆਇੰਟ ਆਫ ਵਿਊ ਤੋਂ ਸੋਚੋ, ਸਾਡੇ ਜਿਹੜਾ ਇਵਨ ਡਿਪਾਰਟਮੈਂਟ ਲੈਵਲ ਤੇ ਵੀ ਪਵਨ ਜੀ, ਕਿ ਲੱਤ ਖਿੱਚਣਾ ਜਿਹੜਾ ਪਤਾ ਨਹੀਂ ਸਾਡੇ ਸੋਸ਼ਲ ਸਟਰਕਚਰ ਦਾ ਇਹ ਹਿੱਸਾ ਰਿਹਾ, ਪਤਾ ਨਹੀਂ ਅਸੀਂ ਰਾਜਨੀਤੀ ਚੋਂ ਲਿਆ, ਪਤਾ ਨਹੀਂ ਇਹ ਇਦਾਂ ਸਾਡੇ ਬਲੱਡ 'ਚ ਵੜ ਗਿਆ ਵਾ ਕਿ ਅਸੀਂ ਛੋਟੇ ਤੋਂ ਛੋਟਾ ਕਾਰਜ ਕਰਨ ਲੱਗਿਆ ਵੀ, ਫੋਰ ਐਗਜ਼ਾਮਪਲ ਸੁਚੇਤਕ ਰੰਗਮੰਚ ਪ੍ਰੋਗਰਾਮ ਕਰ ਰਿਹਾ, ਦੇਰ ਵਿਲ ਬੀ ਮੈਨੀ ਪੀਪਲ ਜਿਹੜੇ ਨਾਕਾ ਚੁੰਨੀ ਕਰਦੇ ਹੋਣਗੇ, ਯਾਰ ਆਹ ਕੀ ਕਰ ਰਹੇ ਆ ਯਾਰ, ਰੈਦਰ ਦੈਨ ਉਹਨੂੰ ਐਕਸਪਲੋਰ ਕਰਨ ਦੀ ਬਜਾਏ, ਰੈਦਰ ਦੈਨ ਉਹਨੂੰ ਗ੍ਰੇਡ ਕਰਨ ਦੀ ਬਜਾਏ, ਰੈਦਰ ਦੈਨ ਉਹਨੂੰ ਉਹਦੀ ਵਡਿਆਈ ਕਰਨ ਦੀ ਬਜਾਏ, ਉਹਨੂੰ ਉਤਸ਼ਾਹਿਤ ਕਰਨ ਦੀ ਬਜਾਏ, ਸਾਡੇ ਸੱਭਿਆਚਾਰ ਦੇ ਵਿੱਚ ਇੱਕ ਆਲੋਚਨਾ ਜਿਹੜੀ ਆ, ਜਿਹਨੂੰ ਕਹਿੰਦੇ ਨਾ ਪੱਖੀ ਆਲੋਚਨਾ, ਉਹ ਬਹੁਤ ਵੱਡਾ ਘਰ ਕਰ ਗਈ ਆ। ਪਵਨ ਜੀ ਤੁਸੀਂ ਹੈਰਾਨ ਹੋਵੋਗੇ ਕਿ ਮੈਨੂੰ ਕਈ ਵਾਰੀ 2 ਮਹੀਨੇ ਹੋ ਜਾਂਦੇ ਆ ਕਿ ਮੈਂ ਆਪਣੀ ਚੇਅਰ ਨੂੰ ਨਹੀਂ ਮਿਲਦਾ, ਆਪਣੀ ਚੇਅਰਪਰਸਨ ਜਿਹੜੀ ਸ਼ੀ ਇਜ਼ ਇਟਾਲੀਅਨ ਪਰਸਨ। ਤੇ ਅਸੀਂ ਜਿਹੜੇ ਪ੍ਰੋਫੈਸਰ ਆ, ਜਿਹੜੇ 4 ਪ੍ਰੋਫੈਸਰ ਆ ਇਸ ਡਿਪਾਰਟਮੈਂਟ ਦੇ ਵਿੱਚ, ਐਕਟਿੰਗ ਐਂਡ ਥੀਏਟਰ ਦੇ ਵਿੱਚ, ਚੌਥੀ 5ਵੀਂ ਲੇਡੀ ਆ ਜਿਹੜੀ ਐਡਜੰਕਟ ਬੇਸ ਤੇ ਆ, ਟੈਂਪਰੇਰੀ ਬੇਸ ਤੇ ਆ। ਸੋ ਇਕੱਠੇ ਅਸੀਂ ਕਾਫੀ ਪੀਣ ਚਲੇ ਜਾਈਦਾ, ਲੰਚ ਕਰਨ ਚਾਹੀਦਾ। there is not even 0% hate ਔਰ ਨਫ਼ਰਤ ਔਰ ਇੱਕ ਦੂਜੇ ਦੀ ਆਲੋਚਨਾ, ਮਤਲਬ ਇਹ ਕਲਚਰ ਦਾ ਹਿੱਸਾ ਹੀ ਹੈ ਨਹੀਂ। that's not at all. You do your work and you have your academic freedom whatever the way you want to do. ਸੋ ਤੁਹਾਡੇ ਬੇਸਿਕਲੀ ਤੁਹਾਡੀ ਚੇਅਰਪਰਸਨ ਤੇ 4 ਪ੍ਰੋਫੈਸਰ, ਤੁਸੀਂ 5 ਜਣੇ ਉੱਥੇ ਹੋ, ਤੇ ਤੁਹਾਡੇ ਸਟੂਡੈਂਟ ਕਿੰਨੇ ਨੇ? ਮੇਰੇ ਕੋਲ ਇਸ ਸਮੇਂ ਇਸ ਵਾਰੀ 2 ਕਲਾਸਾਂ ਦੇ ਵਿੱਚ 50 ਸਟੂਡੈਂਟ ਨੇ, ਤੇ ਬਾਕੀ ਦੀਆਂ ਜਿਹੜੀਆਂ 3 ਕਲਾਸਾਂ ਨੇ ਉਹਦੇ ਵਿੱਚ ਐਵਰੇਜ 30-32 ਸਟੂਡੈਂਟਸ ਨੇ। ਸੋ ਟੋਟਲ 5 ਕਲਾਸਾਂ ਮੈਂ ਟੀਚ ਕਰ ਰਿਹਾ। ਯੈਸ। ਅੱਛਾ, ਮਤਲਬ ਕਮਾਲ ਦੀ ਗੱਲ ਆ। ਆਪਣੇ ਜਦੋਂ ਯੂਨੀਵਰਸਿਟੀ ਦੇ ਵਿੱਚ ਆਪਾਂ ਜਦੋਂ ਐਡਮਿਸ਼ਨ ਲਈ ਸੀ 91 ਦੇ ਵਿੱਚ, ਮੇਰਾ ਖਿਆਲ ਆ ਆਪਣਾ ਜਿਹੜਾ ਬੈਚ ਆ ਉਹਨਾਂ ਸਮਿਆਂ ਦੇ ਵਿੱਚ ਕਾਫੀ ਐਕਟਿਵ ਬੈਚ ਸੀਗਾ ਜਿਹੜਾ ਥੀਏਟਰ ਦਾ ਸੀਗਾ। ਬਿਲਕੁਲ। ਤੇ ਆਪਾਂ ਮੇਰਾ ਖਿਆਲ 9 ਜਣੇ ਸੀ ਜਾਂ 9 ਜਣੇ ਸੀ ਜਾਂ 7 ਜਣੇ ਸੀ? ਹਾਂਜੀ। ਅੱਛਾ, ਉਸ ਸਮੇਂ ਆਪਣੇ ਕੋਲੇ ਦਵੇਦੀ ਸਾਹਿਬ ਸੀ, ਬਲਰਾਜ ਪੰਡਿਤ ਜੀ ਸੀ, 8 ਪ੍ਰੋਫੈਸਰ ਸੀ। ਯੈਸ। ਆਪਾਂ 9 ਸਟੂਡੈਂਟ ਸੀ ਤੇ ਆਪਣੇ ਕੋਲੇ 8 ਪ੍ਰੋਫੈਸਰ ਸੀ। ਅੱਛਾ, ਤੁਸੀਂ ਮਤਲਬ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੋ ਸਕਦਾ ਕਿ ਸਮੇਂ ਦੇ ਨਾਲ ਨਾਲ ਜਿੱਥੇ ਡਿਪਾਰਟਮੈਂਟਸ ਨੂੰ ਇੰਡੀਆ ਦੇ ਵਿੱਚ ਤਰੱਕੀ ਕਰਨੀ ਚਾਹੀਦੀ ਸੀ, ਉੱਥੇ ਇਹ ਪਿੱਛੇ ਨੂੰ ਜਾ ਰਹੇ ਆ?
ਹੁਣ ਸਟੂਡੈਂਟ ਮੇਰਾ ਖਿਆਲ 8 ਤੋਂ ਸ਼ਾਇਦ ਵੱਧ ਹੋਣਗੇ, ਪਰ ਲੈਕਚਰਾਰ ਪ੍ਰੋਫੈਸਰ ਨਹੀਂ, ਮੈਂ ਲੈਕਚਰਾਰ ਜਿਹੜੇ ਨੇ ਉਹ ਮੇਰਾ ਖਿਆਲ 1 ਜਾਂ 2 ਆ ਹਰ ਡਿਪਾਰਟਮੈਂਟ 'ਚ, ਭਾਵੇਂ ਚੰਡੀਗੜ੍ਹ ਆ, ਭਾਵੇਂ ਪੰਜਾਬ ਆ, ਭਾਵੇਂ ਅੰਮ੍ਰਿਤਸਰ ਆ, ਜਿੱਥੇ ਮਰਜ਼ੀ ਆ। ਮਤਲਬ ਇਹ ਜਿੱਥੇ ਵਧਣੀ ਚਾਹੀਦੀ ਸੀ ਥੀਏਟਰ ਦੀ ਟ੍ਰੈਂਡ ਜਿਹੜੀ ਹੈ, ਜਿਵੇਂ ਥੀਏਟਰ ਪੋਪੂਲਰ ਹੋ ਰਿਹਾ, ਜਾਂ ਜਿੰਨੇ ਟੀਨੇਜਰ ਜਾਂ ਯੰਗ ਬਲੱਡ ਜਿਹੜੇ ਨੇ ਉਹ ਥੀਏਟਰ ਦੇ ਵਿੱਚ ਆ ਰਹੇ ਆ, ਉਹਨਾਂ ਭਾਵੇਂ ਉਹ ਫਿਲਮਾਂ 'ਚ ਜਾਣ ਦੇ ਕਰਕੇ ਹੀ ਇੱਕ ਪੌੜੀ ਵਜੋਂ ਵਰਤਣ ਦੇ ਤੌਰ ਤੇ ਥੀਏਟਰ 'ਚ ਆਉਂਦੇ ਆ, ਪਰ ਉਹ ਆ ਰਹੇ ਆ। ਫਿਰ ਮਤਲਬ ਲੈਕਚਰਾਰ ਜਿਹੜੇ ਨੇ ਉਹ ਘਟਦੇ ਜਾ ਰਹੇ ਆ। ਇਹਦੇ ਪਿੱਛੇ ਕੀ ਤੁਹਾਨੂੰ ਲੱਗਦਾ, ਕੀ ਸਾਈਕੋਲੋਜੀ ਹੋਊ? ਪਵਨ ਜੀ, ਜੋ ਮੈਨੂੰ ਲੱਗਦਾ 2 ਕਾਰਨ, ਮੁੱਖ ਕਾਰਨ ਮੇਰੇ ਦਿਮਾਗ 'ਚ ਆ ਰਿਹਾ। ਪਹਿਲਾ ਕਾਰਨ ਤਾਂ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਆਲਰੇਡੀ ਕਰਪਸ਼ਨ ਨਾਲ ਭਰਪੂਰ ਨੇ, ਤੇ ਜਿਹੜਾ ਪੈਸਾ ਉਹਨਾਂ ਨੂੰ ਐਜੂਕੇਸ਼ਨ ਤੇ ਖਰਚ ਕਰਨਾ ਚਾਹੀਦਾ ਉਹ ਪੈਸਾ ਉਹ ਕਿਸੇ ਹੋਰ ਸਾਧਨਾਂ 'ਚ ਵਰਤ ਰਹੀਆਂ ਨੇ। ਜੇ ਇੱਕ ਪ੍ਰੈਜ਼ੈਂਟ ਕਰੰਟ ਬੰਦੇ ਜਿਹੜੇ ਸਰਕਾਰ ਨੇ, ਸਰਕਾਰ 'ਚ ਨੇ, ਚਾਹੇ ਉਹ ਹੈਲਥ ਡਿਪਾਰਟਮੈਂਟ 'ਚ, ਚਾਹੇ ਐਗਰੀਕਲਚਰ ਡਿਪਾਰਟਮੈਂਟ 'ਚ, ਚਾਹੇ ਅਗਰ ਉਹਨਾਂ ਦੀ ਤਨਖਾਹ 2-2 ਮਹੀਨੇ ਦੀ ਰੋਕੀ ਜਾ ਰਹੀ ਹੈ, ਤਾਂ ਇਸ ਸਿਚੁਏਸ਼ਨ ਦੇ ਵਿੱਚ ਇੱਕ ਬੰਦਾ ਰਿਟਾਇਰ ਹੋਣ ਤੋਂ ਬਾਅਦ ਨਵਾਂ ਬੰਦਾ ਭਰਤੀ ਕਰਨਾ ਪ੍ਰੋਬੇਬਲੀ ਮੇਰੇ ਖਿਆਲ ਦੇ ਵਿੱਚ ਜੋ ਚੈਲੰਜ ਹੈ, ਬਹੁਤ ਵੱਡਾ ਚੈਲੰਜ ਹੈ, ਇਕਨੋਮਿਕ ਚੈਲੰਜ ਫॉर द ਗਵਰਨਮੈਂਟ। ਸੈਕੰਡ ਥਿੰਗ, ਜਦੋਂ ਉਸ ਇੰਸਟੀਟਿਊਸ਼ਨ ਦਾ ਹੈਡ ਜਿਹੜਾ, ਜਿਹਨੂੰ ਅਸੀਂ ਵਾਈਸ ਚਾਂਸਲਰ ਕਹਿੰਦੇ ਹਾਂ, ਜਿੰਨਾ ਚਿਰ ਉਹ ਇਸ ਪ੍ਰਤੀ ਸੁਹਿਰਦ ਨਹੀਂ ਹੋਵੇਗਾ, ਸੰਜੀਦਾ ਨਹੀਂ ਹੋਊਗਾ ਕਿ ਯਾਰ ਇਹ ਇੱਕ ਐਸੀ ਕਲਾ ਜਿਹੜੀ ਅਨੇਕਾਂ ਹੋਰ ਕਲਾਵਾਂ ਨੂੰ ਜਨਮ ਦਿੰਦੀ ਆ, ਐਟ ਦਾ ਸੇਮ ਟਾਈਮ ਅਨੇਕਾਂ ਹੋਰ ਰੂਪਾਂ ਦੇ ਵਿੱਚ ਜੁੜੀ ਹੋਈ ਆ, ਇਨਸਾਨੀ ਸ਼ਖਸੀਅਤ ਦੇ ਨਾਲ, ਇਨਸਾਨੀ ਸਾਈਕੀ ਦੇ ਨਾਲ, ਇਨਸਾਨੀ ਤਬਦੀਲੀ ਦੇ ਨਾਲ, ਇਨਸਾਨੀ ਕ੍ਰਾਂਤੀ ਦੇ ਨਾਲ, ਜਿੰਨਾ ਚਿਰ ਇਹ ਚੀਜ਼ਾਂ ਉਹ ਆਪਣੇ ਲੈਵਲ ਤੇ ਸੋਚ ਕੇ ਇਹਨੂੰ ਅੱਗੇ ਨਹੀਂ ਵਧਾਉਂਦੇ, ਤਾਂ ਮੇਰਾ ਖਿਆਲ 'ਚ ਜਿਹੜੀ ਦੁਰਦਸ਼ਾ ਆਪਣੇ ਵਿਭਾਗ ਦੀ ਉਹਦੇ ਪਿੱਛੇ ਆਹ 2 ਕਾਰਨ ਮੈਨੂੰ ਨਜ਼ਰ ਆਉਂਦੇ ਆ। ਤੇ ਜੇ ਤੁਸੀਂ ਇੱਥੋਂ ਦੇ ਸਕੂਲਾਂ ਦੀ ਗੱਲ ਕਰ ਰਹੇ ਹਾਂ, ਜਿਸ ਸਬਜੈਕਟ ਤੇ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ੍ਹ, ਹਰ ਹਾਈ ਸਕੂਲ ਦੇ ਵਿੱਚ ਆਲਮੋਸਟ ਆਈ ਸ਼ੁੱਡ ਸੇ 90% ਹਾਈ ਸਕੂਲ ਦੇ ਵਿੱਚ ਥੀਏਟਰ ਕਲੱਬ ਬਣੇ ਹੋਏ ਆ ਬੱਚਿਆਂ ਦੇ। ਗੁੱਗੂ ਹੁਣ ਗਈ ਆ 9th ਗ੍ਰੇਡ ਦੇ ਵਿੱਚ, ਉਹਨੇ ਜੁਆਇਨ ਕਰ ਲਿਆ ਥੀਏਟਰ ਕਲੱਬ ਆਪਣੇ ਸਕੂਲ ਦੇ ਵਿੱਚ। ਈਸ਼ਾ ਡਾਂਸ ਦੇ ਵਿੱਚ ਸੀ, ਫੁੱਲ ਐਕਸਪਲੋਰੇਸ਼ਨ। ਤੁਸੀਂ ਸੋਚ ਸਕਦੇ ਹੋ ਕਿ ਸਾਊਥ ਦੇ ਕਿਸੇ ਹਾਈ ਸਕੂਲ ਦੇ ਵਿੱਚ ਦਲਜੀਤ ਦੋਸਾਂਝ ਦੇ ਗਾਣਿਆਂ ਤੇ ਸਟੇਜ ਤੇ ਗੋਰੀਆਂ ਮਤਲਬ ਆਪਣੀ ਪ੍ਰੋਡਕਸ਼ਨ ਕਰ ਰਹੀਆਂ ਹੋਣ। ਸੋ ਦਿਸ ਇਜ਼ ਦ ਡਿਫਰੈਂਸ, ਨਾਓ ਯੂ ਕੈਨ ਇਮੈਜਿਨ। ਔਰ ਕੰਪਲੀਟ ਲੋਕ ਜਿਹੜੇ ਐਪਰੀਸ਼ੀਏਟ ਕਰ ਰਹੇ ਆ ਕਿ ਵਾਓ, ਵਾਟ ਅ ਡਾਂਸ, ਵਾਟ ਅ ਮੂਵ, ਯਾ ਦੈਟਸ ਦ ਡਿਫਰੈਂਸ। ਅੱਛਾ, ਇਦੋਂ ਪਹਿਲਾਂ ਕਿ ਆਪਾਂ ਅਗਲੀ ਗੱਲਬਾਤ ਵੱਲ ਵਧੀਏ, ਆਪਣੇ ਨਾਲ ਕਾਫੀ ਜਿਹੜੇ ਨੇ ਰੰਗਕਰਮੀ, ਰੰਗਮੰਚ ਨੂੰ ਪਿਆਰ ਕਰਨ ਵਾਲੇ ਜਿਹੜੇ ਨੇ ਉਹ ਜੁੜੇ ਹੋਏ ਨੇ। ਬਲਕਾਰ ਸਿੱਧੂ ਹੁਣੀ ਚੰਡੀਗੜ੍ਹ ਤੋਂ ਸਾਨੂੰ ਦੇਖ ਰਹੇ ਨੇ, ਬੋਬੀ ਸਿੱਧੂ ਹੁਣੀ, ਜਗਦੀਸ਼ ਕੌਰ ਜੀ, ਚਰਨਦੀਪ ਸਿੰਘ, ਇੰਦਰਜੀਤ ਸਿੰਘ ਜੀ ਭਾਟੀਆ ਸਾਡੇ ਨਾਲ ਜੁੜੇ ਹੋਏ ਨੇ। ਬੋਬੀ ਸਿੱਧੂ ਜੀ ਤੁਹਾਨੂੰ ਫਤਿਹ ਬੁਲਾ ਰਹੇ ਨੇ, ਰਮਨ ਢਿੱਲੋਂ ਜੀ ਨੇ, ਸਤਪਾਲ ਸੇਖਾ ਜੀ ਵੇਖ ਰਹੇ ਨੇ, ਅਸ਼ਵਨੀ ਸ਼ਰਮਾ, ਸਾਹਿਬ ਸਿੰਘ ਜੀ, ਲੱਖਾ ਲਹਿਰੀ ਜੀ ਯੂਨੀਵਰਸਿਟੀ ਤੋਂ, ਸ਼ਰਨ ਗੋਸਲ, ਨਰਜੀਤ ਸਿੰਘ, ਕਾਫੀ ਜਿਹੜੇ ਰੰਗਕਰਮੀ ਨੇ, SP ਅਰੋੜਾ ਜੀ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਅੱਛਾ, ਜਦੋਂ ਤੁਸੀਂ ਕੋਈ ਪ੍ਰੋਡਕਸ਼ਨ ਡਿਜ਼ਾਈਨ ਕਰਦੇ, ਮੈਨੂੰ ਤੁਹਾਡੇ ਡਿਪਾਰਟਮੈਂਟ ਦਾ ਨਹੀਂ ਪਤਾ ਕਿ ਉੱਥੇ ਕੀ ਪ੍ਰੋਸੀਜਰ ਹੁੰਦਾ, ਤੁਸੀਂ ਜਿਹੜੀਆਂ ਪਹਿਲਾਂ ਪਿਛਲੇ 4-5 ਸਾਲਾਂ 'ਚ ਪ੍ਰੋਡਕਸ਼ਨ ਕੀਤੀਆਂ ਹੋਈਆਂ ਉਹਨਾਂ ਨੂੰ ਚੁੱਕਦੇ ਹੋ ਜਾਂ ਨਵੀਂ ਪ੍ਰੋਡਕਸ਼ਨ ਸੋਚਦੇ ਹੋ? ਇਹਦਾ ਕਾਰਨ ਮੈਂ ਤਾਂ ਪੁੱਛ ਰਿਹਾ ਕਿਉਂਕਿ ਆਮ ਤੌਰ ਤੇ ਡਿਪਾਰਟਮੈਂਟਾਂ ਦੇ ਵਿੱਚ ਕੀ ਕੀਤਾ ਜਾਂਦਾ ਸੀਗਾ, ਕਿਉਂਕਿ ਆਹ ਪ੍ਰੋਡਕਸ਼ਨ 4 ਸਾਲ ਪਹਿਲਾਂ ਹੋ ਗਈ ਸੀ, 3 ਸਾਲ ਨਹੀਂ ਹੋਈ, ਚੱਕੋ ਇਹੀ ਚੱਕ ਲਓ ਕਿਉਂਕਿ ਇਹਦੀ ਕਾਸਟਿਊਮ ਵੀ ਪਈ ਹੈ, ਠੀਕ ਹੈ, ਇਹਦੀ ਬਲੌਕਿੰਗ ਵੀ ਪਤਾ ਹੈ, ਤੇ ਇਹਦੇ 'ਚ ਆਪਾਂ ਕੀ ਮਿਊਜ਼ਿਕ ਚਲਾਉਣਾ ਉਹ ਵੀ ਪਤਾ ਹੈ। ਸੋ ਬੇਸਿਕਲੀ ਇੱਕ ਫਿਕਸ ਫਰੇਮ ਦੇ ਵਿੱਚ ਇੱਕ ਫੋਟੋ ਲਾ ਕੇ ਦੂਜੀ ਟੰਗ ਦਿੰਦੇ ਆ। ਤੁਹਾਡੇ ਇੱਥੇ ਕੀ ਪ੍ਰੋਸੀਜਰ ਹੈ ਉਹਦਾ? ਪਵਨ ਜੀ, ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਤੋਂ ਮੈਂ 2009 ਦੇ ਵਿੱਚ ਸ਼ੁਰੂ ਕੀਤਾ ਸੀਗਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ 3 ਬ੍ਰੌਡਵੇ ਦੀਆਂ ਪ੍ਰੋਡਕਸ਼ਨਾਂ ਜਿਹੜੀਆਂ ਡਿਪਾਰਟਮੈਂਟ 'ਚ ਹੋ ਚੁੱਕੀਆਂ, ਜਿਹੜੇ ਸੁਪਰ ਹਿੱਟ ਸ਼ੋਜ਼ ਜਿਹੜੇ ਹੁਣ ਬੰਦ ਹੋ ਚੁੱਕੇ ਆ, ਉੱਥੇ ਸਕ੍ਰਿਪਟ ਲੈ ਕੇ, ਜਿਨ੍ਹਾਂ 'ਚੋਂ ਰੇਜ਼ਨ ਇਨ ਦਾ ਸਨ ਜਿਹੜੀ ਸਭ ਤੋਂ ਵੱਧ ਮਤਲਬ ਮਸ਼ਹੂਰ ਪ੍ਰੋਡਕਸ਼ਨ ਸੀਗੀ, ਅਸੀਂ ਕੀਤੀ। ਬਾਕੀ ਇਹਨਾਂ 12 ਸਾਲਾਂ ਦੇ ਵਿੱਚ ਕੋਈ ਵੀ ਐਸੀ ਪ੍ਰੋਡਕਸ਼ਨ ਇਹਨਾਂ 3 ਪ੍ਰੋਡਕਸ਼ਨਾਂ ਤੋਂ ਬਿਨਾਂ ਜਿਹੜੀ ਪਹਿਲਾਂ ਕਦੇ ਹੋਈ ਹੋਵੇ।
So they were all new scripts at the same time, new playwrights at the same time, new stories. So ਇਦਾਂ ਦਾ ਕੋਈ it's a trend ਕਿ ਤੁਸੀਂ ਨਵਾਂ experiment ਕਿੱਦਾਂ ਔਰ ਕਿਸ ਰੂਪ ਦੇ ਵਿੱਚ ਕਰਦੇ ਹੋ, that's more ਪਰ important. ਇੱਕ ਚੈਲੰਜ ਨੂੰ ਹੱਥ ਪਾਉਣ ਦਾ ਹੌਸਲਾ ਰੱਖਦੇ ਆ, ਉਹਨਾਂ ਨੂੰ ਪਤਾ ਹੈ ਕਿ ਓਕੇ ਇਹਦੇ ਚੋਂ ਕੁਝ ਨਵਾਂ ਨਿਕਲੂਗਾ। ਬਿਲਕੁਲ ਇਹਦੇ ਪਿੱਛੇ ਆਮ ਤੌਰ ਤੇ ਕੀ ਹੁੰਦਾ ਕਿ ਸਾਡੇ ਇੰਡੀਆ ਦੇ ਵਿੱਚ ਡਿਪਾਰਟਮੈਂਟਸ ਵਾਲਿਆਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਐਕਸਕਿਊਜ਼ ਹੁੰਦਾ ਕਿ ਨਹੀਂ ਯਾਰ ਕੋਈ ਚੰਗੀ ਸਕ੍ਰਿਪਟ ਹੀ ਨਹੀਂ ਆ ਰਹੀ ਪੰਜਾਬੀ 'ਚ। ਮੈਂ ਇਸ ਗੱਲ ਨਾਲ ਮੈਂ ਕੋਈ ਮਤਲਬ ਉਹ ਨਹੀਂ ਰੱਖਦਾ, ਸਹਿਮਤ ਨਹੀਂ ਹੈ ਇਸ ਗੱਲ ਨਾਲ, ਪਰ ਆਮ ਤੌਰ ਤੇ ਹੁੰਦਾ ਕਿ ਨਹੀਂ ਯਾਰ ਇਹ ਪੰਜਾਬੀ ਦੀ ਕੋਈ ਚੰਗੀ ਸਕ੍ਰਿਪਟ ਨਹੀਂ ਆ ਰਹੀ, ਇਸ ਲਈ ਉਹ ਕਿ ਜਿਹੜਾ 4 ਸਾਲ ਪਹਿਲਾਂ ਅਭੀ ਉਹਨਾਂ ਨੇ ਕਰਾਇਆ ਸੀ ਉਹ ਚੱਕ ਕੇ ਕੁਮਾਰ ਪਵਨਦੀਪ ਕਰਾ ਦੂਗਾ, ਕੁਮਾਰ ਪਵਨਦੀਪ ਤੋਂ ਬਾਅਦ 4 ਸਾਲ ਬਾਅਦ ਕੋਈ ਹੋਰ ਆਊਗਾ, ਉਹਨੇ ਲੱਗਣਾ ਵੀ ਉਹ ਕਿ ਆ ਪਲੇਟ ਰੈਡੀ ਪਈ ਆ, ਇਹਨੂੰ ਚੱਕ ਕੇ ਇਹਦੇ ਤੇ ਧਨੀਆ ਪਾ ਕੇ ਇਹਨੂੰ ਅੱਗੇ ਤੋੜ ਦੇ। ਬਿਲਕੁਲ ਬਿਲਕੁਲ ਬਿਲਕੁਲ। They try to learn, not repetition. So that's the basic mudda. Learning is more important in the education. Not rather than ਕਿ ਸਮਾਂ ਪੂਰਾ ਕਰਨਾ, ਕਿਉਂਕਿ ਜਦੋਂ ਤੁਸੀਂ ਲਰਨ ਕਰਕੇ ਬਾਹਰ ਜਾਣਾ ਤੇ ਉਹ ਸਟੂਡੈਂਟ ਕੋਲੇ ਇੰਨੀ ਕੈਪੇਬਿਲਿਟੀ ਹੁੰਦੀ ਹੈ ਕਿ ਉਹ ਜਿਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਉੱਥੇ ਉਹ ਆਪਣਾ ਪੈਰ ਰੱਖ ਸਕੇ। ਇਹ ਅਲਟੀਮੇਟ ਗੋਲ ਆ ਐਜੂਕੇਸ਼ਨ ਦਾ। ਮੈਨੂੰ ਹੋਰ ਵੀ ਲੱਗਦਾ ਅਭੀ ਜੀ, ਜਿਹੜਾ ਇੱਥੇ ਨਾ ਇੱਕ ਥੀਏਟਰ ਦਾ ਇੱਕ ਕਲਚਰ ਆ, ਆਪਾਂ ਕਾਫੀ ਪ੍ਰੋਡਕਸ਼ਨਾਂ ਬ੍ਰੌਡਵੇ ਤੇ ਇਕੱਠੀਆਂ ਦੇਖੀਆਂ, ਪਰ ਜਦੋਂ ਆਪਾਂ ਜਾਂਦੇ ਆ ਪ੍ਰੋਡਕਸ਼ਨ ਦੇਖਣ ਹਨਾ, ਇਹਨਾਂ ਦਾ ਇੱਕ ਵੱਖਰਾ ਸਟਾਈਲ ਹੈ। ਆਪਣੇ ਉੱਥੋਂ ਵਾਂਗੂ ਨੀਗਾ ਕਿਉਂਕਿ ਯਾਰ 7 ਵੱਜ ਗਏ 8 ਵਜੇ ਪ੍ਰੋਡਕਸ਼ਨ ਆ ਤੇ ਆਪਾਂ ਭੱਜ ਕੇ 1.5 ਘੰਟਾ ਦੇਖੇ ਹੀ। ਇਹ ਮਤਲਬ ਤੇ ਇਹਨਾਂ ਦੇ ਇੱਥੇ ਹੁੰਦਾ ਵੀ ਇਹਨਾਂ ਨੇ 2 ਮਹੀਨੇ ਪਹਿਲਾਂ ਇੱਕ ਪਲਾਨ ਕੀਤੀ ਹੁੰਦੀ ਹੈ ਵੀ ਓਕੇ ਇਸ ਦਿਨ ਅਸੀਂ ਫੈਂਟਮ ਆਫ ਦਾ ਓਪਰਾ ਦੇਖਣ ਜਾਣਾ, ਇਸ ਦਿਨ ਅਸੀਂ ਮਾਮਾ ਮੀਆ ਦੇਖਣ ਜਾਣਾ, ਇਸ ਦਿਨ ਅਸੀਂ ਯੂ ਆਰ ਪਰਫੈਕਟ, ਆਈ ਲਵ ਯੂ ਬਟ ਇਟਸ ਟਾਈਮ ਟੂ ਚੇਂਜ ਆਹ ਦੇਖਣ ਜਾਣਾ। ਸੋ ਇਹਨਾਂ ਨੇ ਮਤਲਬ ਪਹਿਲਾਂ ਇੱਕ ਡਿਸਾਈਡ ਕੀਤਾ ਹੁੰਦਾ, ਫਿਰ ਇਹ ਮਤਲਬ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਜਾਂਦੇ। ਬਿਲਕੁਲ ਬਿਲਕੁਲ ਬਿਲਕੁਲ। ਸੇਮ ਡਿਪਾਰਟਮੈਂਟ ਤੁਸੀਂ ਹੈਰਾਨ ਹੋਵੋਗੇ ਕਿ 6 ਮਹੀਨੇ ਐਡਵਾਂਸ ਸਾਡੀ ਹਰ ਚੀਜ਼ ਚੱਲਦੀ ਹੈ। ਅਗਲੇ ਸਾਲ ਕਿਹੜੀਆਂ ਕਲਾਸਾਂ ਕਿਸ ਪ੍ਰੋਫੈਸਰ ਨੇ ਲੈਣੀਆਂ, ਉਹ ਹੁਣ ਅੱਜ ਦੀ ਡੇਟ ਦੇ ਵਿੱਚ ਉਹਦੇ ਤੇ ਕੰਮ ਹੋ ਰਿਹਾ। ਐਜ਼ ਸੂਨ ਐਜ਼ ਜਿਹੜਾ ਸੈਸ਼ਨ ਖਤਮ ਹੋਣਾ, ਇਹ ਸੈਸ਼ਨ ਬਹੁਤ ਛੋਟਾ ਸਾਡਾ, ਆਲਮੋਸਟ 9 ਨਵੰਬਰ ਨੂੰ ਸਾਡਾ ਸੈਸ਼ਨ ਖਤਮ ਹੋ ਜਾਣਾ। ਸੋ ਅਗਲੇ ਸਮੈਸਟਰ ਦੀ ਜਿਹੜੀ ਤਿਆਰੀ ਆ ਉਹ ਐਟ ਪ੍ਰੈਜ਼ੈਂਟ ਡਿਪਾਰਟਮੈਂਟ ਦੇ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਆ ਉਹ ਕਰ ਰਹੇ ਨੇ, ਕਿਸ ਰੂਮ 'ਚ ਕਿਹੜੀ ਕਲਾਸ ਲੱਗਣੀ ਆ। ਐਟ ਦ ਸੇਮ ਟਾਈਮ ਉਹਨਾਂ ਦੀ ਮੈਨੂੰ ਈਮੇਲ ਆ ਜਾਣੀ ਆ ਹੋਰ 10 ਜਾਂ 15 ਦਿਨ ਤੱਕ ਕਿ ਤੁਸੀਂ ਪ੍ਰੋਡਕਸ਼ਨ ਕਿਹੜੀ ਕਰਾਉਣ ਦੀ ਸੋਚ ਰਹੇ ਹੋ, ਕਿਹੜੀ ਸਕ੍ਰਿਪਟ ਤੁਹਾਡੇ ਦਿਮਾਗ ਦੇ ਵਿੱਚ ਆ, ਕਿੰਨਾ ਐਕਸਪੈਂਸਿਸ ਤੁਸੀਂ ਸੋਚਦੇ ਹੋ ਉਹਦੇ ਤੇ ਆ ਸਕਦਾ, ਕਾਸਟ ਦੇ ਕਿੰਨੇ ਪੀਪਲ ਹੋਣਗੇ। ਸੋ ਦਿਸ ਇਜ਼ ਦ ਥਿੰਗ ਵਿਚ ਦੇ ਗੋ ਆਲਮੋਸਟ 6 months in advance for the next semester. That's how the process is different. ਸਾਨੂੰ ਉੱਥੇ ਐਡਮਿਸ਼ਨ ਲੈਣ ਤੋਂ ਬਾਅਦ ਪਤਾ ਲੱਗਿਆ ਸੀ 10 ਦਿਨਾਂ ਬਾਅਦ ਕਿ ਯਾਰ ਕਲਾਸ ਕਿੱਥੇ ਆ, ਕਿਹਨੇ ਲੈਣੀ ਆ। We were looking for the professors, if you remember. ਉਹ ਤਾਂ ਮੇਰਾ ਖਿਆਲ ਆਪਾਂ ਨੂੰ ਸਟ੍ਰਾਈਕ ਕਰਨ ਤੋਂ ਬਾਅਦ ਹੀ ਪਤਾ ਲੱਗਾ ਸੀਗਾ। 7-8 ਦਿਨਾਂ ਬਾਅਦ ਸਾਡੀ ਸਟ੍ਰਾਈਕ ਹੋ ਗਈ ਸੀਗੀ ਕਿ ਯਾਰ ਅਸੀਂ ਪੜ੍ਹ ਰਹੇ ਹਾਂ। ਉਹਦੀ ਖੁਸ਼ਕਿਸਮਤੀ ਸਾਡੀ ਕਲਾਸ ਦੀ ਇਹ ਸੀਗੀ ਕਿ ਆਲਮੋਸਟ 9 ਬੰਦਿਆਂ ਵਿੱਚੋਂ 2 ਨੂੰ ਛੱਡ ਕੇ ਆਪਾਂ ਸਾਰੇ ਦੇ ਸਾਰੇ 7 ਦੇ 7 ਥੀਏਟਰ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਸੀ ਕਿਸੇ ਨਾ ਕਿਸੇ ਰੂਪ 'ਚ। ਮੈਂ ਸੋਚਦਾ ਹੁੰਦਾ ਕਿ ਹੁਣ ਜਿਹੜੇ ਸਟੂਡੈਂਟ ਉਹਨਾਂ ਡਿਪਾਰਟਮੈਂਟ 'ਚ ਜਾਂਦੇ ਆ ਤੇ ਉਹਨਾਂ ਕੋਲ ਇੱਕ ਟੀਚਰ ਹੈ, ਉਹੀ ਥੀਏਟਰ ਪੜ੍ਹਾਉਂਦਾ, ਉਹੀ ਐਕਟਿੰਗ ਪੜ੍ਹਾਉਂਦਾ, ਉਹੀ ਡਾਇਰੈਕਸ਼ਨ ਪੜ੍ਹਾਉਂਦਾ, ਠੀਕ ਹੈ, ਉਹੀ ਸਟੇਜ ਕਰਾਫਟ ਵੀ ਪੜ੍ਹਾਉਂਦਾ। ਮਤਲਬ ਜਾਂ ਤਾਂ ਉਹ ਟੀਚਰ ਬਹੁਤ ਪਰਫੈਕਟ ਹੈ ਤੇ ਜਾਂ ਉਹ ਸਟੂਡੈਂਟਸ ਵਿਚਾਰੇ ਜਿਹੜੇ ਆ ਉਹਨਾਂ ਦਾ ਭਵਿੱਖ ਜਿਹੜਾ ਉਹ ਧੁੰਦਲਾ। ਬਿਲਕੁਲ ਬਿਲਕੁਲ ਪਵਨ ਜੀ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਮੇਰੀ ਐਕਸਪਰਟੀਜ਼ ਠੀਕ ਹੈ, ਐਜ਼ ਏ ਡਾਇਰੈਕਟਰ ਵੀ ਆਰ ਨੋਨ ਐਜ਼ ਅ ਪਰਸਨ ਆਫ ਮੈਨੀ ਆਰਟਸ, ਦੈਟਸ ਵਾਟ ਵੀ ਕਾਲ। ਪਰ ਜੇ ਮੈਨੂੰ ਮਿਊਜ਼ਿਕ ਦੀ ਹੈਲਪ ਚਾਹੀਦਾ, ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਂ ਮਿਊਜ਼ਿਕ ਡਿਪਾਰਟਮੈਂਟ ਨੂੰ ਨਾ ਕਹਾਂ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੈਨੂੰ ਡਰਮਿੰਗ ਡਾਂਸ ਚਾਹੀਦੀ ਹੈ, ਮੈਨੂੰ ਆਹ ਚਾਹੀਦਾ। ਵੀ ਰਿਕੁਐਸਟਡ, ਅਗਰ ਡਿਪਾਰਟਮੈਂਟ 'ਚ ਅਵੇਲੇਬਲ ਨਹੀਂ ਹੈਗੀ ਦੈਨ ਦੇ ਪ੍ਰੋਵਾਈਡ ਇਟ। ਪਰ ਜੇ ਤੁਸੀਂ ਕਹੋ ਕਿ ਮੈਂ ਹੀ ਸਾਰਾ ਕੁਝ ਕਰਵਾ ਸਕਦਾ, ਇਟਸ ਨਾਟ ਪੋਸੀਬਲ ਫॉर ਸਪੈਸ਼ਲੀ ਆਰਟ ਦੇ ਫੀਲਡ ਦੇ ਵਿੱਚ। ਪੜ੍ਹਾਉਣਾ ਇਜ਼ ਅ ਡਿਫਰੈਂਟ ਥਿੰਗ, ਬਟ ਟੂ ਬੀ ਐਨ ਐਕਸਪਰਟ ਦੈਟ ਇਜ਼ ਟੋਟਲੀ ਡਿਫਰੈਂਟ।
ਸੋ ਮੇਰੇ ਖਿਆਲ ਦੇ ਵਿੱਚ ਯੂਨੀਵਰਸਿਟੀ ਨੂੰ ਬਹੁਤ ਸਿੰਸੀਅਰ ਹੋਣਾ ਚਾਹੀਦਾ। ਐਟ ਦ ਸੇਮ ਟਾਈਮ ਦੇਖੋ ਇੱਕ ਯੂਨੀਵਰਸਿਟੀ ਦੇ ਥੱਲੇ ਕਿੰਨੇ ਕਾਲਜ ਆਉਂਦੇ ਨੇ ਪਵਨ ਜੀ, ਅਗਰ ਇਹ ਡਿਪਾਰਟਮੈਂਟ ਲਾਜ਼ਮੀ ਤੌਰ ਤੇ ਯੂਨੀਵਰਸਿਟੀ ਕਰ ਦੇਵੇ ਤਾਂ ਕਿੰਨੇ ਲੋਕਾਂ ਨੂੰ ਕਲਾ ਦੇ ਨਾਲ ਜੁੜਨ ਦਾ ਮੌਕਾ ਮਿਲੂਗਾ, ਕਿੰਨੇ ਆਰਟਿਸਟਾਂ ਨੂੰ ਮੌਕਾ ਮਿਲੂਗਾ ਅੱਗੇ ਆਉਣ ਦਾ, ਔਰ ਕਿੰਨੀਆਂ ਜੌਬਾਂ ਹੋਰ ਕ੍ਰੀਏਟ ਹੋਣਗੀਆਂ। ਇਟਸ ਲਾਈਕ ਮਨੀ ਮੇਕਿੰਗ ਮਨੀ। ਐਟ ਦ ਸੇਮ ਟਾਈਮ ਤੁਸੀਂ ਇੱਕ ਕਲਾ ਨੂੰ ਇਹੋ ਜਿਹਾ ਰੂਪ ਦੇ ਰਹੇ ਹੋ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਲਈ ਕਿੰਨੇ ਹਿੱਸੇਬੰਦ ਹੋ ਸਕਦੀ ਹੈ। ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ 13 ਥੀਏਟਰ, ਲਾਈਵ ਥੀਏਟਰ ਗਰੁੱਪਸ, ਇੱਕ ਬੈਲੇ ਕਾਲਜ, 3 ਬੈਲੇ ਸਕੂਲ, ਉਸ ਤੋਂ ਇਲਾਵਾ ਚਿਲਡਰਨਸ ਥੀਏਟਰ, ਕਿੰਨੇ ਲੋਕ ਨੇ ਇਹਦੇ ਵਿੱਚ ਇਨਵੋਲਵ, ਕਿੰਨੇ ਬੱਚੇ, ਕਿੰਨੇ ਸਟੂਡੈਂਟਸ, ਕਿੰਨੀ ਉਹਦੇ ਚ ਮਨੀ ਇਨਵੋਲਵ ਆ, ਕਿੰਨੇ ਉਹਦੇ ਚ ਸ਼ੋ ਇਨਵੋਲਵ ਨੇ, ਕਿੰਨੇ ਉਹਦੇ ਚ ਪ੍ਰੋਡਕਸ਼ਨਸ ਇਨਵੋਲਵ ਨੇ। ਸੋ ਦਿਸ ਇਜ਼ ਹਾਊ ਵੀ ਕੈਨ ਮੇਕ ਅ ਰੈਵੋਲੂਸ਼ਨ ਇਨ ਪੰਜਾਬ। ਅੱਛਾ ਅਭੀ ਜੀ, ਇੱਕ ਜਦੋਂ ਤੁਸੀਂ ਡਿਪਾਰਟਮੈਂਟ ਦੇ ਵਿੱਚ ਕੋਈ ਪ੍ਰੋਡਕਸ਼ਨ ਕਰਵਾਉਣੇ, ਮੈਨੂੰ ਨਾ ਸਾਡੇ ਰੰਗਕਰਮੀ ਦੋਸਤਾਂ ਦਾ ਇੰਟਰਸਟ ਹੈ ਇਸ ਗੱਲ ਜਾਣਨ ਦੇ ਵਿੱਚ। ਤੁਹਾਡਾ ਸ਼ੁਰੂ ਤੋਂ ਸਕ੍ਰਿਪਟ ਜਦੋਂ ਤੁਸੀਂ ਚੂਜ਼ ਕਰ ਲਈ, ਉੱਥੋਂ ਲੈ ਕੇ ਪੜਾਅ ਦਰ ਪੜਾਅ ਤੁਹਾਡਾ ਕੀ ਹੈਗਾ, ਉਹਦਾ ਸਫ਼ਰ ਕਿੱਦਾਂ ਹੈ, ਸਾਨੂੰ ਥੋੜੀ ਜਿਹੀ ਉਹਦੇ ਬਾਰੇ ਜਾਣਕਾਰੀ ਦਿਓ। ਬੇਸਿਕ ਸਟਰਕਚਰ ਪਵਨ ਜੀ ਸੇਮ ਹੀ ਆ। ਐਜ਼ ਸੂਨ ਐਜ਼ ਤੁਸੀਂ ਸਕ੍ਰਿਪਟ ਸਿਲੈਕਟ ਕਰ ਲਈ, ਤੁਸੀਂ ਡਿਪਾਰਟਮੈਂਟ ਚੇਅਰ ਨੂੰ ਉਹਦਾ ਨਾਮ ਭੇਜਤਾ, ਐਟ ਦ ਸੇਮ ਟਾਈਮ ਬੇਸਿਕ ਬਜਟ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਹੈ, ਇਟ ਕੁਡ ਬੀ ਲੈਸ ਔਰ ਇਟ ਕੁਡ ਬੀ that's not a big deal ਕਿ ਮੈਨੂੰ ਮੈਂ ਇਹ ਬੇਸਿਕਲੀ ਸਾਡੀ ਡਿਊਟੀ ਲੱਗਦੀ ਹੈ ਕਿ 4 ਪ੍ਰੋਫੈਸਰ ਆ, each one do 1 production each semester, that's the basic structure। ਅਗਰ ਮੈਂ ਰਿਫਿਊਜ਼ ਵੀ ਕਰਦਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਮੇਰੀਆਂ ਲਾਇਬਿਲਿਟੀਜ਼ ਨੇ, ਮੇਰੇ ਬੱਚੇ ਨੇ, they don't mind it। so that's how they do it, one by one, ਤਾਂ ਕਿ ਸਾਰਿਆਂ ਨੂੰ ਮੌਕਾ ਮਿਲੇ, equal opportunity ਜਿਹਨੂੰ ਆਪਾਂ ਕਹਿੰਦੇ ਹਾਂ। ਸਕ੍ਰਿਪਟ ਸਿਲੈਕਟ ਹੋਣ ਤੋਂ ਬਾਅਦ if you have the enough people in your own acting classes, that's fine। if not, as I told ਕਿ ਉਹ ਜਿਹੜੇ ਪੋਸਟਰਸ ਨੇ ਡਿਪਾਰਟਮੈਂਟ ਐਂਡ ਪਲੱਸ ਹੋਰ ਜਿਹੜੇ ਮੇਨ ਇੱਕ ਮਿੰਟ ਮੈਂ ਤੁਹਾਨੂੰ ਕੱਟ ਰਿਹਾ ਇੱਥੇ। ਸੋ ਬੇਸਿਕਲੀ ਜਦੋਂ ਤੁਸੀਂ ਸਕ੍ਰਿਪਟ ਡਿਜ਼ਾਈਨ ਕਰਦੇ, ਜਦੋਂ ਤੁਸੀਂ ਕੋਈ ਸਕ੍ਰਿਪਟ ਚੁੱਕਦੇ ਹੋ, ਕੋਈ ਸਕ੍ਰਿਪਟ ਨੂੰ ਡਿਸਾਈਡ ਕਰਦੇ ਹੋ, ਕਲਾਕਾਰਾਂ ਦੀ ਗਿਣਤੀ, ਤੁਹਾਡੇ ਸਟੂਡੈਂਟ ਕਿੰਨੇ ਨੇ, ਇਹ ਗੱਲ ਤੁਸੀਂ ਧਿਆਨ 'ਚ ਨਹੀਂ ਰੱਖਦੇ? ਨਹੀਂ, ਉਸ ਸਮੇਂ ਨਹੀਂ, ਨਾ ਬਿਲਕੁਲ ਨਹੀਂ, ਇਹ ਜ਼ਰੂਰੀ ਨਹੀਂ ਹੈ। ਹਾਂ ਬਿਲਕੁਲ, ਕਿ ਸਾਰੇ, ਕਈ ਵਾਰੀ ਸਾਰੇ ਆਰਟਿਸਟ ਨਹੀਂ ਮਿਲ ਸਕਦੇ। ਫॉर एग्जांपल ਇੱਕ ਪ੍ਰੋਡਕਸ਼ਨ ਸੀ ਜਿਹੜੀ ਮੈਂ ਦੱਸ ਕੇ ਹਟਿਆ, ਬ੍ਰੌਡਵੇ ਦੀ ਪ੍ਰੋਡਕਸ਼ਨ ਰੇਜ਼ਨ ਇਨ ਦ ਸਨ, ਉਹਦੇ ਵਿੱਚ 90% ਕਾਸਟ ਸੀ ਜਿਹੜੀ ਆਈ ਨੀਡ ਇਟ ਬਲੈਕ ਪੀਪਲ, ਬਲੈਕ ਕਮਿਊਨਿਟੀ ਤੇ ਬੇਸਡ ਉਹ ਪਲੇ ਆ। ਉਹਦੇ ਵਿੱਚ ਸਿਰਫ 2 ਕਰੈਕਟਰ ਗੋਰੇ ਸੀਗੇ ਤੇ ਉਹ ਸਿਰਫ 2 ਕਰੈਕਟਰ ਜਿਹੜੇ ਗੋਰੇ ਸੀਗੇ ਉਹਦੇ ਵਿੱਚੋਂ ਕਿਸੇ ਨੇ ਵੀ ਆਡੀਸ਼ਨ ਪਾਸ ਨਹੀਂ ਕਰ ਸਕਿਆ। ਸੋ ਵੀ ਗਾਟ ਇਟ ਫਰਮ ਅਦਰ ਡਿਪਾਰਟਮੈਂਟਸ। ਸੋ ਬਾਕੀ ਦੀ ਸਾਰੀ ਕਾਸਟ ਸੀ ਜਿਹੜੀ ਉਹ ਅਲੱਗ-ਅਲੱਗ ਕਲਾਸਾਂ ਦੇ ਵਿੱਚੋਂ ਆਈ ਚੂਜ਼ ਇਟ। ਸੋ ਦਿਸ ਇਜ਼ ਹਾਊ ਇਟ ਵਰਕਸ ਬੇਸਿਕਲੀ ਦ ਫਸਟ ਸਟੈਪ। ਉਹ ਜਿਹੜੇ ਪੋਸਟਰ ਲਾ ਕੇ ਯੂਨੀਵਰਸਿਟੀ ਆਡੀਸ਼ਨ ਦਾ ਟਾਈਮ ਦੇਤਾ, ਪ੍ਰੋਫੈਸਰ ਬੈਠ ਗਏ, ਅਸਿਸਟੈਂਟ ਡਾਇਰੈਕਟਰ ਬੈਠ ਗਿਆ, 1 ਸੀਨੀਅਰ ਸਟੂਡੈਂਟਸ whoever want to learn that process, ਸਟੂਡੈਂਟਸ ਲਾਈਟਿੰਗ ਪੀਪਲ ਵਾਲੇ ਨਾਲ ਬੈਠ ਗਿਆ, ਸਟੂਡੈਂਟ ਸਟੇਜ ਕਰਾਫਟ ਵਾਲੇ ਬੰਦੇ ਨਾਲ ਬੈਠ, ਜਿਹਦਾ ਫੀਲਡ ਆ ਉਹਦੇ ਉਹ ਪੀਪਲ ਆਲਰੇਡੀ ਡਿਪਾਰਟਮੈਂਟ 'ਚ ਹੈਗੇ ਆ, ਐਕਸਪਰਟੀਜ਼, ਔਰ ਸਟੂਡੈਂਟਸ ਉਹਨਾਂ ਦੇ ਨਾਲ ਬੈਠ ਕੇ ਕੰਮ ਕਰਦੇ ਨੇ ਕਿ let us learn this process from the beginning to the process। ਜਿਵੇਂ ਫॉर एग्जांपल ਆਪਣੀਆਂ ਜਿੰਨੀਆਂ ਪ੍ਰੋਡਕਸ਼ਨ ਸੀਗੀਆਂ, ਮੇਰਾ ਖਿਆਲ ਆਪਾਂ ਆਪ ਹੀ 90% ਸਾਰਾ ਉਹਨਾਂ ਦਾ ਕੰਮ ਕੀਤਾ। ਮੈਂ ਕਹਿ ਨਹੀਂ ਲੱਗਾ ਸੀਗਾ ਵੀ ਸੈੱਟ ਸੀਗਾ, ਚਾਹੇ ਉਹ ਇਵਨ ਮੈਡਮ ਬੈਲ ਦੀ ਪ੍ਰੋਡਕਸ਼ਨ ਦੇ ਵਿੱਚ ਆਪਾਂ ਹਿੱਸਾ ਲਿਆ। ਉਹਦੇ ਲੋਕਨਾਥ ਗੁਰੂ ਜੀ ਦਾ ਕੰਮ ਵੀ ਤੁਸੀਂ ਸਾਂਭ ਲੈਂਦੇ ਸੀ, ਸੁਭਾਸ਼ ਗੁਰੂ ਦਾ ਕੰਮ ਅਸੀਂ ਸਾਂਭ ਲੈਂਦੇ ਸੀਗੇ। ਬਿਲਕੁਲ। ਆਪਾਂ ਨੂੰ ਯਾਦ ਹੈ ਮਦਰ ਕਰੇ ਦੇ ਵਿੱਚ ਮੁਰਗਾ ਚਾਹੀਦਾ ਸੀ ਇੱਕ, ਮੇਰੇ ਲੋੜ ਲਈ ਉਹ ਚਿਕਨ ਚਾਹੀਦਾ ਸੀਗਾ। ਉਹ ਚਿਕਨ ਵੀ ਆਪਾਂ ਅਖਬਾਰ ਕੱਟ ਕੇ ਆਪਣੇ ਹੋਸਟਲ 'ਚ ਬਣਾਇਆ ਸੀ, ਜੇ ਤੁਹਾਨੂੰ ਯਾਦ ਹੋਵੇ। ਤੇ ਭਾਜੀ ਬਲਦੇਵ ਭਾਜੀ ਦੇ ਫਾਰਮ ਤੋਂ, ਮੁਰਗੀ ਫਾਰਮ ਤੋਂ ਉਹਦੇ ਜਿਹੜੇ ਖੰਭ ਆਪਾਂ ਚੁਣ ਕੇ ਲਿਆਂਦੇ ਸੀਗੇ ਕਿ ਇਹ ਮੁਰਗਾ ਜਿਹੜਾ ਆਪਾਂ ਡਿਪਾਰਟਮੈਂਟ ਪ੍ਰੋਡਕਸ਼ਨ 'ਚ ਯੂਜ਼ ਕਰਨਾ। ਸੋ ਦਿਸ ਇਜ਼ ਹਾਊ ਇਟ ਵਰਕਸ। ਅੱਛਾ, ਕਾਫੀ ਨਵੇਂ ਸੱਜਣ ਆਪਣੇ ਨਾਲ ਜੁੜੇ ਨੇ। ਚੰਦਰ ਅਦੀਪ ਜੀ, ਲੱਖਾ ਲਹਿਰੀ ਜੀ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ। ਪ੍ਰਕਾਸ਼ ਸਿੱਧੂ ਭਾਜੀ ਕਹਿ ਰਹੇ ਹੈ ਬਹੁਤ ਵਧੀਆ ਵਿਚਾਰ ਵਿਮਰਸ਼ ਹੋ ਰਿਹਾ, ਸ਼ਿਰਕਤ ਕਰਨ ਵਾਲੀਆਂ ਦੋਵੇਂ ਸ਼ਖਸੀਅਤਾਂ ਇੱਕ ਦੂਜੇ ਦੇ ਪੂਰਕ ਨੇ। ਬਿਲਕੁਲ ਪ੍ਰਕਾਸ਼ ਭਾਜੀ, ਅਸੀਂ ਮਤਲਬ
ਇੱਕ ਦੂਜੇ ਦੇ ਪੂਰਕ ਇਸ ਕਰਕੇ ਆ ਕਿਉਂਕਿ ਅਸੀਂ ਦੋਨਾਂ ਦੇ ਹੋਸਟਲ ਵੀ ਸਾਡੇ ਸਾਂਝੇ ਸੀ ਤੇ ਸਵੇਰੇ ਚਾਹ ਪੀਣ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਦੀ ਅਸੀਂ ਸੈਰ ਸਾਰਾ ਦਿਨ ਸ਼ਾਮ ਦੀ ਸੈਰ ਤੱਕ, ਚਲੋ ਸੈਰ ਤੇ ਆਪਾਂ ਸੈਰ ਦੇ ਵਿੱਚ ਇਹਨੂੰ ਕਵਰ ਕਰ ਦਿੰਦੇ ਹਾਂ, ਸੈਰ ਤੱਕ ਅਸੀਂ ਇਕੱਠੇ ਰਹੇ ਹਾਂ। ਅੱਛਾ, ਤੁਹਾਨੂੰ ਅਭੀ ਜਦੋਂ ਆਪਾਂ ਡਿਪਾਰਟਮੈਂਟ ਦੇ ਵਿੱਚ ਪ੍ਰੋਡਕਸ਼ਨਸ ਕੀਤੀਆਂ, ਚਾਹੇ ਉਹ ਅਸ਼ਾਰਕ ਇੱਕ ਦਿਨ ਦੇ ਵਿੱਚ ਤੁਸੀਂ ਕਾਲੀਦਾਸ ਦਾ ਕਿਰਦਾਰ ਕੀਤਾ ਜਾਂ ਮਦਰ ਕਰਜ ਦੇ ਵਿੱਚ ਤੁਸੀਂ ਕਰੈਕਟਰ ਕੀਤਾ ਸੀ, ਤੁਹਾਨੂੰ ਜਿਹੜਾ ਐਕਟਰ ਦਾ ਪ੍ਰੋਸੈਸ ਹੈ ਉਹਦੇ 'ਚ ਕੀ ਡਿਫਰੈਂਸ ਲੱਗਦਾ? ਡਾਇਰੈਕਸ਼ਨ ਵਾਲਾ ਤਾਂ ਚਲੋ ਹੋ ਗਿਆ, ਜਦੋਂ ਇੱਕ ਐਕਟਰ ਕਿਸੇ ਕਿਰਦਾਰ ਨੂੰ ਸਮਝਣਾ ਚਾਹੁੰਦਾ, ਇੱਕ ਐਕਟਰ ਨੇ ਸਕ੍ਰਿਪਟ ਤੇ ਕਿਸੇ ਇੱਕ ਕਰੈਕਟਰ ਨੂੰ ਚੁੱਕਣਾ, ਉਹਨੇ ਉਹ ਕਰੈਕਟਰ ਨੂੰ ਨਿਭਾਉਣਾ, ਤੇ ਉਹ ਮਤਲਬ ਉਹਦੇ ਵਿੱਚ ਕੁਝ ਡਿਫਰੈਂਸ ਹੈ ਜਿਵੇਂ ਆਪਾਂ ਨੂੰ ਡਾਇਰੈਕਟਰ ਆਪਣੀ ਯੂਨੀਵਰਸਿਟੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਮਝਾਉਂਦੇ ਨੇ ਜਾਂ ਜਿਵੇਂ ਇੱਥੇ ਤੁਹਾਨੂੰ ਦੱਸਦੇ ਨੇ? ਉਹਦੇ 'ਚ ਫਰਕ ਇਹ ਆ, ਮੈਂ ਆਪਣਾ ਜਿਹੜਾ ਐਕਟਿੰਗ ਦਾ ਮੇਰਾ ਟੀਚਰ ਸੀਗਾ ਯੂਨੀਵਰਸਿਟੀ ਦਾ, ਉਹਦੇ ਮੈਂ ਬੋਲ ਸਾਂਝੇ ਕਰਨ ਜਾ ਰਿਹਾ। ਉਹ ਕਹਿੰਦਾ ਸੀਗਾ ਜਿਹੜੀ ਟੀਵੀ ਦੀ ਐਕਟਿੰਗ ਆ ਤੇ ਫਿਲਮ ਦੀ ਐਕਟਿੰਗ ਆ, ਉਹਦੇ ਨਾਲੋਂ ਥੀਏਟਰ ਦੀ ਐਕਟਿੰਗ 10 ਗੁਣਾ ਔਖੀ ਹੈ। ਉਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਟੀਵੀ 'ਚ ਤੁਸੀਂ ਯੂ ਹੈਵ ਆਪਸ਼ਨ ਕਿ ਠੀਕ ਹੈ, ਇਟਸ ਵਨ ਵੇ ਸਟਰੀਟ, there is nobody else, even on the camera, even on the screen, it's one way street. The live actor is not there, live audience is not there. So jada theatre, they take it so minute details. ਅੱਖ ਕਿੱਧਰ ਨੂੰ ਚੱਕਣੀ ਆ, ਬੁੱਲ ਕਿੱਧਰ ਨੂੰ ਹੋਣੇ ਚਾਹੀਦੇ ਆ, ਹੱਥ ਕਿੱਧਰ ਨੂੰ, it's like so detailed study. For what reasons you are standing in this position, at what moment you have to move, in which part of the stage you have to go. ਉਹ ਕਹਿੰਦੇ ਨੇ ਕਿ 10 ਗੁਣਾ ਵੱਧ ਐਕਸਰਸਾਈਜ਼। ਸੋ ਨਾਓ ਯੂ ਕੈਨ ਇਮੈਜਿਨ ਕਿ ਕਿੰਨੀ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਉਹ ਕਰਦੇ ਆ। ਬਾਕੀ ਰਹੀ ਟੈਕਨੀਕ ਦੀ ਗੱਲ, ਟੈਕਨੀਕ ਜਿਵੇਂ ਤੁਹਾਨੂੰ ਹੁਣੇ ਕਿਹਾ ਕਿ ਬਿਗਨਿੰਗ ਆਫ ਦਾ ਕਲਾਸ ਤੋਂ ਲੈ ਕੇ ਐਂਡ ਆਫ ਦਾ ਸਮੈਸਟਰ ਤੱਕ ਵੀ ਹੈਵ ਹੰਡਰਡਸ ਆਫ ਐਕਸਰਸਾਈਜ਼ਸ। ਪ੍ਰੋਡਕਸ਼ਨ ਤੋਂ ਇਲਾਵਾ ਅਨੇਕਾਂ ਬੁੱਕਸ ਨੇ ਜਿਹੜੀਆਂ ਸਟੂਡੈਂਟਸ ਪੜ੍ਹਦੇ ਨੇ, ਅਨੇਕਾਂ ਐਕਸਰਸਾਈਜ਼ਸ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਕਰਨ ਲਈ ਦਿੰਦੇ ਹਾਂ। ਉਹਦੇ ਵਿੱਚੋਂ ਨਿਖਰਦੇ ਅੰਤ ਨੂੰ ਸਟੂਡੈਂਟ ਇਸ ਲੈਵਲ ਤੱਕ ਪਹੁੰਚ ਜਾਂਦੇ ਆ ਕਿ ਉਹ ਵਾਕਈ ਅਗਰ ਸਾਹਮਣੇ ਕੈਮਰਾ, ਅਗਰ ਸਾਹਮਣੇ ਲਾਈਵ ਆਡੀਅੰਸ ਆ, ਉਹਨੂੰ ਕੁਝ ਕਰ ਦਿਖਾਉਣ ਦੇ ਕਾਬਿਲ ਹੁੰਦੇ ਆ। ਇਨ ਦਾ ਮੀਨ ਟਾਈਮ ਜਿਹੜੀਆਂ ਪ੍ਰੋਡਕਸ਼ਨਸ ਨੇ, ਉਹਨਾਂ ਪ੍ਰੋਡਕਸ਼ਨਸ ਨੂੰ ਦੇਖਣ ਲਈ ਬਾਹਰੋਂ ਵੀ ਬੰਦੇ ਬੁਲਾਏ ਜਾਂਦੇ ਨੇ, ਜਿਹਨੂੰ ਅਸੀਂ ਕਹਿੰਦੇ ਡਰਾਮਾਟਰਜ। ਪ੍ਰੋਡਕਸ਼ਨ ਦੇ ਫਾਈਨਲ ਓਪਨਿੰਗ ਨਾਈਟ ਤੋਂ ਪਹਿਲਾਂ ਦੇ ਉਹ ਜਿਹੜੇ ਕ੍ਰਿਟਿਕ ਨੇ, ਪੀਪਲ ਨੇ, ਉਹ ਸਾਡੇ ਨਾਲ ਸਲਾਹ ਕਰਦੇ ਨੇ, ਸਾਨੂੰ ਉਹ ਸੁਜੈਸ਼ਨਸ ਦਿੰਦੇ ਨੇ ਇਹਦੇ 'ਚ ਕਿਹੜੀਆਂ ਚੇਂਜਸ ਹੋ ਸਕਦੀਆਂ ਨੇ ਜਾਂ ਕਰਨੀਆਂ ਚਾਹੀਦੀਆਂ ਨੇ। ਸੋ ਇਹ ਜਿਹੜਾ ਸਾਰਾ ਪ੍ਰੋਸੈਸ ਆ, ਲਾਈਕ ਕਹਿਣ ਦਾ ਮਤਲਬ ਆ ਸਪੈਸ਼ਲਾਈਜ਼ਡ ਆ, ਹਰ ਚੀਜ਼ ਦੀ ਸਪੈਸ਼ਲਾਈਜੇਸ਼ਨ ਆ। ਸੈੱਟ ਦੀ ਆਪਣੀ, ਲਾਈਟਿੰਗ ਦੀ ਆਪਣੀ, ਕਾਸਟਿਊਮ ਦੀ ਆਪਣੀ, ਡਾਇਰੈਕਸ਼ਨ ਦੀ ਆਪਣੀ, ਐਕਟਰ ਦੀ ਆਪਣੀ। ਜਦੋਂ ਤੱਕ ਉਹ ਉਸ ਪਰਫੈਕਸ਼ਨ ਲੈਵਲ ਤੱਕ ਨਹੀਂ ਪਹੁੰਚਦਾ, ਉਦੋਂ ਤੱਕ nobody is going to allow ਕਿ ਇਹਦੀ ਓਪਨਿੰਗ ਨਾਈਟ ਕਿੱਦਣ ਹੋਣੀ। That's the basic difference. ਮੈਂ ਬ੍ਰੌਡਵੇ ਦੀਆਂ ਪ੍ਰੋਡਕਸ਼ਨਸ ਆਪਾਂ ਜਦੋਂ ਵੇਖਦੇ ਹਾਂ ਤਾਂ ਮੈਨੂੰ ਐਂ ਲੱਗਦਾ ਹੁੰਦਾ ਕਿ ਮਤਲਬ ਉਸ ਸੈੱਟ ਨੂੰ ਲਾਉਣ ਤੇ ਹੀ ਘੱਟੋ ਘੱਟ 2-3 ਹਫ਼ਤੇ ਦਾ ਟਾਈਮ ਲੱਗਾ ਹੋਣਾ। ਹੁਣ ਇੱਕ ਪ੍ਰੋਡਕਸ਼ਨ ਜਿਹੜੀ ਬਹੁਤ ਇੰਟੀਮੇਟ ਥੀਏਟਰ ਦੀ ਪ੍ਰੋਡਕਸ਼ਨ ਸੀ, ਆਫ ਬ੍ਰੌਡਵੇ ਦੀ ਪ੍ਰੋਡਕਸ਼ਨ ਸੀ, ਮੈਂ ਦੇਖੀ ਸੀ, ਇਟਸ ਟਾਈਮ ਟੂ ਚੇਂਜ। ਉਸ ਪ੍ਰੋਡਕਸ਼ਨ ਨੂੰ ਚੱਲਦਿਆਂ, ਹਾਲਾਂਕਿ ਉਹਦੀ ਕਪੈਸਿਟੀ ਜਿਹੜੀ ਆ ਉਹ ਸਿਰਫ 70-75 ਬੰਦਿਆਂ ਦੀ ਸੀ ਹਾਲ ਦੀ, ਪਰ ਉਸ ਪ੍ਰੋਡਕਸ਼ਨ ਨੂੰ ਨਿਊਯਾਰਕ ਦੇ ਵਿੱਚ ਹੀ ਚੱਲਦਿਆਂ ਆਲਮੋਸਟ 8 ਸਾਲ ਹੋ ਗਏ ਸੀ। 4 ਦਿਨ ਉਸ ਪ੍ਰੋਡਕਸ਼ਨ ਦੇ ਹਫ਼ਤੇ 'ਚ ਸ਼ੋਅ ਹੁੰਦੇ ਸੀ, 2 ਸ਼ੋਅ ਹਰ ਰੋਜ਼ ਹੁੰਦੇ ਸੀਗੇ। ਸੋ ਮਤਲਬ ਇੱਕ ਕਲਚਰ ਤਾਂ ਹੈਗਾ। ਅੱਛਾ, ਇੱਕ ਡਾਲੀ, ਦਲਜੀਤ, ਸੰਜੀਵਨ ਸਿੰਘ, ਸਾਹਿਬ ਸਿੰਘ ਤੇ ਹੋਰ ਵੀ ਕਾਫੀ ਸੱਜਣ ਜੁੜੇ ਨੇ। ਬਲਕਾਰ ਸਿੱਧੂ ਭਾਜੀ ਉਹਨਾਂ ਦਾ ਇੱਕ ਕੁਐਸਚਨ ਹੈ ਕਿ ਜਦੋਂ ਕੋਈ ਸਟੂਡੈਂਟ ਜਿਹੜਾ ਹੈ ਕੋਈ ਡਿਗਰੀ ਜਾਂ ਡਿਪਲੋਮਾ ਲੈ ਲੈਂਦਾ, ਉਦੋਂ ਬਾਅਦ ਉਹਨਾਂ ਨੂੰ ਆਫਰ ਮਿਲਦੀ ਹੈ ਕਿਸੇ ਸਕੂਲ ਕਾਲਜ ਦੇ ਵਿੱਚ ਐਜ਼ ਏ ਟੀਚਰ, ਜਾਂ ਪੰਜਾਬ ਵਾਂਗੂ ਜਿਹੜਾ ਉਹ ਪ੍ਰੋਡਿਊਸਰਸ ਦੇ ਮੂੰਹ ਨਹੀਂ ਵੇਖਦੇ ਨੇ ਜਾਂ ਥੀਏਟਰ ਗਰੁੱਪਾਂ ਦੇ ਮੂੰਹ ਨਹੀਂ ਵੇਖਦੇ ਨੇ ਵੀ ਸਾਨੂੰ ਐਜ਼ ਏ ਐਕਟਰ ਕੰਮ ਮਿਲੂਗਾ? 99% ਸਟੂਡੈਂਟਸ ਨੇ ਜਿਹੜੇ ਉਹ ਟੀਚਿੰਗ ਲਾਈਨ ਲਈ ਨਹੀਂ ਪੜ੍ਹਨ ਆਉਂਦੇ। ਪਹਿਲੀ ਗੱਲ ਤਾਂ ਇਹ ਆ। ਅੱਛਾ, ਸਾਡੇ ਉੱਥੇ ਉਲਟਾ, ਸਾਡੇ ਉੱਥੇ ਕਿ ਓਕੇ ਜੀ ਮੈਂ MA ਕਰ ਲਈ ਹੈ, ਹੁਣ ਜੇ ਕਿਤੇ ਮੇਰਾ UGC ਕਲੀਅਰ ਹੋ ਕੇ ਮੈਨੂੰ ਟੀਚਰ ਦੀ ਜੌਬ ਮਿਲ ਜੇ ਨਾ,
ਤਾਂ ਫਿਰ ਮੇਰੀ ਜ਼ਿੰਦਗੀ ਸੈੱਟ ਹੈ। ਬੇਸਿਕਲੀ ਮਤਲਬ ਫਰਕ ਹੈ ਨਾ ਵੀ ਰੋਟੀਆਂ ਸੈੱਟ ਕਰਨੀਆਂ ਤੇ ਕੰਮ ਕਰਨਾ। ਬਿਲਕੁਲ ਇਹ ਫਰਕ ਜਿਹੜਾ ਹੈ ਬਹੁਤ ਵੱਡਾ ਫਰਕ ਹੈ। ਸੋਚ ਸਾਡੀ ਦੇ ਵਿੱਚ, ਭਾਰਤੀ ਸੋਚ ਦੇ ਵਿੱਚ ਸ਼ੁਰੂ ਤੋਂ ਪਾਇਆ ਜਾਂਦਾ ਵੀ ਓਕੇ ਤੂੰ ਪਹਿਲਾਂ ਆਪਦੀਆਂ ਰੋਟੀਆਂ ਪਹਿਲਾਂ ਸਿਕਿਉਰ ਕਰ। ਸੋ ਹਰੇਕ ਬੱਚਾ ਜਿਹੜਾ ਆਉਂਦਾ ਉਹਦੀ ਕੋਸ਼ਿਸ਼ ਹੁੰਦੀ ਵੀ ਓਕੇ ਜੀ ਮੇਰੀ MA ਹੋ ਗਈ, ਹੁਣ ਮੈਨੂੰ ਕਿਸੇ ਤਰ੍ਹਾਂ UGC ਕਲੀਅਰ ਹੋ ਕੇ ਤੇ ਮੈਨੂੰ ਇਸ ਡਿਪਾਰਟਮੈਂਟ ਦੇ ਵਿੱਚ ਜੌਬ ਮਿਲ ਜੇ, ਉਸ ਤੋਂ ਬਾਅਦ ਤਾਂ ਆਪਾਂ ਮੌਜ ਨਾਲ ਸੈੱਟ। ਹਾਂਜੀ ਕੈਰੀ ਔਨ। ਬਿਲਕੁਲ ਟੀਚਿੰਗ ਲਾਈਨ ਦੇ ਵਿੱਚ ਜਾਣ ਵਾਲੇ ਤਾਂ ਮਤਲਬ ਮੈਂ ਤੁਹਾਨੂੰ ਦੱਸਿਆ 0.01% ਹੁੰਦੇ ਆ। ਬਾਕੀ ਜਿਹੜਾ ਜਿਸ ਫੀਲਡ ਲਈ ਆਇਆ, ਜੇ ਡਾਇਰੈਕਸ਼ਨ ਵਾਲਾ ਡਾਇਰੈਕਸ਼ਨ ਆਇਆ ਤਾਂ ਉਹਨੂੰ ਡਾਇਰੈਕਸ਼ਨ ਲਈ ਜੌਬਸ ਬਥੇਰੀਆਂ ਨੇ। ਦੇਖੋ ਹਾਈ ਸਕੂਲ ਮਿਡਲ ਸਕੂਲ ਤੋਂ ਥੀਏਟਰ ਸ਼ੁਰੂ ਹੋ ਜਾਂਦਾ ਲਾਈਕ, ਤੇ ਕਿੰਨੇ ਸਕੂਲ ਨੇ ਅਮਰੀਕਾ ਦੇ ਵਿੱਚ, ਲਾਈਕ ਯੂ ਕੈਨ ਇਮੈਜਿਨ ਕਿ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਨੇ, ਟੈਕਨੀਕਲੀ ਵੀ ਚਾਹੀਦੇ ਨੇ, ਕਿੰਨੇ ਬੰਦੇ ਹਰ ਸਾਲ ਰਿਟਾਇਰ ਹੁੰਦੇ ਨੇ, ਕਿੰਨੇ ਬੰਦੇ Broadway ਦੀਆਂ ਪ੍ਰੋਡਕਸ਼ਨ, ਸ਼ਿਕਾਗੋ ਦੀਆਂ ਪ੍ਰੋਡਕਸ਼ਨਸ, LA ਦੀਆਂ ਪ੍ਰੋਡਕਸ਼ਨਸ। ਸੋ it's like always whenever they pass out they have opportunities to write there. Yes, yeah. ਮੈਨੂੰ ਕੱਲ ਇੱਕ ਲੜਕੀ ਦੀ ਈਮੇਲ ਆਈ ਆ, ਉਹਨੂੰ ਰੈਫਰੈਂਸ ਚਾਹੀਦਾ ਸੀਗਾ। she was my student, ਉਹਨੂੰ ਜੌਬ ਲਈ ਰੈਫਰੈਂਸ ਚਾਹੀਦਾ ਸੀ। ਸੋ ਮੈਂ ਕੱਲ ਹੀ ਲਿਖ ਕੇ ਹਟਿਆ ਰੈਫਰੈਂਸ ਲੈਟਰ। she is going to be a assistant production designer in Broadway, Cheer Up Fields. So this is how ਪਿਛਲੇ ਸਾਲ ਹੀ ਪਾਸ ਆਊਟ ਹੋਈ ਹੈ। ਸੋ ਨਾਓ ਸ਼ੀ ਇਜ਼ ਇਨ ਨਿਊਯਾਰਕ। ਇੱਕ ਹੋਰ ਸਾਹਿਬ ਸਿੰਘ ਹੁਣੀ ਲਿਖ ਰਹੇ ਨੇ, ਅਭੀ ਜੀ ਪੰਜਾਬ 'ਚ 2 ਥੀਏਟਰ ਡਿਪਾਰਟਮੈਂਟ ਇੱਕ ਵਾਰ ਇਸ ਹੱਦ ਤੱਕ ਪਹੁੰਚ ਚੁੱਕੇ ਆ ਕਿ VC ਨੇ ਇੱਥੋਂ ਤੱਕ ਕਹਿਤਾ ਕਿ ਇਹ ਡਿਪਾਰਟਮੈਂਟ ਹੀ ਸਕ੍ਰੈਚ ਕਰ ਦੇ, ਇਹਦੀ ਕੋਈ ਲੋੜ ਨਹੀਂ। ਕੀ ਤੁਹਾਨੂੰ ਲੱਗਦਾ ਕਿ ਥੀਏਟਰ ਦਾ ਜੋ ਬਾਗੀ ਕਰੈਕਟਰ ਹੈ ਉਹ ਸਾਡੇ ਇੱਥੋਂ ਦੇ ਸਿਸਟਮ ਨੂੰ ਡਾਈਜੈਸਟ ਨਹੀਂ ਹੋ ਰਿਹਾ ਤੇ ਹੁਣ ਇਹ ਡਿਪਾਰਟਮੈਂਟ ਜਸਟ ਲਾਇਬਿਲਿਟੀ ਬਣਨ ਵਾਲੀ ਵੱਧ ਰਹੇ ਨੇ? ਪਵਨ ਜੀ, ਜੇ ਆਪਾਂ ਆਪਣੇ ਬੈਚ ਦੀ ਐਗਜ਼ਾਮਪਲ ਮੈਂ ਇੱਥੇ ਦੇਣੀ ਚਾਹੂੰਗਾ ਕਿ ਸਾਡੀ ਸਿਚੁਏਸ਼ਨ ਇੱਦਾਂ ਦੀ ਸੀ, ਪਹਿਲੇ ਜਿਹੜੇ ਆਪਣੇ ਸੀਨੀਅਰ ਸੀ ਉਹਨਾਂ ਦੇ ਦੱਸਣ ਮੁਤਾਬਕ ਵੀ ਕਿ ਡਿਪਾਰਟਮੈਂਟ ਸੁੱਤਾ ਪਿਆ, ਹਾਲਾਂਕਿ 8 ਪ੍ਰੋਫੈਸਰ ਸੀਗੇ, ਪਰ ਕਲਚਰ ਉੱਥੋਂ ਦਾ ਇੱਦਾਂ ਦਾ ਡਿਵੈਲਪ ਹੋਇਆ ਸੀਗਾ ਤੇ ਅਸੀਂ 7-8 ਨੇ ਉਹ ਇੱਦਾਂ ਜਗਾਤਾ, ਇੱਦਾਂ ਉਠਾਤਾ ਸੁੱਤਿਆ ਪਿਆ ਡਿਪਾਰਟਮੈਂਟ ਕਿ ਤੁਹਾਡੇ ਅੰਦਰ ਇੱਕ ਇਮੋਸ਼ਨ ਸੀ, ਤੁਹਾਡੇ ਅੰਦਰ ਇੱਕ ਪੈਸ਼ਨ ਸੀ, ਤੁਹਾਡੇ ਅੰਦਰ ਪੇਨ ਲੈਣ ਦਾ ਇੱਕ ਜਜ਼ਬਾ ਸੀਗਾ ਕਿ ਯਾਰ ਨਹੀਂ, ਸਵੇਰੇ 8 ਵਜੇ ਤੋਂ ਲੈ ਕੇ ਆਪਾਂ ਰਾਤ ਦੇ 2-2 ਵਜੇ ਤੱਕ ਵੀ ਰਿਹਰਸਲਸ ਕਰਦੇ ਸੀ। ਕਈ ਵਾਰੀ ਜਦੋਂ ਆਪਣੀ ਪ੍ਰੋਡਕਸ਼ਨ ਵੀਡੀਓ ਕੀਤੀ ਸੀ ਆਪਾਂ, ਮੇਰਾ ਖਿਆਲ ਸਾਰੀ ਰਾਤ ਵੀ ਕੰਮ ਕੀਤਾ, ਬਕਾਇਦਾ ਪਰਮਿਸ਼ਨ ਲੈ ਕੇ ਯੂਨੀਵਰਸਿਟੀ ਤੋਂ, ਬਕਾਇਦਾ ਚਾਬੀ ਲੈ ਕੇ ਡਿਪਾਰਟਮੈਂਟ ਦੀ। ਸੋ ਪੀਪਲ ਵਰ ਵਿਦ ਅਸ ਬਿਕਾਜ਼ ਵੀ ਹੈਡ ਅ ਪੈਸ਼ਨ। ਐਟ ਦ ਸੇਮ ਟਾਈਮ ਜਿਹੜੀ ਰਿਪੈਟਰੀ ਬੰਦ ਹੋ ਚੁੱਕੀ ਸੀ, ਜੇ ਤੁਹਾਨੂੰ ਯਾਦ ਹੋਵੇ, ਬਿਕਾਜ਼ ਆਫ ਆਵਰ ਐਫਰਟਸ, ਠੀਕ ਹੈ, ਉਹ ਦੁਬਾਰਾ ਰਿਵਾਈਵ ਹੋ ਗਈ ਸੀ। ਠੀਕ ਹੈ, ਸੋ ਜੇ ਉਹ ਪੈਸ਼ਨ ਤੁਸੀਂ ਕ੍ਰੀਏਟ ਕਰ ਲਓ ਤਾਂ ਮੇਰਾ ਖਿਆਲ ਨਹੀਂ ਕਿ VC ਦੀ ਹਿੰਮਤ ਹੋਊਗੀ ਕਿ ਇਹਨੂੰ ਬੰਦ ਕਰ ਦਈਏ। ਪਰ ਜੇ ਹੁਣ ਜਿਹੜਾ ਮੈਂ ਉਹੀ ਕਹਿਣ ਲੱਗਾ ਸੀ ਕਿ ਦੂਜੀਆਂ ਸਿਚੁਏਸ਼ਨਸ ਡਿਪਾਰਟਮੈਂਟ 'ਚ ਹੋ ਰਹੀਆਂ ਨੇ ਕਿ ਯਾਰ ਜਿਹਨੂੰ ਆਪਾਂ ਲੱਤਾਂ ਖਿੱਚਣ ਵਾਲਾ ਸਿਸਟਮ ਕਹਿੰਦੇ ਆ, ਸੋ ਉਸ ਸਿਚੁਏਸ਼ਨ ਦੇ ਵਿੱਚ ਤਰੱਕੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ। that's the basic difference. ਮੈਨੂੰ ਲੱਗਦਾ ਵੀ ਜਿਹੜੇ ਸਟੂਡੈਂਟਸ ਆ ਨਾ, ਉਹਨਾਂ 'ਚ ਜੇ ਇਹ ਅੱਗ ਹੋਵੇ ਕਿ ਉਹ ਮਤਲਬ ਡਿਪਾਰਟਮੈਂਟ ਨੂੰ ਜਾਂ ਯੂਨੀਵਰਸਿਟੀ ਨੂੰ ਇਹ ਕਹਿਣ ਕਿ ਓਕੇ ਇੱਕ ਪ੍ਰੋਫੈਸਰ ਜਿਹੜਾ ਹੈ ਉਹ ਸਾਨੂੰ ਨਹੀਂ ਪੜ੍ਹਾ ਸਕਦਾ, ਸਾਨੂੰ ਟੀਚਰ ਚਾਹੀਦੇ ਨੇ, ਤੇ ਯੂਨੀਵਰਸਿਟੀ ਜਿਹੜੀ ਹੈ ਉਹ ਢੋਲਕੀ ਲੈ ਕੇ ਡੀਨ ਦੇ ਦਫ਼ਤਰ ਚਲੇ ਜਾਂਦੇ ਸੀ, ਆਪਾਂ ਢੋਲਕੀ ਛਾਣੇ ਲੈ ਕੇ VC ਦੇ, ਉਹਨਾਂ ਨੂੰ ਵੀ ਚਾਹੀਦਾ, ਉਹ ਵੀ VC ਦੇ ਦਫ਼ਤਰ। ਮੇਰਾ ਖਿਆਲ ਹੈ ਦੋਨੋਂ ਬੰਨੇ ਹੀ ਹੈ। ਜਿਹੜੇ ਸਟੂਡੈਂਟਸ ਨੇ ਨਾ, ਹੁਣ ਉਹਨਾਂ ਨੇ ਵੀ ਥੀਏਟਰ ਨੂੰ ਜਿਹੜਾ ਉਹ ਉਸ ਸੀਰੀਅਸਨੈਸ ਨਾਲ ਨਹੀਂ ਲਿਆ ਹੋਇਆ, ਉਹਨਾਂ ਨੇ ਥੀਏਟਰ ਨੂੰ ਇੱਕ ਪੌੜੀ ਬਣਾ ਰੱਖਿਆ ਕਿ ਓਕੇ ਜੀ ਅਸੀਂ ਇੱਥੇ 2 ਸਾਲ ਲਾਉਣੇ ਆ ਤੇ ਮੁੜ ਕੇ ਬੰਬੇ ਚਲੇ ਜਾਣਾ। ਜਿਵੇਂ ਆਪਣੇ ਵੇਲੇ ਜੋ ਹਾਲਾਤ ਸੀਗੇ, ਠੀਕ ਹੈ, ਤੇ ਉਸ ਤੋਂ ਬਾਅਦ ਮੇਰਾ ਖਿਆਲ ਆਪਣਾ ਬੈਚ ਜਿਹੜਾ ਉਹਨੇ ਸਭ ਤੋਂ ਵੱਧ ਪ੍ਰੋਡਕਸ਼ਨਸ ਕੀਤੀਆਂ ਸੀਗੀਆਂ, ਸਭ ਤੋਂ ਵੱਧ ਕੰਮ ਕੀਤਾ, ਸਭ ਤੋਂ ਵੱਧ ਹਿਸਟਰੀ ਦੇ ਵਿੱਚ। ਰਾਈਟ। ਇੰਦਰਜੀਤ ਗੋਲਡੀ ਹੁਣੀ ਸਾਡੇ ਨਾਲ ਜੁੜ ਚੁੱਕੇ ਨੇ, ਕਾਸਰ ਖਾਨ ਜੁੜੇ ਹੋਏ ਨੇ, ਸ਼ਬਦੀਸ਼ ਜੀ ਜੁੜੇ ਹੋਏ ਨੇ, ਗੁਰਦਿੱਤ ਪਹੇਸ਼, ਰਮਨ ਸ਼ਰਮਾ, ਸੰਦੀਪ ਸ਼ਰਮਾ, ਪੈਰੀ ਬਰਾੜ, ਹੋਰ ਵੀ ਬਹੁਤ ਸਾਰੇ ਮਿੱਤਰ ਜਿਹੜੇ ਨੇ ਆਪਣੇ ਨਾਲ ਇੱਥੇ ਜੁੜ ਚੁੱਕੇ ਨੇ। ਅੱਛਾ, ਐਕਟਿੰਗ ਦੀ ਆਪਾਂ ਜਿਹੜੀ ਗੱਲ ਕਰ ਰਹੇ ਸੀ, ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ, ਜਿਹੜੀ ਸਟੇਜ ਡਿਜ਼ਾਈਨਿੰਗ ਹੈ, ਮੈਂ ਗੱਲ ਕਰ ਰਿਹਾ ਸੀ ਬ੍ਰੌਡਵੇ ਦੀ। ਜਦੋਂ ਆਪਾਂ ਪ੍ਰੋਡਕਸ਼ਨ ਵੇਖਦੇ ਹਾਂ, ਠੀਕ ਹੈ, ਉਹਨਾਂ ਦੀ ਸਟੇਜ ਦੇ ਉੱਤੇ ਮਤਲਬ ਜੇ ਅੱਗ ਲੱਗਣੀ ਹੈ ਤਾਂ ਅੱਗ ਵੀ ਲਾ ਦਿੰਦੇ ਆ,
ਜੇ ਪਾਣੀ ਆਉਣਾ ਤਾਂ ਪਾਣੀ ਵੀ ਆ ਜਾਂਦਾ। ਬਿਲਕੁਲ ਮਤਲਬ ਟੈਕਨੀਕ ਜਿਹੜੀ ਹੈ, ਠੀਕ ਹੈ, ਉਹ ਉਹਨਾਂ ਦੇ ਕੋਲੇ ਬਹੁਤ ਐਡਵਾਂਸ ਹੈ। ਉਹਨਾਂ ਦਾ ਸੈੱਟ ਜਿਹੜਾ ਹੈ ਉਹ ਡਬਲ ਸਟੋਰੀ, ਟ੍ਰਿਪਲ ਸਟੋਰੀ ਤੇ ਸਭ ਕੁਝ ਉਹਨਾਂ ਦਾ ਮਤਲਬ ਬਾ ਕਮਾਲ ਹੈ। ਇਹ ਸਾਰਾ ਕੁਝ ਜਿਹੜਾ ਹੈ ਡਿਪਾਰਟਮੈਂਟਾਂ ਦੇ ਵਿੱਚ ਹੀ ਸਟੱਡੀ ਸਾਡੀ ਸ਼ੁਰੂ ਹੋ ਜਾਂਦੀ ਹੈ, ਜਾਂ ਇਹ ਮਤਲਬ ਇੱਕ ਕਮਰਸ਼ੀਅਲ ਜਿਹੜਾ ਐਂਗਲ ਹੈ ਉਹ ਵੱਖਰਾ ਹੈ ਜਿਹੜਾ ਬਾਅਦ ਦੇ ਵਿੱਚ ਬੰਦੇ ਡਿਵੈਲਪ ਕਰਦੇ? ਨਹੀਂ, ਇਹਦੀ ਸ਼ੁਰੂਆਤ ਡਿਪਾਰਟਮੈਂਟ ਹੀ ਹੋ ਜਾਂਦੀ ਹੈ ਜੀ। ਅਗਰ ਪ੍ਰੋਡਕਸ਼ਨ ਲਈ ਕੋਈ ਵੀ ਚੀਜ਼ ਚਾਹੀਦੀ ਹੈ, ਤੁਹਾਨੂੰ ਕੋਈ ਕੱਪੜਾ ਚਾਹੀਦਾ, ਕੋਈ ਕੁਰਸੀ ਚਾਹੀਦੀ ਹੈ, ਕੋਈ ਡਿਜ਼ਾਈਨਿੰਗ ਚਾਹੀਦੀ ਹੈ, ਟੂ ਜਸਟ ਈਮੇਲ them and then they provide it। ਉਹਨਾਂ ਦਾ ਜਿਹੜਾ ਐਕਸਪਰਟ ਡਿਪਾਰਟਮੈਂਟ ਹੈ, ਇੰਜੀਨੀਅਰਸ। ਮੈਨੂੰ ਯਾਦ ਹੈ ਇੱਕ ਵਾਰੀ ਤੁਸੀਂ ਕਹਿ ਰਹੇ ਸੀਗੇ ਵੀ ਓਕੇ ਵੀ ਜੇ ਤੁਹਾਨੂੰ ਇੱਕ ਛੱਜ ਚਾਹੀਦਾ ਤੇ ਉਹ ਪੰਜਾਬ ਦੇ ਤੁਸੀਂ ਯੂਨੀਵਰਸਿਟੀ ਨੂੰ ਲਿਖ ਕੇ ਦੇਤਾ, ਕਿਉਂਕਿ ਇਹ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚੋਂ ਮਿਲਣਾ, ਤਾਂ ਉਸ ਯੂਨੀਵਰਸਿਟੀ ਨੇ ਭਾਵੇਂ ਇੱਕ ਬੰਦਾ ਭੇਜ ਕੇ ਪੰਜਾਬ ਦੇ ਉਸ ਪਿੰਡ ਮਲੇਰਕੋਟਲੇ ਤੇ ਮੰਗਾਊਗਾ ਉਹ, ਇਹ ਨਹੀਂ ਵੀ ਉਹਨਾਂ ਨੇ ਚੰਡੀਗੜ੍ਹ ਤੋਂ ਲੈ ਕੇ ਵਾਪਸ ਆ ਜਾਣਾ। ਵੀ ਨਹੀਂ, ਡਾਇਰੈਕਟਰ ਦੀ ਸੈਟੀਸਫੈਕਸ਼ਨ ਜਿਹੜੀ ਹੈ ਉਹ ਜੇ ਮਲੇਰਕੋਟਲੇ ਦੇ ਲਾਗੇ ਵਾਲੇ ਪਿੰਡ ਦੇ ਛੱਜ ਨਾਲ ਤਾਂ ਉਹੀ ਆਊਗਾ। ਤੇ ਸਾਡੇ ਹਾਂ, ਤੇ ਸਾਡੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਜਿਹੜੀਆਂ ਉਹ ਕਹਿੰਦੀਆਂ ਵੀ ਓਕੇ ਜੀ, ਤੇਰਾ ਬਜਟ ਜਿਹੜਾ ਉਹ ਜੇ ਤੂੰ ਧਾਗਾ ਖਰੀਦਣਾ ਤੇ ਧਾਗਾ ਨਾ ਖਰੀਦ, ਐ ਕਰ, ਇਹ ਬਜਟ ਜ਼ਿਆਦਾ, ਤੂੰ ਤਵੀਤ ਖਰੀਦ ਲਾ, ਉਹ ਥੋੜਾ ਸਸਤਾ 5 ਰੁਪਏ। ਸੋ ਆਈ ਥਿੰਕ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਥੋੜੀ ਪ੍ਰੋਡਕਸ਼ਨ ਵੈਲਿਊ ਦੇ ਉੱਤੇ ਅਸਰ ਪਾਉਂਦੀਆਂ, ਬਹੁਤ ਪਾਉਂਦੀਆਂ ਨੇ। ਹਰ ਚੀਜ਼ ਕਾਊਂਟ ਕਰਦੀ ਹੈ, ਹਰ ਚੀਜ਼। ਇੱਕ ਲਾਈਟ, ਇੱਕ ਕੱਪੜਾ, ਇੱਕ ਐਕਸ਼ਨ, ਇੱਕ every single thing counts in। that's what they are perfection। ਉਹ ਸੇਮ ਸਮੇਂ ਦੇ ਉੱਤੇ ਜਿਹੜੇ ਜਿਹਨਾਂ ਸਟੂਡੈਂਟਸ ਨੂੰ ਅਸੀਂ ਪੜ੍ਹਾ ਰਹੇ ਹੁੰਦੇ ਆ, ਅਸੀਂ ਉਹਨਾਂ ਨੂੰ ਵੀ ਉਹ ਕੰਪਰੋਮਾਈਜ਼ ਕਰਨੇ ਜਿਹੜੇ ਆ ਉਹ ਅਚੇਤ ਤੌਰ ਤੇ ਸਿਖਾ ਰਹੇ ਹੁੰਦੇ ਆ। ਬਿਲਕੁਲ 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 ਵੀ ਠੀਕ ਹੈ ਯਾਰ, ਜੇ ਤੇਰੇ ਕੋਲੇ ਜੇ ਤੈਨੂੰ ਇੱਕ ਐਕਟਰ ਜਿਹੜਾ ਉਹ ਅਭੀ ਚਾਹੀਦਾ ਤੇ ਉਹ ਨਹੀਂ ਹੈਗਾ ਅਵੇਲੇਬਲ, ਤਾਂ ਕੋਈ ਗੱਲ ਨਹੀਂ ਯਾਰ, ਤੂੰ ਕੁਮਾਰ ਪਵਨਦੀਪ ਨੂੰ ਲੈ ਵਰਸਸ ਇੱਥੇ ਪ੍ਰੋਡਕਸ਼ਨ ਨੂੰ ਉਹ 1 ਸਾਲ ਲਈ ਹੋਲਡ ਕਰ ਲੈਣਗੇ, ਪਰ ਉਹਨਾਂ ਨੂੰ ਜੇ ਅਭੀ ਚਾਹੀਦਾ ਤੇ ਅਭੀ ਚਾਹੀਦਾ। ਬਿਲਕੁਲ ਸਹੀ ਗੱਲ। ਸੈਕੰਡ ਥਿੰਗ, ਟੈਕਨੀਕਲ ਕਰਿਊ ਜਿੰਨਾ ਵੀ ਆ, ਫॉर एग्जांपल ਇੱਕ ਬੰਦਾ ਬਿਮਾਰ ਆ, ਉਹਨੇ ਇਹ ਨਹੀਂ ਕਹਿਣਾ ਵੀ ਚੱਲ ਅੱਜ ਤੂੰ ਬੈਠ ਜਾ। ਨੋ, ਦੇ ਡੋਂਟ ਡੂ ਦੈਟ। they will find equal importance or equal experienced person ਉਸ ਦਿਨ ਨੂੰ ਕਵਰ ਕਰਨ ਦੀ ਖਾਤਰ, ਪਰ ਉਹਨੂੰ ਇਹ ਨਹੀਂ ਕਹਿਣਗੇ ਕਿ ਅੱਜ ਦੇ ਦਿਨ ਚਲੋ ਇਹ ਨਹੀਂ ਹੈ ਤੇ ਇਹ ਬੈਠ ਜੂਗਾ। that's the difference, that's the basic difference in production। अच्छा, SP Arora sahab, the question is, does your department has a repertoire of its own to harness the energies of ex-students of your department? नहीं जी, नहीं, repertoire नहीं है। ਮੈਨੂੰ ਲੱਗਦਾ ਅਰੋੜਾ ਸਾਹਿਬ ਇੱਥੇ ਜਿਹੜੀ એનર્ਜੀ ਦੇ ਲਈ ਰੈਪਰੇਟਰੀ ਜਿਹੜੀ ਆ ਉਹਦੀ ਲੋੜ ਹੀ ਨਹੀਂ, ਕਿਉਂਕਿ ਬਾਹਰ ਕੰਮ ਇੰਨਾ ਜ਼ਿਆਦਾ ਹੈ ਸਟੂਡੈਂਟਸ ਦੇ ਲਈ। ਗੱਲ ਦਾ ਜਵਾਬ ਦਿੱਤਾ ਅਰੋੜਾ ਸਾਹਿਬ ਨੂੰ, ਕਿਉਂਕਿ ਐਜ਼ ਸੂਨ ਐਜ਼ ਯੂ ਪਾਸ ਆਊਟ ਤੁਹਾਡੇ ਲਈ ਜੌਬ ਰੈਡੀ ਆ। ਯੈਸ, ਰਾਈਟ। ਮਤਲਬ ਕੰਮ ਇੰਨਾ ਜ਼ਿਆਦਾ ਹੋ ਰਿਹਾ, ਚਾਹੇ ਉਹ ਬ੍ਰੌਡਵੇ ਹੋਵੇ, ਚਾਹੇ ਆਫ ਬ੍ਰੌਡਵੇ ਹੋਵੇ, ਚਾਹੇ ਆਫ ਬ੍ਰੌਡਵੇ ਹੋਵੇ, ਚਾਹੇ ਐਮੇਚਰ ਥੀਏਟਰ ਗਰੁੱਪਸ ਹੋਣ। ਨੰਬਰ 2 ਦੇ ਉੱਤੇ ਇੱਥੇ ਨਾ ਇਹ ਨਹੀਂ ਪੁੱਛਿਆ ਜਾਂਦਾ ਓਕੇ ਯਾਰ ਤੂੰ ਥੀਏਟਰ ਕਰਦਾ, ਹੋਰ ਕੀ ਕਰਦਾ। ਬਿਲਕੁਲ। ਇੱਥੇ ਆ ਵੀ ਜੇ ਅੱਛਾ ਤੂੰ ਥੀਏਟਰ ਕਰਦਾ, ਮਤਲਬ ਉਹਨਾਂ ਨੂੰ ਐਂ ਲੱਗਦਾ ਵੀ ਯਾਰ ਕਮਾਲ ਆ, ਇਹ ਤਾਂ ਅਲਟੀਮੇਟ ਆ। ਮੈਂ ਕਈ ਵਾਰੀ ਹੁੰਦਾ ਜਦੋਂ ਮੈਂ ਆਪਣੇ ਕੰਮ ਤੇ ਹੋਵਾਂ ਤੇ ਮੈਨੂੰ ਕੋਈ ਪੁੱਛ ਲਿਆ ਕਿ ਓਕੇ ਤੂੰ ਕੀ ਕਰਦਾ ਸੀ, ਮੈਂ ਕਹਿੰਦਾ ਸੀ ਯਾਰ ਮੈਂ ਤਾਂ ਹੁਣ ਮੇਰੀ ਟਰੱਕਿੰਗ ਕੰਪਨੀ ਆ। ਅੱਛਾ, ਤੇ ਮੈਂ ਕਿਹਾ ਵੈਸੇ ਮੈਂ ਕਦੇ ਜੇ ਕਹਿ ਦਿਆਂ ਵੀ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਥੀਏਟਰ ਡਿਪਾਰਟਮੈਂਟ ਤੋਂ, ਮੈਂ PhD ਕਰ ਰਿਹਾ ਸੀਗਾ, ਫਿਰ ਮੈਂ ਛੱਡ ਕੇ ਵਿੱਚ ਆ ਗਈ, ਤੇ ਉਹ ਮੇਰੇ ਵੱਲ ਇਸ ਤਰੀਕੇ ਨਾਲ ਦੇਖਦੇ ਆ ਕਿ ਮਤਲਬ ਜਿਵੇਂ ਨਾ ਕੋਈ ਦੂਜੀ ਅਸਮਾਨ ਤੋਂ ਕੋਈ ਬੰਦਾ ਉਤਰ ਆਉਂਦਾ ਵੀ ਯਾਰ ਤੁਹਾਡੇ ਮਨ ਦੀ ਨਹੀਂ, ਉਹਨਾਂ ਦੇ ਮਨ ਚੋਂ ਇੱਕ ਚੀਜ਼ ਨਿਕਲਦੀ ਆ, ਰੈਦਰ ਦੈਨ ਤੁਹਾਨੂੰ ਮਤਲਬ ਇਹ ਫੀਲ ਕਰਨ ਦੀ ਬਜਾਏ ਕਿ ਯਾਰ ਇਹ ਬੰਦਾ ਇਹ ਕੰਮ ਕਿਉਂ ਕਰ ਰਿਹਾ। ਮੈਂ ਪਹਿਲੀ ਇੰਟਰਵਿਊ ਦੇ ਵਿੱਚ ਇੰਦਰਜੀਤ ਦੇ ਨਾਲ ਇਹ ਸਾਂਝਾ ਕੀਤਾ ਸੀ ਕਿ ਜਦੋਂ ਲਿਮੋਜ਼ਿਨ ਚਲਾਉਂਦਾ ਸੀ ਉੱਥੇ ਬ੍ਰੌਡਵੇ ਦੇ ਐਕਟਰਸ ਨੂੰ ਢੋਂਦਾ ਸੀਗਾ। ਸੋ ਉਹ ਜਿਹੜੀ ਚੀਜ਼ ਆ, ਉਹ ਜਿਹੜਾ ਪੈਸ਼ਨ ਸੀਗਾ ਉਹ ਜਾਗਿਆ। ਜਾਗਣ ਤੋਂ ਬਾਅਦ ਦੈਨ ਆਈ ਜਸਟ ਮੂਵ ਮਾਈਸੈਲਫ। ਯੈਸ, ਬਿਲਕੁਲ ਸਹੀ ਹੈ। ਮੈਂ ਇੱਥੇ ਇੱਕ ਐਮੇਚਰ ਗਰੁੱਪ ਜਿਹੜਾ ਉਹ ਮੈਂ ਜੁਆਇਨ ਕੀਤਾ ਸੀਗਾ ਫੀਨਿਕਸਵਿਲ ਪੈਂਸਿਲਵੇਨੀਆ, ਜਦੋਂ ਮੈਂ ਹੁੰਦਾ ਸੀਗਾ। ਬ੍ਰੌਡਵੇ ਸਟਰੀਟ ਦੇ ਉੱਤੇ ਸੀ, ਉਹ ਬ੍ਰੌਡ ਸਟਰੀਟ ਦੇ ਉੱਤੇ ਸੀਗਾ, ਛੋਟਾ ਜਿਹਾ ਇੱਕ ਐਮੇਚਰ ਗਰੁੱਪ ਸੀ, ਉਹਨਾਂ ਦਾ ਆਪਦਾ ਥੀਏਟਰ ਸੀ। ਬਿਲਕੁਲ। ਉਹਨਾਂ ਨੇ ਜਦੋਂ ਮੈਂ ਉੱਥੇ ਗਿਆ, ਉਦੋਂ ਮੈਂ ਰੈਸਟੋਰੈਂਟ 'ਚ ਜੌਬ ਕਰਦਾ ਸੀ, ਮੇਰੇ ਕੋਲ ਕਾਫੀ 15-20 ਸਾਲ ਪੁਰਾਣੀ ਗੱਲ। ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਏਦਾਂ
ਥੋੜਾ ਚਿਰ ਪਹਿਲਾਂ ਇੱਥੇ ਮੂਵ ਹੋਇਆ ਇਸ ਕੰਟਰੀ ਦੇ ਵਿੱਚ। ਇੰਗਲਿਸ਼ ਦੀ ਉਦੋਂ ਜਿਹੜੀ ਆ ਲੈਂਗੁਏਜ ਦੀ ਪ੍ਰੋਬਲਮ ਸੀਗੀ, ਤੇ ਮੈਂ ਉਹਨਾਂ ਨੂੰ ਸਮਝਾਤਾ, ਉਹਨਾਂ ਨੇ ਸਮਝ ਲਿਆ ਬਹੁਤ ਇੰਟਰਸਟਿੰਗਲੀ। ਉਹਨਾਂ ਦਾ ਸਾਰਾ ਗਰੁੱਪ ਜਿਹੜਾ ਨਾ ਮੈਨੂੰ ਸੈਂਟਰ ਦੇ ਵਿੱਚ ਲੈ ਕੇ ਬੈਠਾ, ਬੜੇ ਕੰਫਰਟ ਜ਼ੋਨ ਦੇ ਕੇ ਉਹਨਾਂ ਨੇ ਸਾਰਾ ਕੁਝ ਪੁੱਛਿਆ। ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ MA ਕੀਤੀ ਹੋਈ ਹੈ, ਤਾਂ ਮਤਲਬ ਉਹਨਾਂ ਦਾ ਇਹ ਸੀਗਾ, ਯਾਰ ਓਕੇ ਤੂੰ ਸਾਨੂੰ ਕੀ ਸਿਖਾ ਸਕਦਾ, ਸਾਨੂੰ ਕਿੱਦਾਂ ਸਿਖਾ ਸਕਦਾ, ਹਨਾ। ਪਰ ਮੇਰੀ ਪ੍ਰੋਬਲਮ ਸੀ ਕਿ ਮੈਨੂੰ ਡਿਫਰੈਂਸ ਦੇਖੋ, ਤੁਸੀਂ ਇੱਕ ਬੇਗਾਨੇ ਦੇਸ਼ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਬੈਠੇ ਹੋ ਤੇ ਉਹ ਤੁਹਾਨੂੰ ਕਿੰਨਾ ਰਿਗਾਰਡ ਦਿੰਦੇ ਆ, ਹਨਾ। ਸੋ ਦੈਟਸ ਵਾਟ ਦ ਡਿਫਰੈਂਸ। ਹੁਣ ਮੇਰੀ ਰਾਈਟ, ਤੇ ਸਾਡੇ ਉੱਥੇ ਜਿਹੜਾ ਬੰਦਾ MA ਕਰਕੇ ਘਰੇ ਚਲਾ ਜਾਂਦਾ, ਫਿਰ ਉਹਨੂੰ ਪੁੱਛਦੇ ਵੀ ਅੱਛਾ ਹੁਣ ਤੂੰ ਇਹ ਦੱਸ ਵੀ ਕੰਮ ਕੀ ਕਰਨਾ ਹੈ। ਅੱਛਾ, ਇੱਕ ਕੁਐਸਚਨ ਹੋਰ ਆਇਆ ਹਰਮੀਤ ਸਿੰਘ ਉਹਨਾਂ ਦਾ, ਕਿ ਜੋ ਕਿਸੇ ਯੂਨੀਵਰਸਿਟੀ ਜਾਂ ਕਿਸੇ ਹੋਰ ਅਦਾਲਤ ਤੋਂ ਪਾਸ ਆਊਟ ਹੀ ਐਕਟਰ ਬਣਦਾ ਹੈ, ਜਾਂ ਰੰਗਮੰਚ ਨਾਲ ਜੁੜਿਆ ਵੀ ਐਕਟਰ ਹੋ ਸਕਦਾ? ਜੇ ਚੰਗਾ ਲੱਗੇ ਪਵਨਜੀਤ ਇਹ ਕੁਐਸਚਨ ਕਰਨਾ। ਬਿਲਕੁਲ ਕੁਐਸਚਨ ਉਹਨਾਂ ਦਾ ਬਹੁਤ ਵਧੀਆ, ਕਿ ਜੇ ਕੋਈ ਐਕਟਰ ਆ ਉਹ ਯੂਨੀਵਰਸਿਟੀ ਕਿਸੇ ਡਿਪਾਰਟਮੈਂਟ ਤੋਂ ਸਟੈਂਪ ਤੇ ਲੱਗਣੀ ਜ਼ਰੂਰੀ ਆ, ਕਿ ਉਹ ਬਿਨਾਂ ਸਟੈਂਪ ਤੋਂ ਵੀ ਐਕਟਰ ਬਣ ਸਕਦਾ? ਬਹੁਤ ਸਾਰੇ ਗਰੁੱਪ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਵੱਡੇ ਵੱਡੇ ਐਕਟਰ ਉਹਨਾਂ ਨੇ ਪ੍ਰੋਡਿਊਸ ਕੀਤੇ, ਇੱਥੋਂ ਤੱਕ ਕਿ ਬ੍ਰੌਡਵੇ ਵੀ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਡਿਗਰੀ ਹੋਈ ਹੋਵੇ। ਅਗਰ ਤੁਸੀਂ ਕਿਸੇ ਅੱਛੇ ਗਰੁੱਪ ਦੇ ਨਾਲ ਪਹਿਲਾਂ ਕੰਮ ਕੀਤਾ ਹੋਇਆ, ਬੇਸਡ ਔਨ ਆਡੀਸ਼ਨਸ, ਆਡੀਸ਼ਨ ਇਜ਼ ਅ ਮੇਨ ਥਿੰਗ। ਇੱਥੇ ਸਮਝੌਤਾ ਤਾਂ ਹੈ ਹੀ ਨਹੀਂ ਪਵਨ ਜੀ, ਯੂ ਨੋ ਦੈਟ। ਦੇ ਡੂ ਨਾਟ ਕੰਪਰੋਮਾਈਜ਼, ਦੈਟਸ ਇਟ। ਤੁਹਾਨੂੰ ਅਮਿਤਾਭ ਬੱਚਨ ਦੀ ਲੋੜ ਆ ਤਾਂ ਤੁਸੀਂ ਉਹਨੂੰ ਹੀ ਲਓਗੇ। ਇਹ ਨਹੀਂ ਹੈ ਕਿ ਤੁਸੀਂ ਸਮਝੌਤਾ ਕਰਕੇ ਤੁਸੀਂ ਕਿਸੇ ਹੋਰ ਨੂੰ ਕਬੀ ਖਾਨ ਨੂੰ ਲੈ ਲਓ। ਦੈਟਸ ਦਾ ਹੋਲ ਥਿੰਗ, ਦੈਟਸ ਵਾਟ देयर ਬਾਟਮ ਲਾਈਨ। ਇੱਕ ਕਮਾਲ ਦੀ ਗੱਲ ਜਿਹੜੀ ਇਹ ਹੈ, ਮੈਂ ਆਪਣੀ ਇੱਕ ਛੋਟੀ ਜੀ ਜਿਹੜਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਸਾਂਝਾ ਕਰਦਾ। ਤੁਹਾਨੂੰ ਵੀ ਪਤਾ, ਜਦੋਂ ਆਪਾਂ ਨਿਊਯਾਰਕ ਹੁੰਦੇ ਸੀ, ਮੈਂ ਕੈਨੇਡੀਅਨ ਇਮੀਗ੍ਰੇਸ਼ਨ ਲਈ ਅਪਲਾਈ ਕੀਤਾ ਸੀ ਜਦੋਂ, ਤੇ ਮੈਂ ਨਾ ਸਰਟੀਫਿਕੇਟਸ ਦੇ, ਮੇਰਾ ਖਿਆਲ ਆ ਵੀ ਘੱਟੋ ਘੱਟ 250-300 ਸਰਟੀਫਿਕੇਟ ਉਹ 10-12 ਫਾਈਲਾਂ 'ਚ ਪਾ ਕੇ, ਤੇ ਮੈਂ ਉੱਥੇ ਇਮੀਗ੍ਰੇਸ਼ਨ ਆਫਿਸਰ ਦੇ ਅੱਗੇ ਲੈ ਗਿਆ। ਉਹਨੇ ਸਾਰੇ ਸਰਟੀਫਿਕੇਟ ਦੇਖੇ। ਅਭੀ ਜੀ 3 ਘੰਟੇ ਮੇਰੀ ਇੰਟਰਵਿਊ ਹੋਈ। ਮੈਂ ਵਿੰਡੋ ਦੇ ਇੱਧਰਲੇ ਬੰਨੇ ਖੜਾ, ਉਹ ਅੰਦਰ ਚੇਅਰ ਦੇ ਉੱਤੇ ਬੈਠੀ ਹੈ, ਇਟਾਲੀਅਨ ਲੇਡੀ ਸੀ, ਤੇ ਉਹ ਮੈਨੂੰ ਪੁੱਛ ਰਹੀ ਹੈ, ਓਕੇ ਯੂ ਗਾਟ ਬੈਸਟ ਡਾਇਰੈਕਟਰ ਹੇਅਰ, 10 ਸਰਟੀਫਿਕੇਟਾਂ ਬਾਅਦ ਯੂ ਗਾਟ ਬੈਸਟ ਐਕਟਰ ਹੇਅਰ, 10 ਸਰਟੀਫਿਕੇਟ, ਓਕੇ ਯੂ ਆਰ ਅ ਲਾਈਟ ਡਿਜ਼ਾਈਨਰ ਹੇਅਰ। ਉਹ ਕਹਿੰਦੀ ਵੀ ਓਕੇ, ਇਹ ਤਾਂ ਠੀਕ ਆ, ਵੀ ਤੇਰਾ ਮੇਜਰ ਕੀ ਹੈ? ਵੀ ਤੂੰ ਐਕਟਰ ਆ, ਤੂੰ ਡਾਇਰੈਕਟਰ ਆ, ਜਾਂ ਤੂੰ ਸਟੇਜ ਕਰਾਫਟ ਦਾ ਬੰਦਾ, ਜਾਂ ਤੂੰ ਲਿਟਰੇਚਰ ਦਾ ਬੰਦਾ, ਥੀਏਟਰ ਲਿਟਰੇਚਰ ਦਾ ਬੰਦਾ, ਮਤਲਬ ਤੇਰਾ ਮੇਜਰ ਕੀ ਹੈ? ਮੈਂ ਕਿਹਾ ਵੀ ਮੈਂ ਉਹਨੂੰ ਨਾ, ਮਤਲਬ 3 ਘੰਟੇ ਮੇਰੇ ਇਹੀ ਸਮਝਾਉਣ ਤੇ ਲੱਗ ਗਏ ਵੀ ਡੋਂਟ ਕੰਪੇਅਰ ਇਟ ਟੂ ਦਾ ਬ੍ਰੌਡਵੇ। ਮਤਲਬ ਸਾਡੇ ਉੱਥੇ ਥੀਏਟਰ ਜਿਹੜਾ ਉਹ ਅਜੇ ਇਹਨਾਂ ਹਾਲਾਤਾਂ 'ਚ ਨਹੀਂ ਹੈਗਾ ਵੀ ਇੱਕ ਬੰਦਾ ਇੱਕ ਫੀਲਡ ਚੁੱਕ ਕੇ ਉਹਦੇ 'ਚ ਸਰਵਾਈਵ ਕਰ ਜਾਏ। ਇੱਕ ਐਕਟਰ ਜਿਹੜਾ ਸਿਰਫ ਐਕਟਿੰਗ ਤੇ ਸਰਵਾਈਵ ਕਰ ਜਾਏ, ਉਹਨੂੰ ਹੌਲੀ ਦੁਖੀ ਹੋ ਕੇ ਡਾਇਰੈਕਸ਼ਨ ਵੱਲ ਲਾਉਣਾ ਪੈਂਦਾ। ਉਹਨੂੰ ਕਈ ਵਾਰੀ ਆਪਦੇ ਬਿੱਲ ਦੇਣ ਲਈ ਕਿਸੇ ਹੋਰ ਨਾਟਕ ਦੀਆਂ ਲਾਈਟਸ ਵੀ ਡਿਜ਼ਾਈਨ ਕਰਨੀਆਂ ਪੈਂਦੀਆਂ। ਮਤਲਬ ਮੈਂ 3 ਘੰਟਿਆਂ ਬਾਅਦ ਮੈਂ ਖੁਦ ਉਸ ਲੇਡੀ ਨੂੰ ਕਿਹਾ, ਮੈਂ ਕਿਹਾ, ਯੂ ਨੋ ਮਿਸ, ਫੋਰਗੇਟ ਅਬਾਊਟ ਦਿਸ, ਜਸਟ ਗਿਵ ਮੀ ਮਾਈ ਸਰਟੀਫਿਕੇਟ, ਆਈ ਕੈਨਟ ਐਕਸਪਲੇਨ ਇਟ ਐਨੀਮੋਰ। ਤੇ ਮੈਂ ਆਪਦਾ ਕੇਸ ਜਿਹੜਾ ਉਹ ਵਿਦਡਰਾ ਕਰ ਲਿਆ। ਮਤਲਬ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਤੁਹਾਡਾ ਮੇਜਰ ਜਿਹੜਾ, ਜੇ ਤੁਹਾਡੀ ਲਾਈਟਿੰਗ ਮੇਜਰ ਹੈ, ਤਾਂ ਤੁਹਾਨੂੰ ਲਾਈਟਿੰਗ ਦਾ ਹੀ ਕੰਮ ਦੇਣਗੇ ਉਹਨਾਂ ਨੂੰ। ਜੇ ਤੁਸੀਂ ਐਕਟਰ ਹੋ ਤਾਂ ਤੁਹਾਨੂੰ ਐਕਟਿੰਗ ਵਾਲੇ ਬਣਾਏ। BA ਲੈਵਲ ਤੋਂ ਸ਼ੁਰੂ ਹੋ ਜਾਂਦਾ, ਤੇ MA ਲੈਵਲ ਤੇ ਜਾ ਕੇ ਤਾਂ then they do lot of work, lot of research, lot of analysis, lot of critique। ਉਹਨਾਂ ਨੂੰ ਇੰਨਾ ਗਿਆਨ ਮਿਲ ਜਾਂਦਾ। ਸਾਡੀ ਐਜੂਕੇਸ਼ਨ ਤੇ ਇੱਥੋਂ ਦੀ ਐਜੂਕੇਸ਼ਨ 'ਚ ਇੱਕ ਹੋਰ ਜਿਹੜਾ ਮੇਜਰ ਡਿਫਰੈਂਸ ਮੈਂ ਸਾਂਝਾ ਕਰਨਾ ਚਾਹ ਰਿਹਾ ਰੰਗ ਕਰਮੀਆਂ ਦੇ ਨਾਲ ਵੀ, ਦਰਸ਼ਕਾਂ ਨਾਲ ਵੀ, ਐਕਟਰਸ ਨਾਲ ਵੀ, ਕਿ ਇਹ ਪ੍ਰੈਕਟੀਕਲਿਟੀ ਦੇ ਨਾਲ ਜਿਹੜੀ ਐਕੈਡੈਮਿਕ ਨੌਲੇਜ ਆ ਉਹਨੂੰ ਵੀ ਬਰਾਬਰ ਦੀ ਇੰਪੋਰਟੈਂਸ ਦਿੰਦੇ ਆ। ਇਹ ਨਹੀਂ ਹੈ ਵੀ ਤੁਸੀਂ ਗੁੱਡ ਐਕਟਰ ਹੋ, ਕਿਸੇ ਗੁੱਡ ਐਕਟਰ ਦੇ ਨਾਲ ਤੁਸੀਂ ਐਕਟਿੰਗ ਦੇ ਟੌਪਿਕ ਤੇ ਉਹਨੂੰ ਕੁਐਸਚਨ ਕਰੋ ਤੇ ਤੁਹਾਡੀ ਉਹ ਲਾਈਨ ਲਾ ਦੂਗਾ। ਉਹਨੂੰ ਇੰਨਾ ਗਿਆਨ ਹੋਊਗਾ ਉਸ ਫੀਲਡ ਦਾ, ਉਸ ਆਪਣੇ ਤਜਰਬੇ ਦਾ, ਕਿ ਐਕੈਡੈਮਿਕ ਨੌਲੇਜ, ਬੁਕਿਸ਼ ਨੌਲੇਜ ਵੀ ਇਜ਼ ਇਕੁਅਲ ਇੰਪੋਰਟੈਂਟ ਫॉर ਅ ਸਟੂਡੈਂਟ। ਕੁਝ ਸਟੂਡੈਂਟਸ ਜਿਹੜੇ ਖਿਡਾਰੀ ਨੇ, ਠੀਕ ਹੈ, ਉਹ ਕਈ ਵਾਰੀ ਵਿਚਾਰੇ ਥੱਕੇ ਹੁੰਦੇ ਆ, ਫੀਲਡ 'ਚ ਜਾਣਾ ਹੁੰਦਾ, ਪਰ ਤੁਸੀਂ ਯਕੀਨ ਕਰੋ ਖਿਡਾਰੀ ਨੂੰ ਇਹ ਅਲਾਓ ਆ ਕਿ ਤੂੰ ਆਪਣੀ ਪ੍ਰੈਕਟਿਸ ਕਰ, ਤੂੰ ਆਪਣੀ ਅਗਰ ਤੂੰ ਥੀਏਟਰ ਡਿਪਾਰਟਮੈਂਟ ਜੁਆਇਨ ਕੀਤਾ ਤਾਂ ਤੇਰਾ ਜਿਹੜਾ ਗ੍ਰੇਡ ਆ ਉਹ ਇਸ ਗ੍ਰੇਡ ਤੋਂ ਥੱਲੇ ਡਿੱਗਣਾ ਨਹੀਂ ਚਾਹੀਦਾ। ਹਰ 2 ਮਹੀਨੇ ਬਾਅਦ ਉਹਨਾਂ ਨੂੰ ਰਿਪੋਰਟ ਦੇਣੀ ਪੈਂਦੀ ਆ ਆਪਣੇ ਐਥਲੈਟਿਕ ਡਿਪਾਰਟਮੈਂਟ ਦੇ ਵਿੱਚ। ਮੇਰੇ ਕੋਲ ਆਉਂਦੇ ਆ,
ਸਰ ਉਹ ਪੇਪਰ ਦਿੰਦਿਆਂ ਨੂੰ ਇਸ਼ੂ ਕਰਦੇ ਆ ਕਿ ਆਪਣੀ ਟੀਚਰ ਤੋਂ ਸਿਗਨੇਚਰ ਕਰਾ ਕੇ ਲਿਆ ਕਿ ਇਹਦਾ ਇਸ ਲੈਵਲ ਤੱਕ ਪਹਿਲੇ 4 ਹਫ਼ਤਿਆਂ 'ਚ ਇਹਦਾ ਗ੍ਰੇਡ ਕੀ ਆ। ਸੋ ਕਹਿਣ ਦਾ ਮਤਲਬ ਆ ਕਿ ਅਗਰ ਉਹ ਉਸ ਲੈਵਲ ਤੇ ਨਹੀਂ ਹੈਗਾ ਤਾਂ ਉਹਨੂੰ ਉਹ ਕਲਾਸ ਜਿਹੜੀ ਆ ਵਿਦਡਰਾ ਕਰਨੀ ਪਵੇਗੀ। that's the bottom line। ਅੱਛਾ ਅਭੀ ਜੀ, ਵੀਨਾ ਅਰੋੜਾ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਇੱਕ ਕੁਐਸਚਨ ਹੈ, ਪਲੀਜ਼ ਆਸਕ ਕੁਐਸਚਨ ਟੂ them that what's the difference between professional and commercial theatre according to you? ਕਮਰਸ਼ੀਅਲ ਥੀਏਟਰ ਜਿਹੜਾ ਆਪਾਂ ਉੱਥੇ ਕਹਿੰਦੇ ਆ ਬ੍ਰੌਡਵੇ ਤੇ ਜਿਹੜੀਆਂ ਪ੍ਰੋਡਕਸ਼ਨਸ ਆਪਾਂ ਦੇਖਦੇ ਆ, ਠੀਕ ਹੈ। ਜਿਹੜਾ ਪ੍ਰੋਫੈਸ਼ਨਲ ਥੀਏਟਰ ਆ ਬੇਸਿਕਲੀ ਹਰ ਸਿਟੀ ਦੇ ਵਿੱਚ 3 ਟਾਈਪ ਦੇ ਥੀਏਟਰ ਨੇ ਜਿਹਦੀ ਡਿਵੀਜ਼ਨ ਆਪਾਂ ਬ੍ਰੌਡਵੇ ਤੋਂ ਹੀ ਲੈਂਦੇ ਆ, ਜਿਹੜਾ ਮੇਨ ਸਟ੍ਰੀਮ ਬ੍ਰੌਡਵੇ ਤੋਂ ਹੀ ਆ, which is known as Broadway, and then the second one is off Broadway, and the third one is off Broadway। So ਇਹ 3 ਕੈਟਾਗਰੀਜ਼ ਆਲਮੋਸਟ ਸਾਰੇ ਕੰਟਰੀ 'ਚ ਹੀ ਚੱਲਦੀਆਂ ਨੇ। ਇਹਨਾਂ ਦੀ ਕੈਟਾਗਰੀ ਦੀ ਡਿਵੀਜ਼ਨ ਕਿੱਦਾਂ ਹੋਈ ਆ? ਵਨ ਕਮਰਸ਼ੀਅਲ ਜਿਹੜਾ ਉਹਨਾਂ ਨੇ ਪੁੱਛਿਆ ਕਿ ਜਿਹੜੀਆਂ ਪ੍ਰੋਡਕਸ਼ਨਸ ਮੇਨ ਥੀਏਟਰ ਡਿਸਟ੍ਰਿਕਟ ਦੇ ਵਿੱਚ ਹੁੰਦੀਆਂ ਨੇ, that is called what we call commercial theatre। then the theatre district ਜਿਹੜਾ ਉਹ ਮੈਂ ਥੋੜਾ ਐਡ ਕਰ ਦਿਆਂ, ਥੀਏਟਰ ਡਿਸਟ੍ਰਿਕਟ ਜਿਹੜਾ ਉਹ ਜਿੰਨੇ ਵੀ ਵੱਡੇ ਜਿਹੜੇ ਸ਼ਹਿਰ ਨੇ ਅਮਰੀਕਾ ਦੇ, ਹਰ ਸ਼ਹਿਰ ਦੇ ਵਿੱਚ ਆਪਣਾ ਇੱਕ ਥੀਏਟਰ ਡਿਸਟ੍ਰਿਕਟ ਹੈ। ਰਾਈਟ, ਯੈਸ ਯਾਰ, ਜਿੱਥੇ ਆਲਮੋਸਟ 14 ਤੋਂ ਲੈ ਕੇ 44-50 ਥੀਏਟਰ ਬਿਲਡਿੰਗਸ ਹੋਣਗੀਆਂ, ਜਿੱਥੇ more than 1000 people ਬੈਠ ਕੇ ਐਟ ਏ ਟਾਈਮ ਸ਼ੋ ਦੇਖ ਸਕਦੇ ਆ। ਉਹਨੂੰ ਆਪਾਂ ਬ੍ਰੌਡਵੇ ਕੈਟਾਗਰੀ ਦੇ ਵਿੱਚ ਲੈਂਦੇ ਆ। and then 500 and less people, we call it off Broadway, which is also educational at the same time professional theatre, ਜਿਹਨੂੰ ਆਪਾਂ ਕਹਿੰਦੇ, ਜਿਹੜਾ ਇਹਨਾਂ ਦਾ ਕੁਐਸਚਨ ਆ। ਉਸ ਤੋਂ ਬਾਅਦ off Broadway, which is 99% professional, because ਉਹ experimental theatre ਹੁੰਦਾ, ਉਹ ਐਜੂਕੇਸ਼ਨਲ ਯੂਨੀਵਰਸਿਟੀਆਂ ਦੇ ਸਟੂਡੈਂਟਸ ਲਈ ਹੁੰਦਾ, ਜਾਂ ਕਿਸੇ ਬੰਦੇ ਨੇ ਆਪਣੀ ਪਰਸਨਲ ਐਫਰਟ ਦੇ ਨਾਲ ਉਹ ਥੀਏਟਰ ਗਰੁੱਪ ਕ੍ਰੀਏਟ ਕੀਤਾ ਜਿੱਥੇ ਲੈਸ ਦੈਨ 100 ਪੀਪਲ ਐਟ ਏ ਟਾਈਮ ਬੈਠ ਕੇ ਦੇਖ ਸਕਦੇ ਆ। we may call it professional theatre। so that's the basic difference। ਅੱਛਾ, ਇੱਕ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਕਿ ਅਕੈਡਮਿਕ ਨੌਲੇਜ ਜਿਹੜੀ ਹੈ, ਅਕੈਡਮਿਕ ਤੌਰ ਤੇ ਸਟਰੋਂਗ ਹੋਣਾ ਇੱਕ ਐਕਟਰ ਲਈ ਉਹ ਵੀ ਓਨਾ ਹੀ ਜ਼ਰੂਰੀ ਹੈ ਤੇ ਓਨਾ ਹੀ ਜ਼ਰੂਰੀ ਮੰਨਿਆ ਜਾਂਦਾ। ਵਰਸਸ ਸਾਡੇ ਉੱਥੇ ਬਹੁਤ ਸਾਰੇ ਐਸੇ ਐਕਟਰ ਨੇ ਜਿਹੜੇ ਬਹੁਤ ਵਧੀਆ ਐਕਟਰ ਨੇ, ਤੇ ਜੇ ਉਹਨਾਂ ਨੂੰ ਇਹ ਕਹੀਏ ਵੀ ਉਹਨਾਂ ਦੀ ਅਕੈਡਮਿਕ ਨੌਲੇਜ ਜਿਹੜੀ ਹੈ ਉਹ ਜ਼ੀਰੋ ਹੈ, ਤੇ ਉਹ ਇਹ ਸਮਝ ਜਾਂਦੇ ਕਿ ਨਹੀਂ ਯਾਰ ਮੈਂ ਐਕਟਰ ਵਧੀਆ, ਬਸ ਠੀਕ ਆ, ਮੇਰਾ ਕੰਮ ਐਕਟਿੰਗ ਕਰਨਾ, ਮੈਨੂੰ ਪੜ੍ਹਨ ਤੋਂ ਮੈਂ ਕੀ ਲੈਣਾ। ਪੜ੍ਹਨ ਦਾ ਜਿਹੜਾ ਕਲਚਰ ਆ, that is also very important in our culture। ਅੱਛਾ, ਹੁਣ ਜਿਹੜਾ ਬੰਦਾ ਪੜ੍ਹਦਾ ਹੈ, ਠੀਕ ਆ, ਨੈਚੁਰਲੀ ਉਹ ਨਾਟਕ ਤੋਂ ਬਿਨਾਂ ਜਾਂ ਨਾਟਕ ਦੀਆਂ ਸਕ੍ਰਿਪਟਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਕਿਰਦਾਰਾਂ ਨੂੰ ਉਹ ਵੇਖਦਾ, ਵੱਖਰੀਆਂ ਸਟੋਰੀਜ਼ ਦੇ ਵਿੱਚ, ਵੱਖਰੇ ਨਾਵਲਾਂ ਦੇ ਵਿੱਚ ਤੁਹਾਨੂੰ ਹੋਰ ਕਿਰਦਾਰ ਜਿਹੜੇ ਨੇ ਉਹਨਾਂ ਦੇ ਕਰੈਕਟਰ ਜਿਹੜੇ ਉਹ ਤੁਹਾਨੂੰ ਮਿਲਦੇ ਆ ਆਪਣੀ ਸਟੇਜ ਦੇ ਉੱਤੇ ਕਰਨ ਦੇ ਲਈ। ਅੱਛਾ, ਇੱਕ ਅਭੀ ਜੀ, ਜਿਹੜੀ ਲਾਈਟਿੰਗ ਹੈ ਜਾਂ ਜਿਹੜਾ ਸਟੇਜ ਕਰਾਫਟ ਦੇ ਵਿੱਚ ਆਪਾਂ ਕਹ ਲਈਏ ਡਿਜ਼ਾਈਨਿੰਗ ਹੈ ਸਟੇਜ ਦੇ ਉੱਤੇ, ਇਹ ਇੱਥੇ ਜਿਹੜਾ ਡਾਇਰੈਕਟਰ ਹੈ ਉਹਦਾ ਹੀ ਇਹ ਹੈਗਾ ਮੇਨ ਮੋਟਿਵ, ਤੇ ਉਹਨੇ ਹੀ ਸਾਰਾ ਕੁਝ ਕਰਨਾ, ਜਾਂ ਵੱਖਰੇ ਹੈਂਡ ਜਿਹੜੇ ਆ, ਜਿਹੜੇ ਪ੍ਰੋਫੈਸ਼ਨਲ ਬੰਦੇ ਆ ਉਹ ਤੁਹਾਨੂੰ ਮਿਲਦੇ ਆ ਤੇ ਉਹ ਆਪਣਾ ਆਊਟਪੁੱਟ ਦਿੰਦੇ ਆ, ਕਿਉਂਕਿ ਇਸ ਪ੍ਰੋਡਕਸ਼ਨ ਨੂੰ ਕਰਨ ਦੇ ਲਈ ਆ ਸਾਰਾ ਕੁਝ ਆਪਾਂ ਐਡ ਕਰ ਸਕਦੇ ਹਾਂ। ਜਦੋਂ ਸਕ੍ਰਿਪਟ ਸਿਲੈਕਟ ਹੋ ਗਈ ਤਾਂ ਜਿੰਨੇ ਵੀ ਪ੍ਰੋਡਕਸ਼ਨ ਦੇ ਕਰੂ ਨੇ, ਜਿਨ੍ਹਾਂ ਦੇ ਵਿੱਚ ਸੈਟ ਡਿਜ਼ਾਈਨਰ ਹੋ ਗਿਆ, ਮਿਊਜ਼ਿਕ ਡਿਜ਼ਾਈਨਰ ਹੋ ਗਿਆ, ਕਾਸਟਿਊਮ ਡਿਜ਼ਾਈਨਰ ਹੋ ਗਿਆ, ਉਹਨਾਂ ਦੀ ਸਿਟਿੰਗ ਹੁੰਦੀ ਹੈ ਡਾਇਰੈਕਟਰ ਦੇ ਨਾਲ। ਉਹ ਉਹਦਾ ਥੀਮ ਦੱਸਦਾ ਉਹਨਾਂ ਨੂੰ, ਉਹਦਾ ਬੇਸਿਕ ਸਟੋਰੀ ਉਹਨਾਂ ਦੇ ਨਾਲ ਸਾਂਝੀ ਕਰਦਾ, ਔਰ ਉਸ ਤੋਂ ਬਾਅਦ ਉਹਦਾ ਜਿਹੜਾ ਪ੍ਰੋਸੈਸ ਵਿਦ ਸਟੂਡੈਂਟਸ ਸ਼ੁਰੂ ਹੋ ਜਾਂਦਾ। ਤੇ ਸਟੂਡੈਂਟਸ, ਜਿਵੇਂ ਆਪਾਂ ਮੈਡਮ ਬਹਿਲ ਆਪਾਂ ਤੋਂ ਪੁੱਛਦੀ ਹੁੰਦੀ ਸੀ ਕਿ ਇੱਥੇ ਬੇਟੇ ਕੀ ਕਰ ਸਕਦੇ ਆ, ਇੱਥੇ ਕਿਹੜਾ ਰੰਗ ਹੋ ਸਕਦਾ ਇੱਥੇ। ਸੋ ਦੈਟਸ ਵਾਟ ਆਈ ਆਸਕ them to involve them after sharing, after their output। ਬਕਾਇਦਾ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ, ਉਹ ਉਹਦੇ ਤੇ ਕੰਮ ਕਰਦੇ ਆ, ਉਹ ਕੰਮ ਲਿਖ ਕੇ ਦਿੰਦੇ ਆ, ਪ੍ਰਿੰਟ ਕਰਕੇ ਦਿੰਦੇ ਆ, ਦੈਨ ਉਸ ਕੰਮ ਦੇ ਵਿੱਚੋਂ ਨਿਚੋੜ ਕੱਢੀਦਾ, ਉਹਨੂੰ ਸ਼ਾਰਟ ਲਿਸਟ ਕਰੀਦਾ। then again we sit down with the designers ਕਿ this is what we want it,
ਹੁਣ ਉਸ ਵਾਂਟ ਦੇ ਵਿੱਚ ਉਹਨਾਂ ਨੇ ਆਪਣੀ ਐਕਸਪਰਟੀਜ਼ ਦੇਣੀ ਹੈ ਤੇ ਜੋ ਸਾਨੂੰ ਚਾਹੀਦਾ ਹੁੰਦਾ ਦੈਨ ਦੇ ਮੇਕ ਇਟ। ਸਾਡੀ ਥਾਟ ਪ੍ਰੋਸੈਸ ਨੂੰ ਉਹ ਪ੍ਰੈਕਟੀਕਲ ਰੂਪ ਦੇ ਦਿੰਦੇ ਆ। ਦੈਟਸ ਦ ਬੇਸਿਕ। ਮੇਰਾ ਖਿਆਲ ਹੈ ਕਿ ਤੁਸੀਂ ਮੈਡਮ ਬਹਿਲ ਹੁਣਾਂ ਦੀ ਗੱਲ ਕੀਤੀ ਹੈ ਨਾ, ਮੈਨੂੰ ਲੱਗਦਾ ਵੀ ਮੈਡਮ ਬਹਿਲ ਦਾ ਐਕਸਪੋਜ਼ਰ ਜਿਹੜਾ ਬਾਹਰਲੀ ਦੁਨੀਆ ਦੇ ਨਾਲ ਇੰਨਾ ਜ਼ਿਆਦਾ ਹੈ ਕਿ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ, ਉਹਨਾਂ ਦੀ ਡਾਇਰੈਕਟੋਰੀਅਲ ਐਕਸਪਰਟੀ ਦੇ ਵਿੱਚ ਜਿਹੜੀ ਆ ਉਹ ਹੋਰ ਜ਼ਿਆਦਾ ਉਹਨੂੰ ਨਿਖਾਰਦੀ ਹੈ। ਉਹਨਾਂ ਨੂੰ ਪਤਾ ਕਿ ਓਕੇ ਮੈਂ ਪਵਨ ਨੂੰ ਕਿਹੜੇ ਐਂਗਲ ਨਾਲ ਹੈਂਡਲ ਕਰਨਾ, ਮੈਂ ਅਵੀ ਨੂੰ ਕਿਹੜੇ ਹੈਂਡਲ ਨਾਲ ਹੈਂਡਲ ਕਰਨਾ, ਮੈਂ ਇਸ ਬੰਦੇ ਨੂੰ ਕਿੱਦਾਂ ਹੈਂਡਲ ਕਰਨਾ। ਮਤਲਬ ਹਰ ਕਰੈਕਟਰ ਨੂੰ, ਹਰ ਐਕਟਰ ਨੂੰ ਉਹਨਾਂ ਨੂੰ ਪਤਾ ਕਿ ਮੈਂ ਕਿਸ ਤਰੀਕੇ। ਇਹ ਜਿਹੜੀ ਜਾਣਕਾਰੀ ਹੈ ਤੁਸੀਂ ਤਾਂ ਹੀ ਤੁਹਾਨੂੰ ਇਹ ਅਨੁਭਵ ਜਿਹੜਾ ਆ ਸਕਦਾ ਜੇ ਤੁਸੀਂ ਮਤਲਬ ਬਹੁਤ ਵੱਡੇ ਲੈਵਲ ਤੇ ਤੁਸੀਂ ਬਾਹਰਲੀ ਦੁਨੀਆ ਦੇ ਵਿੱਚ ਵਿਚਰੇ ਹੋ ਤੇ ਤੁਸੀਂ ਬਹੁਤ ਤੁਹਾਡੀ ਰੀਡਿੰਗ, ਤੁਹਾਡੀ ਅਕੈਡਮਿਕ ਨੌਲੇਜ ਜਿਹੜੀ ਹੈ ਬਹੁਤ ਜ਼ਿਆਦਾ। ਸੋ ਇਹਦੇ ਲਈ ਮੈਂ ਸ਼ੁਕਰੀਆ ਵੀ ਕਰਦਾ ਮੈਡਮ ਬਹਿਲ ਹੁਣਾਂ ਦਾ। ਹੋਰ ਸਾਡੇ ਕੋਈ ਦਰਸ਼ਕ ਜਿਹੜੇ ਨੇ, ਡਾਲੀ ਦਲਜੀਤ ਜੀ ਵੀ ਕਹਿ ਰਹੇ ਨੇ ਨਵਨਿੰਦਰਾ ਬਹਿਲ ਮੈਮ ਦ ਬੈਸਟ। ਤੇ ਅੱਛਾ ਵੀ ਜੀ, ਕੋਈ ਹੋਰ ਜਿਹੜੀ ਮੇਨ ਤੁਹਾਨੂੰ ਲੱਗੀ ਹੋਵੇ, ਕੋਈ ਮੇਨ ਫਰਕ ਜਿਹੜਾ ਤੁਸੀਂ ਉੱਥੇ ਸਟੱਡੀ ਵੀ ਕੀਤੀ ਹੈ, ਤੁਸੀਂ ਇੱਥੇ ਪ੍ਰੋਡਕਸ਼ਨ ਵੀ ਕੀਤੀਆਂ, ਤੁਸੀਂ ਇੱਥੇ ਪੜ੍ਹਾਉਣੇ ਵੀ ਹੋ ਤੇ ਇੱਥੇ ਪ੍ਰੋਡਕਸ਼ਨ ਵੀ ਕੀਤੀਆਂ, ਕੋਈ ਹੋਰ ਐਸਾ ਫਰਕ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੋਵੇ ਸਿਵਾਏ ਇਸ ਤੋਂ ਕਿ ਉੱਥੇ ਨਾਟਕ ਕਰਨ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪੈਂਦਾ ਕਿਉਂਕਿ ਇਹਦੇ ਲਈ ਆਪਾਂ ਫੰਡ ਕਿੱਦਾਂ ਅਰੇਂਜ ਕਰਨੇ ਆ, ਜਾਂ ਕਿਹੜੇ ਡਿਪਾਰਟਮੈਂਟ ਦੀਆਂ ਜਾ ਕੇ ਮਿੰਨਤਾਂ ਕਰਨੀਆਂ ਤੇ ਜਾਂ ਕਿਹੜੇ ਡਿਪਾਰਟਮੈਂਟ 'ਚ ਕੌਣ ਕਿਹਨੂੰ ਜਾਣਦਾ, ਫਿਰ ਉਹਦੇ ਥਰੂ ਆਪਾਂ ਪੈਸੇ ਅਰੇਂਜ ਕਰਨੇ ਆ। ਮਤਲਬ ਅੱਧੀ ਐਨਰਜੀ ਜਿਹੜੀ ਆ ਅਸੀਂ ਉੱਧਰ ਵੇਸਟ ਕਰ ਦਿੰਦੇ ਹਾਂ। ਇਹ ਤੋਂ ਬਿਨਾਂ ਹੋਰ ਕਿਹੜੀ ਚੀਜ਼ ਤੁਹਾਨੂੰ ਜਿਹੜੀ ਲੱਗਦੀ ਹੈ ਵੱਖਰੀ ਹੋ ਸਕਦੀ ਹੈ? ਵੱਖਰੀ ਪਵਨ ਜੀ, ਦਰਸ਼ਕ ਦਾ ਜਿਹੜਾ ਰਿਸਪੌਂਸ ਆ ਜਾਂ ਦਰਸ਼ਕ ਦੀ ਜਿਹੜੀ ਗੈਲਰੀ ਆ ਉਹਦੇ ਤੇ ਆਪਣੇ ਦਰਸ਼ਕਾਂ ਦੇ ਵਿੱਚ ਵੀ ਬਹੁਤ ਵੱਡਾ ਫਰਕ ਆ। ਉਹ ਫਰਕ ਇਸ ਲਈ ਆ ਕਿ ਆਪਾਂ ਕਹਿੰਦੇ ਇੱਕ ਐਟੀਕੁਏਟ ਜਿਹੜਾ ਉਹ ਦੇ ਨੋ ਇਟ ਕਿ ਅਸੀਂ ਐਂਟਰੀ ਕਦੋਂ ਕਰਨਾ, ਦੇ ਨੋ ਇਟ ਅੰਦਰ ਬੈਠ ਕੇ ਅਸੀਂ ਬਿਹੇਵ ਕਿੱਦਾਂ ਕਰਨਾ, ਜਿਹਨੂੰ ਅਸੀਂ ਕਹਿੰਦੇ ਆ ਪੈਸਿਵ ਆਡੀਅੰਸ। ਸੋ ਪੈਸਿਵ ਆਡੀਅੰਸ ਦਾ ਜਿਹੜਾ ਇੱਕ ਰੈਗੂਲਰ ਲੇਮੈਨ ਨੂੰ ਵੀ ਪਤਾ, ਐਜੂਕੇਟਡ ਬੰਦੇ ਨੂੰ ਤਾਂ ਪਤਾ ਹੀ ਪਤਾ। ਤੇ ਅਗਰ ਸਟੂਡੈਂਟਸ ਦੀ ਪ੍ਰੋਡਕਸ਼ਨ ਦਾ ਡਿਪਾਰਟਮੈਂਟ ਦੇ ਬਾਹਰ ਸਾਡੀ ਮੇਨ ਰੋਡ ਦੇ ਉੱਤੇ ਵੱਡਾ ਪੋਸਟਰ ਲੱਗ ਜਾਂਦਾ, ਵੱਡਾ ਚੌਂਕ ਦੇ ਵਿੱਚ, ਕਿ ਇਹ ਪ੍ਰੋਡਕਸ਼ਨ ਇਸ ਦਿਨ ਤੋਂ ਇਸ ਦਿਨ ਤੱਕ ਲੱਗ ਰਹੀ ਹੈ। ਸੋ ਸਟੂਡੈਂਟਸ rather than ਖਲਬਲੀ ਮਚਾਉਣ, rather than they promote that production at the same time they help the production। ਜਦ ਅੱਜ ਸ਼ਾਮ ਨੂੰ ਠੀਕ ਹੈ ਕਾਫੀ ਪੀਣ ਤੋਂ ਬਾਅਦ let's go to see their production। That's the main difference, not only from acting point of view, production point of view, but darshak point of view also there is a big difference। ਕਿ ਤੁਸੀਂ ਅਗਰ ਉਹਨੂੰ ਦੇਖਣ ਜਾ ਰਹੇ ਹੋ that means you are totally devoted to it, ਨਾ ਕਿ ਕਿਸੇ ਦੇ ਕਹਿਣ ਤੇ ਜਾ ਰਹੇ ਹੋ ਜਾਂ ਟਾਈਮ ਪਾਸ ਕਰਨ ਲਈ ਜਾ ਰਹੇ ਹੋ। that's the difference। ਪਿਛਲੇ ਸਾਲ ਮੈਂ ਵਿਦ ਫੈਮਿਲੀ ਇੱਕ ਪ੍ਰੋਡਕਸ਼ਨ ਦੇਖਣ ਗਿਆ ਕ੍ਰਿਸਮਸ ਦੇ ਦਿਨਾਂ ਦੇ ਵਿੱਚ, ਹੋਲ ਫੈਮਿਲੀ। ਉਹ ਜਿਹੜਾ ਥੀਏਟਰ ਆ ਡਾਊਨਟਾਊਨ ਦੇ ਵਿੱਚ, ਉਹਦਾ ਨਾਮ ਆ ਟਰਸਟਸ ਥੀਏਟਰ। ਉਹ ਥੀਏਟਰ ਕੀ ਆ ਕਿ ਬੈਂਚਾਂ ਲੱਗੀਆਂ ਹੋਈਆਂ ਨੇ ਔਰ ਪਿੱਛੇ ਨਾਲ ਹੀ ਅਟੈਚਡ ਕਾਫੀ ਹਾਊਸ ਆ, ਬਕਾਇਦਾ ਬੀਅਰ ਬਾਰ ਵੀ ਨਾਲ ਹੀ ਆ, ਸਨੈਕਸ ਵੀ ਨਾਲ ਹੀ ਆ। ਬੈਂਚਾਂ ਡਿਜ਼ਾਈਨ ਇਸ ਤਰੀਕੇ ਨਾਲ ਕੀਤੀਆਂ ਹੋਈਆਂ ਨੇ ਕਿ ਤੁਸੀਂ ਲੱਤਾਂ ਪਸਾਰ ਕੇ ਥੀਏਟਰ ਦੇਖ ਸਕਦੇ ਹੋ। ਤੁਸੀਂ ਯਕੀਨ ਕਰੋਗੇ there is enough space to pass on, to buy your beer, bring your beer on your desk, bring your popcorn। ਇਸ ਦੇ ਬਾਵਜੂਦ ਵੀ ਪਿਨ ਡ੍ਰੌਪ ਸਾਇਲੈਂਸ ਦੇ ਨਾਲ ਉਹ ਸਾਰੀ ਪ੍ਰੋਡਕਸ਼ਨ ਚੱਲਦੀ। that was an amazing experience for me। ਮੈਂ ਉਹੀ ਤੁਹਾਨੂੰ ਦੱਸਣ ਲੱਗਾ ਸੀਗਾ ਮੈਨੂੰ। ਹਾਂ, ਕਿ ਤੁਸੀਂ ਆਪਣੀ ਬੀਅਰ ਵੀ ਬਾਏ ਕਰਨ ਜਾ ਰਹੇ ਹੋ ਔਰ ਕੋਈ ਡਿਸਟਰਬ ਵੀ ਨਹੀਂ ਹੋ ਰਿਹਾ ਔਰ ਸਾਇਲੈਂਟ ਪਿਨ ਡ੍ਰੌਪ ਸਾਇਲੈਂਸ। ਉਹਨਾਂ ਦੇ ਕੋਈ ਸਪੀਕਰ ਸਿਸਟਮ ਵੀ ਨਹੀਂ ਸੀਗਾ। ਸੋ ਇਟ ਵਾਜ਼ ਲਾਈਵ, ਪਿਓਰ ਲਾਈਵ ਥੀਏਟਰ ਪ੍ਰੋਡਕਸ਼ਨ। ਉਹਦੇ ਤੇ ਮੂਵੀ ਵੀ ਬਣੀ ਹੋਈ ਹੈ ਕ੍ਰਿਸਮਸ ਕੈਰਲ, ਉਹ ਸਟੋਰੀ ਉਹਨਾਂ ਨੇ ਇਨੈਕਟ ਕੀਤੀ ਸੀ ਸਟੇਜ ਦੇ ਉੱਤੇ। ਸੋ ਮੈਨੂੰ ਯਾਦ ਹੈ, ਮੈਂ ਨਾ ਜਦੋਂ ਪਹਿਲੀ ਵਾਰ ਪ੍ਰੋਡਕਸ਼ਨ ਦੇਖਣ ਗਿਆ ਬ੍ਰੌਡਵੇ ਦੇ ਉੱਤੇ ਤੇ ਮੇਰੇ ਜੀਨ ਪਾਈ ਹੋਈ ਸੀਗੀ ਤੇ ਟੀ-ਸ਼ਰਟ ਪਾਈ ਹੋਈ ਸੀ ਤੇ ਮੈਂ ਉੱਥੇ ਬ੍ਰੌਡਵੇ ਤੇ ਜਿਹੜਾ ਇੱਕ ਬੂਥ ਹੁੰਦਾ ਜਿੱਥੇ ਉਸੇ ਵੇਲੇ ਟਿਕਟਸ ਜਿਹੜੀਆਂ ਕੈਂਸਲ ਹੋਈਆਂ ਹੁੰਦੀਆਂ ਤੁਸੀਂ ਉਹ ਖਰੀਦ ਸਕਦੇ ਹੋ। ਮੈਂ ਉਹ ਖਰੀਦ ਕੇ ਟਿਕਟ, ਮੈਂ ਤੇ ਮੇਰੀ ਵਾਈਫ, ਅਸੀਂ ਉਹ ਨਾਟਕ ਦੇਖਣ ਚਲੇ ਗਏ। ਤੇ ਅਸੀਂ ਜਦੋਂ ਅੰਦਰ ਗਏ ਤੇ ਮਤਲਬ ਮੇਰਾ ਖਿਆਲ ਸਾਡੇ ਬਿਨਾਂ ਜਿਹੜੇ
ਗੇਟ ਤੇ ਟਿਕਟਾਂ ਚੈੱਕ ਕਰਨ ਵਾਲੇ ਵੀ ਸੀਗੇ, ਉਹ ਸਭ ਮਤਲਬ ਇੰਨੇ ਫਾਰਮਲੀ ਡਰੈਸਅਪ ਹੋ ਕੇ ਖੜੇ ਸੀ। ਅੱਛਾ, ਮੈਂ ਪਹਿਲੀ ਵਾਰੀ ਬ੍ਰੌਡਵੇ ਤੇ ਕੋਈ ਪ੍ਰੋਡਕਸ਼ਨ ਦੇਖਣ ਗਿਆ ਸੀ, ਮੈਨੂੰ ਨਹੀਂ ਸੀ ਪਤਾ ਉਹਨਾਂ ਦੇ ਕਲਚਰ ਦਾ। ਮਤਲਬ ਮੈਂ ਸਾਰੀ ਪ੍ਰੋਡਕਸ਼ਨ ਦੇ ਵਿੱਚ ਮੈਂ ਇੰਨਾ ਅਨਕੰਫਰਟੇਬਲ ਹੋ ਕੇ ਬੈਠਾ ਰਿਹਾ ਕਿ ਯਾਰ ਵੀ ਹੋ ਕੇ ਫਿਰ ਮੈਨੂੰ ਪਤਾ ਲੱਗਾ ਯਾਰ ਇਹਨਾਂ ਦਾ ਜਿਹੜਾ ਕਲਚਰ ਆ। ਅੱਛਾ, ਜਦੋਂ ਪ੍ਰੋਡਕਸ਼ਨ ਖਤਮ ਹੋਈ ਹਨਾ, ਪ੍ਰੋਡਕਸ਼ਨ ਦੇ ਜਦੋਂ ਇੰਟਰਵਲ ਹੋਇਆ, ਹਰ ਬੰਦੇ ਬਾਹਰ ਜਾ ਕੇ ਹਨਾ ਉਹ ਆਪਦਾ ਵਾਈਨ ਦੀ ਸਿਪ ਲਾ ਰਹੇ ਆ, ਤੇ ਉਸ ਤੋਂ ਬਾਅਦ ਪ੍ਰੋਡਕਸ਼ਨ ਸ਼ੁਰੂ ਹੋਈ, ਆ ਕੇ ਅੰਦਰ ਬੈਠ ਕੇ ਪ੍ਰੋਡਕਸ਼ਨ ਸ਼ੁਰੂ ਹੋ ਗਈ, ਪ੍ਰੋਡਕਸ਼ਨ ਖਤਮ ਹੋਈ, ਥੱਲੇ ਉਤਰੇ ਤੇ ਉੱਥੇ ਲਿਮੋਜਨਸ ਜਿਹੜੀਆਂ ਉਹ ਆ ਰਹੀਆਂ ਉਹਨਾਂ ਨੂੰ ਪਿਕ ਕਰਨ ਲਈ। ਮੈਂ ਕਿਹਾ ਵੀ ਸਾਡੇ ਤਾਂ ਮਤਲਬ ਉੱਥੇ ਮੈਨੂੰ ਲੱਗਦਾ ਵੀ ਥੀਏਟਰ ਵਾਲੇ ਕਲਾਕਾਰਾਂ ਦਾ ਤਾਂ ਅਜੇ ਲਿਮੋ ਦਾ ਸਫ਼ਰ ਬਹੁਤ ਦੂਰ ਹੈ, ਵੀ ਮਤਲਬ ਮੈਨੂੰ ਲੱਗਦਾ ਵੀ ਕੋਈ ਸਿੰਗਰ ਵੀ ਅਜੇ ਲਿਮੋ 'ਚ ਨਹੀਂ ਆਉਂਦੇ ਹੋਣੇ। ਤੇ ਇਹ ਬਾਕੀ ਇਹਨਾਂ ਦਾ ਇੱਕ ਕਲਚਰ ਜਿਹੜਾ ਨਾ ਕਿਸੇ ਵੀ ਕੰਮ ਦਾ ਹੋਵੇ, ਇੱਕ ਕਲਚਰ ਬਿਲਡ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋਫੈਸ਼ਨਲਿਜ਼ਮ ਕਹਿ ਲਓ ਜਾਂ ਇੱਕ ਮਤਲਬ ਰਵਾਇਤ ਕਹਿ ਲਓ। ਜਿਵੇਂ ਆਪਾਂ ਜਦੋਂ ਡਿਪਾਰਟਮੈਂਟ ਸੀਗੇ, ਆਪਾਂ ਉਦੋਂ ਇੱਕ ਕੋਸ਼ਿਸ਼ ਕੀਤੀ ਸੀ ਕਿ ਮਹੀਨੇ 'ਚ 2 ਦਿਨ ਅਸੀਂ ਨਾਟਕ ਕਰਿਆ ਕਰਾਂਗੇ ਟਿਕਟ ਦੇ ਉੱਤੇ। ਤੇ ਉਹਦੇ 'ਚ ਮੈਨੂੰ ਯਾਦ ਹੈ ਇੱਕ ਵਾਰੀ, ਮਾਫ ਕਰਨਾ ਮੈਨੂੰ ਗੰਭੀਰ ਸਾਹਿਬ, ਮੈਂ ਅੱਜ ਮਾਫੀ ਮੰਗ ਰਿਹਾ ਤੁਹਾਡੇ ਤੋਂ। ਮੈਂ ਇੱਕ ਵਾਰ ਗੰਭੀਰ ਸਾਹਿਬ ਹੁਣੀ ਸਾਡੇ ਡਿਪਾਰਟਮੈਂਟ ਦੇ ਪ੍ਰੋਫੈਸਰ ਸੀ, ਉਹਨਾਂ ਨੇ ਟਿਕਟ ਨਹੀਂ ਸੀ ਲਈ ਤੇ ਮੈਂ ਉਹਨਾਂ ਨੂੰ ਮੋੜਤਾ ਸੀ ਵਾਪਸ ਕਿ ਨਹੀਂ ਤੁਸੀਂ ਸਾਡੀ ਟਿਕਟ ਲਓ ਫਿਰ ਅੰਦਰ ਆ ਸਕਦੇ। ਤੇ ਮਤਲਬ ਇੱਕ ਕਲਚਰ ਜਿਹੜਾ ਉਹ ਕਿਸੇ ਵੀ ਕੰਮ ਦੇ ਲਈ ਜਿਹੜਾ ਇੱਕ ਰਵਾਇਤ ਕਲਚਰ ਉਹ ਬਿਲਡ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹ ਬਿਲਡ ਜਿਹੜਾ ਉਹ ਰੰਗਕਰਮੀਆਂ ਨਹੀਂ ਕਰਨਾ। ਬਿਲਕੁਲ ਜੀ, ਬਿਲਕੁਲ। ਹੁਣ ਆਪਣੀਆਂ ਪ੍ਰੋਡਕਸ਼ਨਾਂ ਤੋਂ ਪਹਿਲਾਂ ਮੇਰਾ ਖਿਆਲ ਨਹੀਂ ਕਿ ਗੈਲਰੀ ਦੇ ਵਿੱਚ ਉਹਦੀਆਂ ਪਿਕਚਰਾਈਜੇਸ਼ਨਸ ਲੱਗਦੀਆਂ ਹੁੰਦੀਆਂ ਸੀ। ਇਟਸ ਟ੍ਰੈਡੀਸ਼ਨ ਵੀ ਸਟਾਰਟਡ ਇਟ ਕਿ ਪੂਰਾ ਬਕਾਇਦਾ ਸਾਰੀ ਪ੍ਰੋਡਕਸ਼ਨ ਦੀਆਂ ਬਿਗ ਪਿਕਚਰਸ ਪਟਿਆਲਾ ਤੋਂ ਜਿਹੜੇ ਮਸ਼ਹੂਰ ਸਟੂਡੀਓ ਵਾਲੇ ਭਾਜੀ ਸੀਗੇ ਉਹ ਉੱਥੇ ਆਉਂਦੇ ਸੀਗੇ, ਆਪਣੀਆਂ ਪਿਕਚਰਸ ਖਿੱਚਦੇ ਸੀ, ਉਹਦੇ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਪਿਕਚਰਸ ਸਾਰੀਆਂ ਲੱਗਦੀਆਂ ਸੀਗੀਆਂ। ਸੋ that was a kind of passion ਕਿ ਯਾਰ how we can make it more professional, how we can make it more authentic, how we can make it more realistic. So that was our effort when we were there in 92. ਬੌਬੀ ਹੁਣਾਂ ਦਾ ਇੱਕ ਕੁਐਸਚਨ ਹੈ ਕਿ ਆਡੀਅנס ਫੁੱਲ ਲੈਂਥ ਪਲੇ ਪਸੰਦ ਕਰਦੇ ਨੇ ਜਾਂ ਯੂਥ ਫੈਸਟੀਵਲ ਟਾਈਪ। ਬੌਬੀ ਜੀ, ਯੂਥ ਫੈਸਟੀਵਲ ਵਾਲਾ ਕਲਚਰ ਜਿਹੜਾ ਉਹ ਇੱਥੇ ਨਹੀਂ ਹੈਗਾ। ਇੱਥੇ ਜਦੋਂ ਕੋਈ ਬੰਦਾ ਨਾਟਕ ਦੇਖਣ ਜਾਂਦਾ ਤੇ ਉਹ ਕਹਿੰਦਾ ਕਿ ਓਕੇ ਮੇਰੇ ਜਿਹੜੇ 3 ਘੰਟੇ ਨੇ ਉਹ ਵਧੀਆ ਸਪੈਂਡ ਹੋਣੇ ਚਾਹੀਦੇ ਨੇ, ਉਹਦੀ ਆਊਟਪੁੱਟ ਵਧੀਆ ਹੋਣੀ ਚਾਹੀਦੀ। ਸੋ ਇੱਥੇ ਫੁੱਲ ਲੈਂਥ ਪਲੇ ਦਾ ਹੀ ਕਲਚਰ ਹੈ। ਸ਼ਾਰਟ ਪਲੇ ਜਿਹੜੇ ਨੇ ਉਹ ਕੋਈ ਐਕਟਰ ਜਾਂ ਕੋਈ ਡਾਇਰੈਕਟਰ ਜੇ ਜਾਣ ਕੇ ਕਰਨਾ ਚਾਹੇ ਐਕਸਪੈਰੀਮੈਂਟਲ ਪੁਆਇੰਟ ਆਫ ਵਿਊ ਨਾਲ ਹਾਂ ਹੁੰਦੇ ਆ, ਪਰ ਯੂਥ ਫੈਸਟੀਵਲ ਟਾਈਪ ਨਹੀਂ ਹੁੰਦੇ। ਜਿਵੇਂ ਇੱਕ ਨਾਟਕ ਮੈਂ ਦੇਖਿਆ ਸੀਗਾ ਲਾਸ ਵੇਗਸ ਦੇ ਵਿੱਚ, ਉਹ 15 ਮਿੰਟ ਦਾ ਪਲੇ ਸੀ ਤੇ 15 ਮਿੰਟ ਦੇ ਪਲੇ ਦੇ ਵਿੱਚ ਸਿਰਫ ਇੱਕ ਕਰੈਕਟਰ ਸਟੇਜ ਦੇ ਇਧਰੋਂ ਦੂਜੇ ਬੰਨੇ ਨਿਕਲ ਜਾਂਦਾ, ਦੈਟਸ ਇਟ, ਉਹ ਨਾਟਕ ਖਤਮ। ਮਤਲਬ ਉਹ ਜੇ ਕੋਈ ਐਕਸਪੈਰੀਮੈਂਟਲ ਥੀਏਟਰ ਦੇ ਤੌਰ ਤੇ ਕਰਨਾ ਚਾਹਵੇ ਤਾਂ ਜ਼ਰੂਰ ਹੁੰਦਾ। ਜਿਵੇਂ ਇੱਕ ਪ੍ਰੋਡਕਸ਼ਨ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਵੀ ਉਹਦਾ ਜਿਹੜਾ ਨਿਊਯਾਰਕ ਤੇ ਬ੍ਰੌਡਵੇ ਵੀ ਬਹੁਤ ਚਿਰ ਰਿਹਾ, ਜਿਹਦੇ 'ਚ 3 ਐਕਟਰ ਸੀਗੇ ਤੇ ਮੇਰੇ ਖਿਆਲ 3.5-4 ਘੰਟੇ ਦਾ ਪਲੇ ਸੀ। ਟੋਟਲੀ ਮਾਈਮ ਸੀ ਉਹ, ਬਹੁਤ ਵਧੀਆ ਪਲੇ ਸੀ। 3 ਘੰਟੇ 3 ਐਕਟਰ ਤੇ ਕੋਈ ਡਾਇਲੌਗ ਨਹੀਂ, ਇੱਕ ਵੀ ਡਾਇਲੌਗ ਨਹੀਂ। ਸੋ ਇਦਾਂ ਦੇ ਜਿਹੜੇ ਐਕਸਪੈਰੀਮੈਂਟ ਹੈ ਉਹ ਇੱਥੇ ਲੋਕੀ ਕਰਦੇ ਨੇ, ਥੀਏਟਰ ਵਾਲੇ ਕਰਦੇ ਨੇ। ਅੱਛਾ ਵੀ ਜੀ, ਹੋਰ ਕੋਈ ਇੱਥੋਂ ਦੀ ਯੂਨੀਵਰਸਿਟੀ ਜਿਹੜੀ ਹੈ ਜਿੱਥੇ ਤੁਸੀਂ ਪੜ੍ਹਾਉਣੇ ਆ, ਉਹ ਤੋਂ ਬਿਨਾਂ ਬਾਹਰ ਵੀ ਕਿਸੇ ਥੀਏਟਰ ਗਰੁੱਪ ਨਾਲ ਤੁਹਾਡੀ ਅਟੈਚਮੈਂਟ ਜਿਹੜੀ ਹੈ ਉਹ ਹੈਗੀ ਹੈ ਜਾਂ ਸਿਰਫ ਯੂਨੀਵਰਸਿਟੀ ਦੇ ਥੀਏਟਰ ਤੱਕ ਹੀ? ਯੂਨੀਵਰਸਿਟੀ ਟੂ ਯੂਨੀਵਰਸਿਟੀ ਲੈਵਲ ਵੀ ਹੈਵ ਮੈਨੀ ਕੋਲੈਬੋਰੇਸ਼ਨਸ। ਜਿੱਦਾਂ ਕਿ ਸਟੂਡੈਂਟਸ ਉੱਥੇ ਜਾ ਕੇ ਉਹਨਾਂ ਦੀ ਪ੍ਰੋਡਕਸ਼ਨ ਦੇਖ ਸਕਦੇ ਆ, ਉਹਨਾਂ ਦੇ ਸਟੂਡੈਂਟਸ ਸਾਡੇ ਕੋਲ ਆ ਸਕਦੇ ਆ, ਉਹਨਾਂ ਦੇ ਕੋਲ ਕੋਈ ਐਕਸਪਰਟੀਜ਼ ਆ ਉਹ ਸਾਡੇ ਕੋਲ ਆ ਗਿਆ, ਸਾਡੇ ਕੋਲੋਂ ਉੱਥੇ ਚਲੇ ਗਿਆ। ਜਾਂ ਆਲੇ ਦੁਆਲੇ ਕਾਲਜਸ ਨੇ ਉਹ ਕਈ ਵਾਰੀ ਮੈਨੂੰ ਲੈਕਚਰ ਲਈ ਬੁਲਾ ਲੈਂਦੇ ਆ ਉੱਥੇ। ਮੇਰੇ ਤੋਂ ਘੰਟਾ 2 ਘੰਟੇ 2-3 ਕਾਲਜ ਨੇ, ਉਹਨਾਂ ਨੇ ਕਾਫੀ ਮੈਨੂੰ ਮੌਕਾ ਦਿੱਤਾ ਈਚ ਈਅਰ ਈਚ ਸਮੈਸਟਰ ਆਪਣੇ ਨਵੇਂ ਸਟੂਡੈਂਟਸ ਦੇ ਨਾਲ ਸਾਂਝ ਕਰਨ ਲਈ। ਸੋ ਕੋਲੈਬੋਰੇਸ਼ਨਸ ਹੈਗੀਆਂ, ਪਰ ਜੇ ਤੁਸੀਂ ਕਹੋ ਕਿ ਪ੍ਰੋਡਕਸ਼ਨ ਵਾਈਜ਼ ਨੋ ਦੇ ਡੋਂਟ ਡੂ ਇਟ ਕਿ ਅਸੀਂ ਪ੍ਰੋਡਕਸ਼ਨ ਜਾ ਕੇ ਉੱਥੇ ਕਰੀਏ ਜਾਂ ਹੋਰ ਕਿਤੇ ਸਾਨੂੰ ਕਿਸੇ ਨੇ ਇਨਵਾਈਟ ਕੀਤਾ, ਨੋ ਦੈਟਸ ਨਾਟ ਹੈਪਨਿੰਗ।
ਇਹ ਕਲਚਰ ਹੀ ਨਹੀਂ ਹੈਗਾ ਰਸ਼ੀਆ, ਕਿਉਂਕਿ ਉੱਥੇ ਹੀ ਉਹਨਾਂ ਦਾ ਘਰ ਪੂਰਾ ਹੋ ਜਾਂਦਾ, ਉੱਥੇ ਹੀ ਉਹਨਾਂ ਦੀ ਜਿੰਨੀ ਉਹਨਾਂ ਦੀ ਐਕਸਪੈਕਟੇਸ਼ਨਸ ਆ, ਦੇ ਗਾਟ ਇਟ ਦੇਅਰ ਇਨ ਦਾ ਡਿਪਾਰਟਮੈਂਟਸ। ਅੱਛਾ, ਤੁਹਾਡੇ ਵੀ ਇੱਥੇ ਮਤਲਬ ਭਰਤ ਮੁਨੀ ਦਾ ਨਾਚ ਸ਼ਾਸਤਰ ਜਿਹੜਾ ਉਹ ਉਹਦੇ ਬਾਰੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਜਾਂਦਾ, ਜਾਂ ਚਲੋ ਸਟੈਂਸਲਸਕੀ ਬਾਰੇ ਤਾਂ ਹੈ, ਜਾਂ ਬ੍ਰੈਕਟ ਦੀ ਥਿਊਰੀ ਬਾਰੇ ਤਾਂ ਹੈ, ਜਾਂ ਭਰਤ ਮੁਨੀ ਦਾ ਬਾਹਰਲੀਆਂ ਯੂਨੀਵਰਸਿਟੀ ਜਿਹੜੀਆਂ ਨੇ? ਬਿਲਕੁਲ, ਸਾਡਾ ਬਕਾਇਦਾ ਇੱਕ ਚੈਪਟਰ ਆ ਇੰਡੀਅਨ ਥੀਏਟਰ ਦਾ, ਬੀਜਿੰਗ ਓਪੇਰਾ ਦਾ, ਕਾਬੂਕੀ ਥੀਏਟਰ ਦਾ, ਜੈਪਨੀਜ਼ ਥੀਏਟਰ ਦਾ, ਦੈਨ ਕੋਰੀਅਨ ਥੀਏਟਰ ਦਾ। ਸੋ ਇੱਕ ਚੈਪਟਰ ਆ ਜਿਹੜੇ ਇੰਟਰਨੈਸ਼ਨਲ ਥੀਏਟਰਸ ਆ। ਯੈਸ ਯਾ, ਬਿਲਕੁਲ ਦੇਰ ਇਜ਼, ਉਹਦੀ ਰਸ ਥਿਊਰੀ ਆ ਜਿਹੜੀ, that is a part of studies in masters. Yes, yeah. ਮੈਨੂੰ ਯਾਦ ਆ, ਆਪਾਂ ਇੱਕ ਵਾਰੀ ਇੱਕ ਪਲੇ ਕੀਤਾ ਸੀਗਾ ਵਾਰਿਸ, ਜਿਸ ਦੇ ਵਿੱਚ ਆਪਾਂ ਤਲਵਾਰਬਾਜ਼ੀ, ਗੱਤਕਾ, ਇਹ ਸਾਰਾ ਕੁਝ ਮੇਰਾ ਖਿਆਲ ਆਲਮੋਸਟ 2 ਮਹੀਨੇ ਲਗਾ ਕੇ ਆਪਾਂ ਸਿੱਖਿਆ ਸੀ। ਬਿਲਕੁਲ ਬਿਲਕੁਲ। ਜਦੋਂ ਤੁਸੀਂ ਕੋਈ ਪ੍ਰੋਡਕਸ਼ਨ ਇੱਥੇ ਕਰਦੇ ਹੋ, ਉਹਦੇ ਲਈ ਜੇ ਮਾਰਸ਼ਲ ਆਰਟ ਲਈ ਤੁਹਾਨੂੰ ਕੋਈ ਬੰਦਾ ਚਾਹੀਦਾ, ਜਾਂ ਜਿਮਨਾਸਟਿਕ ਇੱਕ ਨਾਟਕ ਦੇ ਵਿੱਚ ਆ, ਉਹਦੇ ਲਈ ਤੁਹਾਨੂੰ ਕੋਈ ਬੰਦਾ ਚਾਹੀਦਾ, ਉਹਨੂੰ ਫਿਰ ਮਤਲਬ ਉਹਦਾ ਕੀ ਪ੍ਰੋਸੀਜਰ ਹੈ ਯੂਨੀਵਰਸਿਟੀ ਦੇ ਵਿੱਚ ਉਹਨੂੰ ਬੁਲਾਉਣ ਦਾ? ਜਿਵੇਂ ਸਾਡੇ ਉੱਥੇ ਯੂਨੀਵਰਸਿਟੀਆਂ ਦੇ ਵਿੱਚ ਤਾਂ ਇਹ ਕਿ ਓਕੇ ਮੈਂ ਅਵੀ ਦਾ ਫੇਵਰਟ ਹਾਂ, ਓਕੇ ਯਾਰ ਤੈਨੂੰ ਗੱਤਕਾ ਤਾਂ ਆਉਂਦਾ, ਚੱਲ ਮਾੜਾ ਜਿਹਾ ਜਿਮਨਾਸਟਿਕ ਬਾਰੇ ਵੀ ਦੱਸ। ਉਹ ਐਜ਼ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਜਿਸ ਚੀਜ਼ ਲਈ ਬਣਿਆ ਹੋਇਆ ਉਹਦੀ ਉਸ ਪ੍ਰਤੀ ਯੋਗਤਾ ਹੈਗੀ ਆ, ਤੇ ਉਸ ਬੰਦੇ ਨੂੰ ਉਹ ਇਨਵਾਈਟ ਕਰਨਗੇ, ਔਰ ਬਕਾਇਦਾ ਅਵੇਲੇਬਲ ਨੇ ਉੱਥੇ, ਹਰ ਚੀਜ਼ ਅਵੇਲੇਬਲ ਆ ਇਸ ਦੇਸ਼ ਦੇ ਵਿੱਚ। ਤੁਹਾਨੂੰ ਤਾਂ ਪਤਾ ਹੈ, ਤੁਸੀਂ ਜਸਟ ਮਾੜੀ ਜੀ ਸਰਚ ਕਰੋ, ਦਾ ਪੀਪਲ ਆਰ ਅਵੇਲੇਬਲ, ਜਿਸ ਵੀ ਐਕਸਪਰਟੀਜ਼ ਨੂੰ ਤੁਸੀਂ ਬੁਲਾਉਣਾ, ਦੇ ਆਰ ਅਵੇਲੇਬਲ। ਹੁਣ ਜਿਵੇਂ ਸਾਡੇ ਸਟੂਡੈਂਟਸ ਨੇ ਜਦੋਂ ਪਾਸ ਆਊਟ ਕਰਕੇ ਉਹ ਵੀ ਕਿਸੇ ਚੀਜ਼ ਦੇ ਐਕਸਪਰਟੀਜ਼ ਬਣਦੇ ਆ, ਸੋ same way they have a link up, chain link up, ਕਿ ਯਾਰ ਫਲਾਨਾ ਸਾਡਾ ex alumni student ਕਿ ਉਸ ਜਗ੍ਹਾ ਤੇ ਲੱਗਿਆ ਹੈ, so they can call him, or at the same time they can request him. If you recommend somebody, then he can send it. alumni students ਦੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਸਾਡੇ ਇਹ ਸੱਭਿਆਚਾਰ ਹੀ ਨਹੀਂ ਹੈਗਾ ਕਿ ਜਿਸ ਯੂਨੀਵਰਸਿਟੀ ਤੋਂ ਤੁਸੀਂ ਪੜ੍ਹੇ ਹੋ, ਜਦੋਂ ਇੱਕ ਵਾਰੀ ਪਾਸ ਆਊਟ ਹੋ ਕੇ ਹੈਵ ਏ ਨਾਈਸ ਡੇ, ਬਾਏ ਬਾਏ। ਤੇ ਇੱਥੇ ਟੋਟਲੀ ਡਿਫਰੈਂਟ ਆ। ਬਕਾਇਦਾ ਐਲੂਮਨਾਈ ਰਜਿਸਟਰਡ ਨੇ, ਬਕਾਇਦਾ ਤੁਸੀਂ ਉਹਦੇ 'ਚ ਮੈਂਬਰ ਬਣਦੇ ਹੋ, ਬਕਾਇਦਾ ਤੁਹਾਨੂੰ 1870 ਤੋਂ ਲੈ ਕੇ ਹੁਣ ਤੱਕ ਦਾ ਉਹਨਾਂ ਕੋਲ ਰੈਕਡ ਹੈਗਾ ਕਿ ਕੌਣ ਬੰਦਾ ਕਿੱਥੇ ਕਿੱਥੇ ਪਾਸ ਆਊਟ ਹੋਇਆ, ਕੌਣ ਮਰ ਗਿਆ, ਕੌਣ ਜਿਉਂਦਾ, ਕਿਹਨੂੰ ਅਸੀਂ ਹਰੇਕ ਸਾਲ ਫੰਕਸ਼ਨ ਤੇ ਬਣਾਉਣਾ, ਕਿਹਨੂੰ ਡਿਗਰੀ ਸਮਾਰੋਹ ਤੇ ਬਣਾਉਣਾ। ਉਹਦੇ ਪਿੱਛੇ ਅਵਤਾਰ ਜੀ ਚੱਕਰ ਇਹ ਹੈ ਨਾ ਕਿ ਯੂਨੀਵਰਸਿਟੀ ਨੂੰ ਪਤਾ ਕਿ ਅਸੀਂ ਥੀਏਟਰ ਦੇ ਸਹੀ ਬੰਦੇ ਤਿਆਰ ਕੀਤੇ। ਹੁਣ ਜੇ ਸਾਡੇ ਉੱਥੇ ਤੁਸੀਂ ਇਹ ਲਿਸਟ ਤਿਆਰ ਕਰਨ ਲੱਗ ਜਾਓ, ਠੀਕ ਹੈ, ਤਾਂ ਫਿਰ ਪਤਾ ਲੱਗੂਗਾ ਵੀ ਓਕੇ 1980 ਦੇ ਵਿੱਚ ਜਿਹੜਾ ਬੰਦਾ ਪਾਸ ਆਊਟ ਕਰਕੇ ਗਿਆ ਸੀ ਉਹਨੇ ਕਰਿਆਨੇ ਦੀ ਦੁਕਾਨ ਖੋਲੀ ਹੋਈ ਹੈ, ਠੀਕ ਹੈ। ਜਿਹੜਾ 95 ਦੇ ਵਿੱਚ ਪਾਸ ਆਊਟ ਕਰਕੇ ਗਿਆ ਸੀ, ਠੀਕ ਹੈ, ਉਹ ਵਿਚਾਰਾ ਪਿੰਡ ਖੇਤੀ ਕਰ ਰਿਹਾ, ਕਿਉਂਕਿ ਯੂਨੀਵਰਸਿਟੀਆਂ ਦੇ ਕੋਲੇ ਦੇਣ ਲਈ ਕੁਝ ਨਹੀਂ ਹੈਗਾ ਸਟੂਡੈਂਟਸ ਨੂੰ। ਹੁਣ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਸੋ ਦੈਟਸ ਦ ਬਿਗ ਡਿਫਰੈਂਸ। ਦੇਖੋ ਨਾ, ਹੁਣ ਇੱਕ ਜੌਬ ਆ, ਕਿੱਥੇ 8 ਜੌਬਾਂ ਸੀਗੀਆਂ, ਔਰ ਸਟੂਡੈਂਟਸ ਅਸੀਂ 8 ਸੀ, ਹੁਣ ਸਟੂਡੈਂਟ 40 ਨੇ, 40 ਤੋਂ 50 ਹੋ ਸਕਦੇ ਆ। ਤੇ ਇੰਟਰਸਟਿਡ ਪੀਪਲ ਜ਼ਿਆਦਾ ਨੇ, ਬਟ ਉਹਨਾਂ ਦੀ ਪੂਰਤੀ ਕਰਨ ਲਈ ਸਾਡੇ ਕੋਲ ਜਿਹੜਾ ਸਟਾਫ ਆ ਉਹ ਘੱਟ ਆ। ਕਿੱਥੋਂ ਦਾ ਮਤਲਬ ਨਿਆਂ ਵਾ ਇਹ? there should be a revolution, there should be a strike, there should be something which should be। ਮੈਨੂੰ ਲੱਗਦਾ ਹੁੰਦਾ ਅਭੀ ਜੀ, ਮਤਲਬ ਜੇ ਮੈਂ ਉੱਥੇ ਬਤੌਰ ਲੈਕਚਰਰ ਹੈਗਾ ਤਾਂ ਇਖਲਾਕੀ ਤੌਰ ਤੇ ਮੇਰਾ ਹੀ ਫਰਜ਼ ਬਣਦਾ ਮੈਂ ਯੂਨੀਵਰਸਿਟੀ ਨੂੰ ਜਾ ਕੇ ਕਹਾਂ ਯਾਰ ਮੈਂ ਨਹੀਂ ਪੜ੍ਹਾ ਸਕਦਾ ਇਕੱਲਾ 4 ਬੰਦਿਆਂ ਨੂੰ। ਮੈਂ ਮਤਲਬ ਉਹਨਾਂ ਸਟੂਡੈਂਟਸ ਨਾਲ ਜਸਟੀਫਾਈ ਤੁਸੀਂ ਕਿਵੇਂ ਕਰ ਸਕਦੇ? ਯੈਸ, ਬਿਲਕੁਲ ਸਹੀ ਗੱਲ ਹੈ। ਜਦੋਂ ਮੇਰੀ ਹਾਇਰਿੰਗ ਹੋਈ ਸੀ ਪਵਨ ਜੀ, ਮੈਂ ਪਰਮਾਨੈਂਟ ਨਹੀਂ ਸੀ ਹੋਈ। ਮੇਰੀ ਹਾਇਰਿੰਗ ਦੀ ਵਜ੍ਹਾ ਸੀਗੀ ਕਿ ਉਹਨਾਂ ਕੋਲੇ ਸਟੂਡੈਂਟਸ ਬਹੁਤ ਜ਼ਿਆਦਾ ਸੀਗੇ, ਐਂਡ ਜਿਹੜਾ ਮੇਰਾ ਸੀਨੀਅਰ ਪ੍ਰੋਫੈਸਰ ਆ ਉਹਦੇ ਕੋਲੋਂ ਉਹ ਲੋਡ ਜਿਹੜਾ ਉਹ ਨਹੀਂ ਸੀ ਚੱਕਿਆ ਜਾ ਰਿਹਾ। ਉਹਨੇ ਲਿਖ ਕੇ ਦਿੱਤਾ ਕਿ ਮੇਰੇ ਵੱਸ ਦਾ ਰੋਗ ਨਹੀਂ ਹੈ। ਸੋ ਦੈਨ ਦੇ ਕ੍ਰੀਏਟ ਅਨਦਰ ਸੈਕਸ਼ਨ ਐਂਡ ਦੈਨ ਹਾਇਰਡ ਮੀ। ਜਦੋਂ ਹਾਇਰ ਕੀਤਾ, ਦੇ ਲੁੱਕ ਐਟ ਮਾਈ ਵਰਕ, ਕਿਉਂਕਿ ਜਦੋਂ ਹਰ ਇੱਕ ਸਮੈਸਟਰ ਖਤਮ ਹੁੰਦਾ ਤਾਂ ਜਿੰਨੇ ਮੇਰੇ ਸਟੂਡੈਂਟਸ ਨੇ
ਉਹਨਾਂ ਨੂੰ ਇੱਕ ਸਰਵੇ ਫਾਰਮ ਭੇਜਿਆ ਜਾਂਦਾ, ਉਹਦੇ ਵਿੱਚ ਆਲਮੋਸਟ 30 ਤੋਂ 40 ਕੁਐਸਚਨਸ ਹੁੰਦੇ ਆ। ਉਹਦੇ ਵਿੱਚ ਉਹਨਾਂ ਨੇ ਮੇਰੀ ਰੇਟਿੰਗ ਕਰਨੀ ਹੈ ਕਿ ਮੈਂ ਕਿਸ ਲੈਵਲ ਦਾ ਪ੍ਰੋਫੈਸਰ ਹਾਂ, ਔਰ ਉਹ ਜਿਹੜਾ ਲੈਵਲ ਆ ਉਹ ਡਿਪਾਰਟਮੈਂਟ ਉਹ ਕੋਈ ਹੋਰ ਹੈਂਡਲ ਕਰਦਾ, ਮੇਰੀ ਚੇਅਰ ਨਹੀਂ ਹੈਂਡਲ ਕਰਦੀ, ਉਹ ਕੋਈ ਹੋਰ ਡਿਪਾਰਟਮੈਂਟ ਹੈਂਡਲ ਕਰਦਾ। ਉਹ ਮੇਰਾ ਕੰਪਲੀਟ ਚਿੱਠਾ ਜੋ ਮੈਂ ਪੂਰੇ 6 ਮਹੀਨੇ 'ਚ ਸਟੂਡੈਂਟਸ ਨਾਲ ਬਿਤਾਇਆ, ਐਟ ਫਾਈਨਲ ਐਗਜ਼ਾਮ ਤੋਂ ਪਹਿਲਾਂ ਉਹਨਾਂ ਨੇ, ਉਹ ਜ਼ਰੂਰੀ ਆ ਉਹਨਾਂ ਲਈ, ਉਸ ਤੋਂ ਬਾਅਦ ਦੇ ਵਿਲ ਬੀ ਏਬਲ ਟੂ ਡੂ ਦਾ ਫਾਈਨਲ ਐਗਜ਼ਾਮ। ਹਰੇਕ ਸਟੂਡੈਂਟ ਨੇ ਉਹ ਚਿੱਠਾ ਪੰਚ ਕਰਕੇ ਬਕਾਇਦਾ ਉਹਨਾਂ ਨੂੰ ਭੇਜਣਾ। ਉਹਦੇ 'ਚ ਉਹਨਾਂ ਨੇ ਆਪਣਾ ਨਾਮ ਵੀ ਨਹੀਂ ਫਿਲ ਕਰਨਾ ਸਟੂਡੈਂਟ ਨੇ ਕਿ ਮੈਂ ਕੌਣ ਹਾਂ, ਦਿਸ ਇਜ਼ ਹਾਊ ਦਾ ਸਿਸਟਮ ਵਰਕਸ। ਤੇ ਉਹ ਜਿਹੜੀ ਰਿਪੋਰਟ ਆ ਜਿਹੜੀ ਉਸ ਡਿਪਾਰਟਮੈਂਟ ਨੇ ਮੇਰੇ ਚੇਅਰਪਰਸਨ ਨੂੰ ਭੇਜਣੀ ਆ ਕਿ ਇਹਦੇ ਕੋਲੇ 50 ਸਟੂਡੈਂਟ ਸੀਗੇ, ਉਹਨਾਂ ਦੀ ਐਵਰੇਜ ਗ੍ਰੇਡਿੰਗ ਸਟੂਡੈਂਟਸ ਨੇ ਇਹਨੂੰ ਲਾਈਕ ਕੀਤਾ, ਨਹੀਂ ਲਾਈਕ ਕੀਤਾ, ਦਿਸ ਇਜ਼ ਹਾਊ ਦਾ ਥਿੰਗਸ ਵਰਕ ਇਨ ਅਮਰੀਕਾ। ਸੋ ਤੁਹਾਡੇ ਕੋਲ ਲੂਪਹੋਲ ਕੋਈ ਹੈ ਜੋ ਤੁਸੀਂ ਪਰਲੋ ਮਾਰਲੋ, ਤੁਸੀਂ ਕਾਫੀ ਪੀਚ ਕੇ ਮਤਲਬ ਮੁੜਿਆ ਆਓ, ਤੁਸੀਂ ਪਰੌਂਠੇ ਖਾ ਕੇ ਮੁੜਿਆ, ਇਹ ਤਾਂ ਪੋਸੀਬਿਲਿਟੀ ਨਹੀਂ ਹੈ ਸਾਡੇ ਦੇਸ਼। ਅਵੀ ਜੀ ਮੈਂ ਤਾਂ ਕਹਿੰਦਾ ਸ਼ੁਕਰ ਆ ਕਿ ਇਹ ਕ੍ਰਾਈਟੇਰੀਆ ਸਾਡੇ ਨਹੀਂ ਹੈਗਾ ਉੱਥੇ। ਜੇ ਕਿਤੇ ਇਹ ਕ੍ਰਾਈਟੇਰੀਆ ਹੋਵੇ ਜਿਹੜੀ ਇੱਕ ਟੀਚਰ ਉਹ ਵੀ ਨਹੀਂ ਰਹਿਣੀ, ਕਿਉਂਕਿ ਸਟੂਡੈਂਟਸ ਨੇ ਲਿਖ ਕੇ ਭੇਜ ਦੇਣਾ ਸੀ ਵੀ ਮਤਲਬ ਕੀ ਹੈ। ਚਲੋ ਖੈਰ ਇਹ ਤਾਂ ਮਤਲਬ ਯੂਨੀਵਰਸਿਟੀਆਂ ਦੇ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਜਦੋਂ ਉਹ ਬਾਹਰ ਆਪਣੇ ਭਵਿੱਖ ਦੀ ਗੱਲ ਕਰਨ ਲਈ ਜਾਣਗੇ ਤਾਂ ਜਦੋਂ ਦੱਸਣਗੇ ਕਿ ਮੈਂ ਇਸ ਯੂਨੀਵਰਸਿਟੀ ਤੋਂ ਪਾਸ ਆਊਟ ਹਾਂ, ਤਾਂ ਉਸ ਦੇ ਵਿੱਚ ਉਸ ਯੂਨੀਵਰਸਿਟੀ ਦੇ ਨਾਮ ਨੂੰ ਢਾਹ ਲੱਗਣੀ ਹੈ। ਬਿਲਕੁਲ ਇਹ ਯੂਨੀਵਰਸਿਟੀਆਂ ਦੇ ਉੱਤੇ ਹੀ ਛੱਡ ਦਿੰਦੇ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਇਸ ਨੂੰ ਹੈਂਡਲ ਕਰਨਾ। ਹੋਰ ਕੋਈ ਖਾਸ ਜਾਣਕਾਰੀ ਇੱਥੋਂ ਦੇ ਰੰਗਮੰਚ ਬਾਰੇ? ਜਿਵੇਂ ਮੈਨੂੰ ਬੌਬੀ ਹੁਣੀ ਪੁੱਛ ਰਹੇ ਸੀ ਕਿ ਉਹਨਾਂ ਦਾ ਕੁਐਸਚਨ ਇੱਥੇ ਕਿਤੇ ਥੋੜਾ ਉੱਪਰ ਲੰਘ ਗਿਆ, ਉਹਨਾਂ ਦਾ ਕੁਐਸਚਨ ਸੀਗਾ ਕਿ ਆਡੀਟੋਰੀਅਮਸ ਦੇ ਵਿੱਚ ਕੀ ਫਰਕ ਹੈ। ਇੱਦਾਂ ਦੀਆਂ ਛੋਟੀਆਂ ਛੋਟੀਆਂ ਜਾਣਕਾਰੀਆਂ ਜਿਹੜੀਆਂ ਮਤਲਬ ਸਾਡੇ ਰੰਗਕਰਮੀ ਜਿਹੜੇ ਨੇ ਜਿਨ੍ਹਾਂ ਦੀ ਉਤਸੁਕਤਾ ਹੈ, ਲਾਈਟਸ ਦੇ ਡਿਮਰ ਇੱਥੇ ਕੰਪਿਊਟਰਾਈਜ਼ ਨੇ, ਠੀਕ ਹੈ। ਹਾਂ, ਉਹ ਮੈਂ ਵੀ ਜਦੋਂ ਨਵਾਂ ਆਇਆ ਸੀਗਾ ਤੇ ਮੈਂ ਕਿਸੇ ਆਡੀਟੋਰੀਅਮ 'ਚ ਗਿਆ, ਕੋਈ ਪਲੇ ਕਰਨ ਆਇਆ ਸੀਗਾ ਗਰੁੱਪ ਇੰਡੀਆ ਤੋਂ, ਮੈਨੂੰ ਕਹਿੰਦੇ ਯਾਰ ਤੂੰ ਇਹਨਾਂ ਨਾਲ ਗੱਲਬਾਤ ਕਰ ਲੇਗਾ ਤੇ ਤੂੰ ਲਾਈਟਿੰਗ ਤੇ ਤੂੰ ਆ ਜਾ। ਜਦੋਂ ਮੈਂ ਉੱਥੇ ਗਿਆ ਤੇ ਮੈਂ ਦੇਖਿਆ ਉੱਥੇ ਸਾਰਾ ਕੁਝ ਕੰਪਿਊਟਰਾਈਜ਼, ਮੈਨੂੰ ਆਪ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਯਾਰ ਵੀ ਮੈਨੂੰ ਇਹਦੇ ਬਾਰੇ ਤਾਂ ਪਤਾ ਹੀ ਕੱਖ ਨਹੀਂ। ਬਿਲਕੁਲ। ਹੁਣ ਤੁਸੀਂ ਲਾਈਟਿੰਗ ਦੀ ਗੱਲ ਕਰਦੇ ਹੋ, ਆਪਾਂ ਹਾਂਜੀ ਪਾਸ ਆਊਟ ਹੋਏ ਆ ਲਾਈਕ 90s ਬੈਚ, ਠੀਕ ਹੈ। ਤੇ ਮੇਰਾ ਖਿਆਲ ਹੈ ਅਗਰ ਅੱਜ ਜਾਈਏ ਜਦੋਂ ਐਡੇ ਵੱਡੇ, ਹਾਂਜੀ 2020 ਚ ਜਾਈਏ ਤਾਂ ਉਹਦੇ ਵਿੱਚੋਂ 70% ਲਾਈਟਾਂ ਅੱਜ ਵੀ ਉੱਥੇ ਹੈਂਗ ਹੋਈਆਂ ਹੋਣਗੀਆਂ। ਤੇ ਇੱਥੇ ਦਾ ਸਿਸਟਮ ਇਹ ਹੈ ਕਿ ਬਜਟ ਦੀ ਘਾਟ ਆ ਵੀ ਜੀ। ਹਾਂ, ਕੋਈ ਨਵੀਂ ਟੈਕਨੋਲੋਜੀ ਆ ਗਈ, ਕੋਈ ਨਵੀਂ ਇਨਵੈਂਸ਼ਨ ਆ ਗਈ, ਕੋਈ ਨਵਾਂ ਸੋਰਸ ਆ ਗਿਆ, ਤਾਂ ਉਹਨਾਂ ਨੇ ਇੱਕ ਮਿੰਟ ਨਹੀਂ ਲਾਉਣਾ ਕਿ ਇਹਨੂੰ ਪੁਰਾਣੇ ਨੂੰ ਚੱਕ ਦਿਓ ਤੇ ਨਵਾਂ ਲਾ ਦਿਓ। That's how it is. That's the big difference. ਅੱਛਾ, ਆਡੀਟੋਰੀਅਮ ਬਾਰੇ ਵੀ ਮਾੜਾ ਜਿਹਾ ਜਾਣਕਾਰੀ ਜਿਹੜੀ ਉਹ ਦੇ ਦਿਓ, ਪੁੱਛ ਰਹੇ ਸੀ ਬੌਬੀ ਹੁਣੀ। ਆਡੀਟੋਰੀਅਮ ਜਿਹੜੇ ਆਊਟਡੋਰ ਵੀ ਨੇ ਹੈਗੇ, ਮੇਰੇ ਸ਼ਹਿਰ ਦੇ ਵਿੱਚ ਆਲੇ ਦੁਆਲੇ ਆਲਮੋਸਟ 6 ਆਡੀਟੋਰੀਅਮਸ ਨੇ ਜਿਹੜੇ ਆਊਟਡੋਰ ਨੇ, ਜਿਹੜੇ ਪਬਲਿਕ ਨੇ। ਫੋਰ ਐਗਜ਼ਾਮਪਲ ਆਪਾਂ ਉੱਥੇ ਤਹਿਸੀਲ ਕਹਿ ਦਿੰਦੇ ਹਾਂ, ਇੱਥੇ ਕਾਊਂਟੀ ਕਹਿ ਦਿੰਦੇ ਹਾਂ। ਤੇ ਕਾਊਂਟੀ ਦੀ ਜਿਹੜੀ ਗਵਰਨਮੈਂਟ ਆ ਉਹਦੀ ਮੇਨਟੇਨੈਂਸ, ਉਹਦਾ ਜਿਹੜਾ ਸਾਰਾ ਸਿਸਟਮ ਆ ਉਹਨੂੰ ਉਹ ਅਰੇਂਜ ਕਰਦੀ ਆ, ਉਹਨੂੰ ਮੇਨਟੇਨ ਕਰਦੀ ਆ। ਅਗਰ ਮੈਂ ਵੀ ਉੱਥੇ ਪ੍ਰੋਡਕਸ਼ਨ ਕਰਨੀ ਚਾਹਾਂ, ਮੈਂ ਆਪਣੀ ਐਪਲੀਕੇਸ਼ਨ ਜਿਹੜਾ ਰੀਕ੍ਰੀਏਸ਼ਨ ਡਿਪਾਰਟਮੈਂਟ ਉਹਨੂੰ ਕਹਿੰਦੇ ਆ, ਉਸ ਕਾਊਂਟੀ ਦੇ ਰੀਕ੍ਰੀਏਸ਼ਨ ਡਿਪਾਰਟਮੈਂਟ ਨੂੰ ਦੇ ਦੇਣਾ ਤੇ ਉਹਨਾਂ ਨੂੰ ਕਹਿਣਾ ਕਿ ਇਸ ਡੇਟ ਨੂੰ ਮੇਰਾ ਇਹ ਆਡੀਟੋਰੀਅਮ ਜਿਹੜਾ ਮੇਰੇ ਲਈ ਬੁੱਕ ਕਰ ਦਿਓ। ਤੁਸੀਂ ਉਹਨਾਂ ਦੀਆਂ ਫਾਰਮੈਲਿਟੀਜ਼ ਜੋ ਵੀ ਹੈਗੀਆਂ ਨੇ ਉਹ ਪੂਰੀਆਂ ਕਰ ਦਿਓ, ਐਂਡ ਦੈਨ ਯੂ ਆਰ ਦੇਅਰ, ਯੂ ਕੈਨ ਡੂ ਯੂਅਰ ਪ੍ਰੋਡਕਸ਼ਨ, ਯੂ ਕੈਨ ਕਾਲ ਯੂਅਰ ਪੀਪਲ, ਯੂ ਕੈਨ ਹੈਵ ਯੂਅਰ ਆਡੀਅੰਸਿਸ। ਤੇ ਜਿਹੜੇ ਕਾਲਜ ਤੇ ਯੂਨੀਵਰਸਿਟੀਆਂ ਦੇ ਆਡੀਟੋਰੀਅਮ ਦੇ ਆਰ ਵੈਰੀ ਪ੍ਰੋਫੈਸ਼ਨਲ। ਇੱਥੇ ਤਾਂ ਹਾਈ ਸਕੂਲ ਦਾ ਆਡੀਟੋਰੀਅਮ ਹੀ ਮਤਲਬ ਕਹਿਣ ਵਾਲੀਆਂ ਗੱਲਾਂ, ਮੈਂ ਤੁਹਾਨੂੰ ਕੀ ਦੱਸਾਂ ਕਿ ਕਿੱਡੇ ਵੱਡੇ ਨੇ ਉਹ, ਔਰ ਕਿਆ ਉਹਨਾਂ 'ਚ ਸਿਸਟਮ ਆ, ਕਿਆ ਉਹਨਾਂ 'ਚ ਲਾਈਟਿੰਗਸ ਨੇ, ਕਿਆ ਉਹਨਾਂ 'ਚ ਕਰਟਨਸ ਨੇ, ਕਿਆ ਮਾਈਕਰੋਫੋਨਸ ਨੇ, ਸਿਸਟਮੈਟਿਕ ਅਪ ਟੂ ਡੇਟ ਟੈਕਨੋਲੋਜੀ ਦੇ ਕੀਪ ਇਟ ਅਪ ਇਨ ਦਾ। ਤੁਹਾਡੀ ਗੱਲ ਵਿੱਚ ਮੈਨੂੰ ਨਾ, ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਤੇ ਸੇਠੀ ਸਾਹਿਬ ਆਪਾਂ ਨੂੰ ਉਹਨਾਂ ਨੇ ਪੜ੍ਹਾਇਆ 1 ਸਾਲ, ਤੇ ਜਦੋਂ ਸੇਠੀ ਸਾਹਿਬ ਗੱਲਾਂ ਕਰਦੇ ਹੁੰਦੇ ਸੀ ਨਾ, ਮੈਨੂੰ ਐਂ ਲੱਗਦਾ ਹੁੰਦਾ ਸੀ ਨਹੀਂ ਯਾਰ ਐਂ ਨਹੀਂ ਹੋ ਸਕਦਾ।
ਤੇ ਮਤਲਬ ਹੁਣ ਲੱਗਦਾ ਯਾਰ ਵਾਕਈ ਉਹਨਾਂ ਨੇ ਜਦੋਂ ਕਹਿਣਾ ਨਾ ਵੀ ਉਹ ਯਾਰ ਤੁਹਾਨੂੰ ਕੀ ਪਤਾ, ਤੇ ਮਤਲਬ ਐਂ ਲੱਗਦਾ ਹੁੰਦਾ ਸੀ ਯਾਰ ਨਹੀਂ ਇਹ ਝੂਠ ਬੋਲਦੇ ਆ, ਇਹ ਤਾਂ ਹੋ ਨਹੀਂ ਸਕਦਾ ਬਾਹਰਲੇ ਮੁਲਕਾਂ 'ਚ। ਹੁਣ ਅੱਗੇ ਪਤਾ ਲੱਗਦਾ ਵੀ ਨਹੀਂ ਯਾਰ ਗੱਲ ਉਹਨਾਂ ਦੀ ਮਤਲਬ ਅੱਜ ਤੋਂ 40 ਸਾਲ ਪਹਿਲਾਂ ਜਿਹੜੀ 35 ਸਾਲ ਪਹਿਲਾਂ ਜਿਹੜੀ ਗੱਲ ਕਰਦੇ ਆ ਉਹ ਵਾਕਈ ਦਰੁਸਤ ਸੀ। ਮਤਲਬ ਥੀਏਟਰ ਦਾ ਕਰੇਜ਼ ਇੰਨਾ ਇੱਥੇ ਲੋਕਾਂ ਦੇ ਵਿੱਚ ਹੈਗਾ, ਮਤਲਬ ਉਹ ਥੀਏਟਰ ਦੇ ਬੰਦੇ ਨੂੰ ਜਿਵੇਂ ਮੈਂ ਥੋੜੇ ਦਿਨ ਪਹਿਲਾਂ ਆਪਣੇ ਥੀਏਟਰ ਦੇ ਬੰਦੇ ਨੂੰ ਬੰਦਾ ਸਮਝਦੇ ਆ, ਥੀਏਟਰ ਵਾਲਾ ਨਹੀਂ ਸਮਝਦੇ। ਥੀਏਟਰ ਵਾਲਾ ਨਹੀਂ ਸਮਝਦੇ, ਉਹਨੂੰ ਬੰਦਾ ਸਮਝਦੇ। ਮੈਂ ਥੋੜੇ ਦਿਨ ਪਹਿਲਾਂ 4 ਕੱਪ ਚਾਹ ਦੇ ਉਹ ਟੇਬਲ ਤੇ 4 ਡਰਾਮੇ ਵਾਲਿਆਂ ਨੂੰ ਚਾਹ ਦੇ ਆ। ਉਹ ਥੋੜੇ ਦਿਨ ਪਹਿਲਾਂ ਆਪਣੇ ਸੰਜੂ ਸੋਲੰਕੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦਾ ਮੈਂ ਮਤਲਬ 1 ਸਾਲ ਜਾ ਕੇ ਤਾਂ ਘਰੇ ਦੱਸਿਆ ਹੀ ਨਹੀਂ ਕਿ ਮੈਂ ਥੀਏਟਰ ਦੀ MA ਕਰਨ ਲੱਗਿਆ, ਮੈਂ ਤਾਂ ਇਹੀ ਕਹਿੰਦਾ ਰਿਹਾ ਮੈਂ ਹਿਸਟਰੀ ਦੀ MA ਕਰ ਰਿਹਾ। ਤੇ ਕਹਿੰਦਾ ਸਾਲ ਬਾਅਦ ਉਹਨਾਂ ਨੂੰ ਪਤਾ ਲੱਗਾ। ਮੈਂ ਉਹ ਸੁਣ ਕੇ ਹੱਸ ਰਿਹਾ ਸੀਗਾ। ਤੇ ਇੱਥੇ ਜੇ ਕਿਸੇ ਬੰਦੇ ਦੀ ਥੀਏਟਰ 'ਚ ਐਡਮਿਸ਼ਨ ਹੋਈ ਹੋਵੇ ਤੇ ਉਹ ਮੇਰਾ ਖਿਆਲ ਆ ਪੂਰੇ, ਜੇ ਕੋਈ ਕਵੇ ਵੀ ਮੈਨੂੰ ਮੈਡੀਕਲ 'ਚ ਐਡਮਿਸ਼ਨ ਮਿਲੀ ਹੈ ਤੇ ਜੇ ਕੋਈ ਕਵੇ ਮੈਨੂੰ ਥੀਏਟਰ 'ਚ ਐਡਮਿਸ਼ਨ ਮਿਲੀ ਆ, ਤਾਂ ਦੋਨਾਂ ਦਾ ਜਿਹੜੀ ਰਿਸਪੈਕਟ ਆ ਉਹ ਇੱਕੋ ਜਿਹੀ ਹੈ। ਥੀਏਟਰ ਜਿਹੜਾ ਉਹ ਇਸ ਹੱਦ ਤੱਕ ਲੋਕਾਂ ਦੇ ਵਿੱਚ ਪਾਪੂਲਰ ਆ, ਜਾਂ ਲੋਕਾਂ ਦੇ ਵਿੱਚ ਲੋਕਾਂ ਨੇ ਉਸਨੂੰ ਅਪਣਾਇਆ ਹੋਇਆ। ਮੇਰੀ ਐਡਮਿਸ਼ਨ ਹੋਣੀ ਬਹੁਤ ਔਖੀ ਹੋਈ ਸੀਗੀ, ਬਹੁਤ ਜ਼ਿਆਦਾ ਔਖੀ ਹੋਈ ਸੀਗੀ। ਉਹਦੀ ਵਜ੍ਹਾ ਇਹ ਸੀਗੀ ਕਿ ਇੱਥੇ 2 ਕ੍ਰਾਈਟੇਰੀਆ ਨੇ। ਇੱਕ ਤਾਂ ਇਹ ਆ ਕਿ ਤੁਸੀਂ ਆਪਣੀ ਐਜੂਕੇਸ਼ਨ ਕੰਟੀਨਿਊ ਰੱਖ ਰਹੇ ਹੋ, ਠੀਕ ਹੈ। ਉਹਦੇ ਨਾਲ ਦੀ ਨਾਲ ਤੁਸੀਂ ਟੈਸਟ ਦੇ ਰਹੇ ਹੋ ਕਿ ਜਿਵੇਂ ਆਪਣੇ ਪ੍ਰੀ ਮੈਡੀਕਲ ਟੈਸਟ ਹੁੰਦਾ, ਮੈਡੀਕਲ ਟੈਸਟ ਹੁੰਦਾ, ਉਹ ਸਾਰੇ ਟੈਸਟ ਇੱਥੇ ਵੀ ਹੈਗੇ ਆ ਅਗਰ ਤੁਸੀਂ ਫਰਦਰ ਸਟੱਡੀਜ਼ ਜਾਣੀ ਆ। ਤੇ ਮੇਰਾ ਗੈਪ ਜਿਹੜਾ ਸੀਗਾ, ਇਟ ਵਾਜ਼ ਅ ਬਿਗ ਗੈਪ ਮੀਨਸ ਕਿੱਥੇ 92 ਤੇ ਕਿੱਥੇ 2008। ਤੇ ਉਸ ਗੈਪ ਨੂੰ ਭਰਨ ਦੀ ਖਾਤਰ ਮਤਲਬ ਮੈਂ ਖਹਿੜਾ ਨਹੀਂ ਛੱਡਿਆ। ਐਡਮਿਸ਼ਨ ਆਫਿਸ ਦਾ, ਰਜਿਸਟਰਾਰ ਦਾ, ਡਿਪਾਰਟਮੈਂਟ ਹੈਡ ਦਾ, ਮੈਂ ਉਹਨਾਂ ਦੇ ਕਮਲੇ ਕਰਤੇ ਦਫ਼ਤਰਾਂ ਦੇ। ਮੈਂ ਕਿਹਾ ਵੀ ਮੈਂ ਤਾਂ ਛੱਡਣਾ ਨਹੀਂ, ਆਈ ਹੈਵ ਟੂ ਡੂ ਇਟ, ਦੈਟਸ ਇਟ। ਫਿਰ ਉਹ ਸਾਰੀਆਂ ਜਿਹੜੀਆਂ ਸਕ੍ਰਿਪਟਸ ਸੀਗੀਆਂ, ਸਾਰੀਆਂ ਜਿਹੜੀਆਂ ਐਕਸਪੀਰੀਅੰਸ ਸੀਗੇ, ਸਾਰੇ ਸਰਟੀਫਿਕੇਟ ਸੀਗੇ, ਉਹਨਾਂ ਨੇ ਫਿਰ ਮੈਨੂੰ ਗਾਈਡ ਕੀਤਾ। ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਕੋਲ ਗਿਆ, ਉਹਨਾਂ ਨੇ ਗਾਈਡ ਕੀਤਾ ਕਿ ਕੁਝ ਸੰਸਥਾਵਾਂ ਨੇ ਇੱਥੇ ਜਿਹੜੀਆਂ ਬਾਹਰਲੀਆਂ ਡਿਗਰੀਆਂ ਨੂੰ ਇੱਥੋਂ ਦੀ ਸਰਕਾਰ ਜਾਂ ਕਹਿ ਲਓ ਸਟੇਟ ਆਫ ਸਾਊਥ ਕੈਰੋਲਾਈਨਾ ਜਿਹੜਾ ਉਹਨਾਂ ਦੀ ਅਪਰੂਵਡ ਆ ਉਹ। ਸੋ ਉਹ ਏਜੰਸੀ ਹੈਗੀ ਆ ਸ਼ਿਕਾਗੋ। ਸੋ ਮੈਂ ਆਪਣੇ ਸਾਰੇ ਸਰਟੀਫਿਕੇਟ ਸ਼ਿਕਾਗੋ ਭੇਜੇ ਤੇ ਉੱਥੋਂ ਉਹਨਾਂ ਨੇ ਫਿਰ ਸਾਰੀ ਕ੍ਰੈਡੈਂਸ਼ੀਅਲ ਜਿਹੜੇ ਸੀ ਉਹ ਮੈਨੂੰ ਵਾਪਸ ਇੱਥੇ ਭੇਜੇ। ਫਿਰ ਕਹਿੰਦੇ ਐਡਮਿਸ਼ਨ ਲੈਣੀ ਕਿਉਂ? ਮੈਂ ਕਿਹਾ ਜੀ ਮੇਰੀ ਜਿਹੜੀ ਡਿਗਰੀ ਆ ਉਹ ਇੱਥੋਂ ਦੇ ਸਿਸਟਮ 'ਚ ਫਿੱਟ ਨਹੀਂ ਬੈਠਦੀ, ਮੈਨੂੰ ਹੋਰ ਕ੍ਰੈਡਿਟ ਲੈਣੇ ਪੈਣੇ ਆ, ਤੇ ਇਸ ਵਜ੍ਹਾ ਕਰਕੇ ਮੈਨੂੰ ਇਹ ਜਿਹੜੀ ਲੈਣੀ ਪਈ ਆ। ਫਿਰ ਐਡਮਿਸ਼ਨ ਦੇ ਟਾਈਮ ਤੇ ਪੂਰਾ ਪੈਨਲ ਬੈਠਾ ਡਿਪਾਰਟਮੈਂਟ ਦਾ, ਦੇ ਇੰਟਰਵਿਊ ਯੂ, ਦੇ ਆਸਕ ਯੂ, ਦੇ ਲੈਟ ਯੂ ਡਾਊਨ ਕਿ ਤੁਹਾਨੂੰ ਪਤਾ ਕੀ ਆ, ਤੁਹਾਨੂੰ ਨੌਲੇਜ ਕਿੰਨੀ ਕੁ ਆ, ਤੁਸੀਂ MA 'ਚ ਐਡਮਿਸ਼ਨ ਲੈਣੀ ਆ, ਆਲਰੇਡੀ MA ਕੀਤੀ ਹੈ, ਤੁਹਾਨੂੰ ਕੁਛ ਤਾਂ ਆਪਣਾ। ਆਈ ਵਾਜ਼ ਸੋ ਲੱਕੀ ਕਿ ਜਿਸ ਈਅਰ 'ਚ ਮੇਰੀ ਐਡਮਿਸ਼ਨ ਹੋਈ ਉਸ ਤੋਂ 1 ਸਾਲ ਪਹਿਲਾਂ ਉਸੇ ਡਿਪਾਰਟਮੈਂਟ ਨੇ ਮਦਰ ਕਰੇਜ ਦੀ ਪ੍ਰੋਡਕਸ਼ਨ ਕੀਤੀ ਸੀ। ਅੱਛਾ। ਐਂਡ ਦੈਨ ਉਹ ਜਿਹੜੀ ਹੈਡ ਆਫ ਦੀ ਡਿਪਾਰਟਮੈਂਟ ਸੀਗੀ, ਉਹਨੇ ਮਦਰ ਕਰੇਜ 'ਚੋਂ ਮੈਨੂੰ 3-4 ਜਿਹੜੇ ਮੇਰਾ ਉਹ ਦੇਖ ਕੇ ਕ੍ਰਾਈਟੇਰੀਆ ਪੁੱਛ ਲਏ। ਐਂਡ ਦੈਨ ਆਈ ਜਸਟ ਸੈਟਿਸਫਾਈਡ ਹਰ। And that's how, without any exam, without any criteria looking at, ਮੈਂ ਉਹਨਾਂ ਦਾ ਦਰਨੀਮਾ ਕਰਨ ਤੋਂ ਬਾਅਦ I was in। ਮੈਂ ਬਹੁਤ ਵੱਡਾ ਸੀ ਸਾਰੇ ਸਟੂਡੈਂਟਸ ਦੇ ਨਾਲੋਂ, but I did not feel ashamed। ਤੇ ਯੰਗ ਮੁੰਡੇ ਬਿਲਕੁਲ 22-25 ਸਾਲ ਦੇ ਮੇਰੇ ਨਾਲ ਪੜ੍ਹਦੇ ਸੀ। I just sit down like a student and learn and then passed with A grade। Yes, yeah। ਬਹੁਤ ਵਧੀਆ ਗੱਲਬਾਤ ਜਿਹੜੀ ਹੈ ਅਭੀ ਜੀ। ਮੇਰਾ ਖਿਆਲ ਆ ਕਾਫੀ ਕੁਝ ਆਪਾਂ ਪੁਰਾਣੇ ਸਮਿਆਂ 'ਚ ਵੀ ਚਲੇ ਗਏ ਹਾਂ, ਤੇ ਥੋੜਾ ਜਿਹਾ ਹੁਣ ਆਪਾਂ ਨੌਨ ਸੀਰੀਅਸ ਮੋਡ ਤੇ ਮੈਂ ਤੁਹਾਨੂੰ ਪੁੱਛਾਂ ਵੀ ਫਿਰ नवंबर 'ਚ ਵਿਹਲੇ ਹੋਣ अगली बार? नवंबर में बेला। और अगर आप DC से बात कर लो, शिमला वाले से, कि हमें दशहरा फेस्टिवल पे ले चलो, तो हम नवंबर में बेला। ਮਤਲਬ ਕੁਝ ਕਿਰਦਾਰ ਜਿਹੜੇ ਨੇ, ਕੁਝ ਡਾਇਲੌਗ ਜਿਹੜੇ ਨੇ ਸਾਨੂੰ 35-40 ਸਾਲ ਵੀ ਜਿਹੜੇ ਬਾਅਦ ਵੀ ਉਹ ਸਾਨੂੰ ਉਦਾਂ ਹੀ ਯਾਦ ਰਹਿੰਦੇ ਆ। ਇਹ ਵੀ ਉਹਨਾਂ ਚੋਂ ਹੀ ਇੱਕ ਸੀ ਜਿਨ੍ਹਾਂ ਨੇ ਸਾਨੂੰ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ, ਸਾਨੂੰ ਸਟੇਜ ਤੇ ਤੁਰਨਾ ਸਿਖਾਇਆ, ਜਿਨ੍ਹਾਂ ਨੂੰ ਅਸੀਂ ਪ੍ਰੋਫੈਸਰ ਮੰਨਦੇ ਸੀ ਕਲਾਸ ਦੇ ਅੰਦਰ, ਤੇ ਇੱਕ
ਵਧੀਆ ਮਿੱਤਰ, ਵੱਡੇ ਭਰਾ ਬਿਲਕੁਲ ਮੰਨਦੇ ਸੀ ਸਟੇਜ ਤੋਂ ਬਿਲਕੁਲ ਬਾਅਦ, ਜਿਨ੍ਹਾਂ ਨੇ ਜ਼ਿੰਦਗੀ 'ਚ ਬਹੁਤ ਕੁਝ ਸਾਨੂੰ ਸਿਖਾਇਆ। ਬਹੁਤ ਬਹੁਤ ਸ਼ੁਕਰੀਆ ਉਸ ਦੇ ਲਈ। ਹੋਰ ਅਭਿਜੀਤ, ਜਿਹੜਾ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਥੀਏਟਰ ਹੁੰਦਾ, ਉਹ ਕਹਿੰਦੇ ਨੇ ਕਿ ਓਕੇ ਜੀ, ਥੀਏਟਰ ਜਿਹੜਾ ਇਹ ਜਾਂ ਤਾਂ ਪ੍ਰੋਗਰੈਸਿਵ ਥੀਏਟਰ ਜਿਹੜਾ ਉਹੀ ਜਿਉਂਦਾ ਰਹਿ ਸਕਦਾ, ਤੇ ਜਾਂ ਫਿਰ ਜਿਹੜੇ ਨੇ ਫੋਕ ਫਾਰਮ ਦੇ ਵਿੱਚ ਕੁਝ ਇੱਕ ਜਿਹੜੀਆਂ ਹੈਗੇ ਨੇ ਥੀਏਟਰ ਗਰੁੱਪ ਜਿਹੜੇ ਕਰਦੇ ਨੇ, ਜਾਂ ਉਹ ਜਿਉਂਦਾ ਰਹਿ ਸਕਦੇ ਨੇ। ਇੱਥੇ ਵੀ ਇੱਦਾਂ ਦਾ ਕੋਈ ਕਲਚਰ ਹੈਗਾ ਵੀ ਕਿਸੇ ਇੱਕ ਥਾਟ ਪ੍ਰੋਸੈਸ ਨੂੰ ਲੈ ਕੇ ਥੀਏਟਰ ਚੱਲਦਾ, ਜਾਂ ਸਿਰਫ ਇੱਕ ਥੀਏਟਰ ਹੈ, ਉਹਦਾ ਕਿਸੇ ਥਾਟ ਨਾਲ ਕੋਈ ਲੈਣਾ ਦੇਣਾ? ਜਿਹੜੀਆਂ ਤਿੰਨੇ ਧਰਾਵਾਂ ਤੁਸੀਂ ਦੱਸੀਆਂ ਥੀਏਟਰ ਦੀਆਂ, ਉਹ ਇੱਥੇ ਵੀ ਜਿੰਦਾ ਨੇ ਔਰ ਹਮੇਸ਼ਾ ਜ਼ਿੰਦਾ ਰਹਿਣਗੀਆਂ। ਉਹਦੀ ਵਜ੍ਹਾ ਇਹ ਹੈ ਕਿ ਜਿੱਥੇ ਤੱਕ ਦਾ ਫੋਕ ਦਾ ਸੰਬੰਧ ਆ, ਉਹ ਤਾਂ ਇਵੋਲਵ ਹੁੰਦਾ ਸਮੇਂ ਦੇ ਨਾਲ ਨਾਲ, ਔਰ ਉਹਨੇ ਹਮੇਸ਼ਾ ਜ਼ਿੰਦਾ ਰਹਿਣਾ ਹੀ ਆ। ਡਸ ਨਾਟ ਮੈਟਰ ਉਹ ਤੁਹਾਡੇ ਬਲੱਡ 'ਚ, ਜੈਨੇਟਿਕਲੀ, ਜਿਵੇਂ ਅਰਿਸਟੋਟਲ ਨੇ ਕਿਹਾ ਕਿ ਤੁਹਾਡੇ ਬਲੱਡ ਦੇ ਵਿੱਚ ਆ, ਤੁਹਾਡੇ ਜੈਨੇਟਿਕਲੀ ਤੁਹਾਨੂੰ ਦਿੱਤਾ ਗਿਆ ਹੈ ਜਨਰੇਸ਼ਨ ਟੂ ਜਨਰੇਸ਼ਨ। ਤੇ ਜਿਹੜਾ ਪ੍ਰੋਗਰੈਸਿਵ ਆ ਉਹ ਵੀ ਹੈਗਾ ਇੱਥੇ, ਖਾਸ ਕਰਕੇ ਜੇ ਤੁਸੀਂ ਨੋਟ ਕੀਤਾ ਹੋਵੇ, ਜਿਹੜੇ ਪਿਛਲੇ 6 ਮਹੀਨੇ ਅਮਰੀਕਾ 'ਚ ਗੁਜ਼ਰੇ ਆ, ਉਹਨਾਂ ਦੇ ਵਿੱਚ ਉਹ ਇੰਨਾ ਕੁ ਜ਼ਿਆਦਾ ਐਕਟਿਵ ਸੀਗਾ। ਆਲਮੋਸਟ ਹਰ ਸ਼ਹਿਰ ਦੇ ਵਿੱਚ ਉਹ ਜਿਹੜਾ ਪ੍ਰੋਗਰੈਸਿਵ ਥੀਏਟਰ ਜਿਹੜਾ ਰੇਸਿਜ਼ਮ ਨੂੰ ਜਿਹੜਾ ਹਾਈਲਾਈਟ ਕਰਦਾ ਸੀਗਾ ਪੂਰੇ ਕੰਟਰੀ ਦੇ ਵਿੱਚ। ਔਰ ਇਹ ਨਹੀਂ ਹੈ ਕਿ ਇਕੱਲੇ ਬਲੈਕ ਪੀਪਲ ਨੇ ਉਹ ਥੀਏਟਰ ਕੀਤਾ, ਈਵਨ white communities ne, even white actors ne, they were also involved throughout the country. It was in the history progressive theatre in America last 6 months, ਜਦੋਂ Black Lives Matter ਦਾ ਜਿਹੜਾ ਮੈਟਰ ਚੱਲਿਆ ਇੱਥੇ, ਜਾਰਜ ਫਲੋਇਡ ਦੀ ਡੈਥ ਹੋਈ, ਉਸ ਤੋਂ ਬਾਅਦ ਮੂਵਮੈਂਟ ਸ਼ੁਰੂ ਹੋਈ। ਤੋ ਐਟ ਦ ਸੇਮ ਟਾਈਮ ਜੇ ਆਪਾਂ ਕਹੀਏ ਵੀ ਇਸੇ ਚੀਜ਼ ਨੂੰ ਕੰਪੇਅਰ ਕਰੀਏ ਪੰਜਾਬ ਦੇ ਨਾਲ, ਪੰਜਾਬ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਰਾਜਨੀਤਿਕ ਨੇ, ਸੋਸ਼ਲ ਨੇ, ਇਕੋਨੋਮਿਕ ਨੇ। ਉਹ ਸਾਰੀਆਂ ਪ੍ਰੋਬਲਮਸ ਘਟਣ ਦੀ ਬਜਾਏ ਹਰ ਸਾਲ ਉਹਨਾਂ ਦੀ ਡਿਗਰੀ ਹੈ ਜਿਹੜੀ ਉਹ ਵੱਧ ਰਹੀ ਹੈ, ਜਿਹੜੀ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਔਰ ਇਸ ਚਿੰਤਾ ਦੇ ਵਿਸ਼ੇ ਨੂੰ ਸੁਲਝਾਉਣ ਦੀ ਖਾਤਰ ਸਾਡਾ ਪ੍ਰੋਗਰੈਸਿਵ ਐਕਟਰ ਜਿਹੜਾ ਬਹੁਤ ਐਕਟਿਵ ਆ, ਨੋ ਡਾਊਟ ਬਹੁਤ ਐਕਟਿਵ ਆ, ਪਰ ਉਹ ਹੈ ਇੰਨਾ ਜ਼ਿਆਦਾ ਘੱਟ ਆ, ਉਹਦੀ ਗਿਣਤੀ ਇੰਨੀ ਘੱਟ ਆ ਕਿ ਇੰਨੀ ਹਿਊਜ ਪਾਪੂਲੇਸ਼ਨ ਨੂੰ ਜਾਂ ਇੰਨੇ ਹਿਊਜ ਸਟੇਟ ਨੂੰ ਉਹ ਸਾਂਭਣ ਦੇ ਕਾਬਲ ਨਹੀਂ ਹੈਗਾ। ਫੋਰ ਐਗਜ਼ਾਮਪਲ ਆਪਣਾ ਜੂਨੀਅਰਸ ਨੇ ਜਿਹੜੇ, ਉਹਨਾਂ ਨੇ ਪਿੱਛੇ ਜੇ ਮੈਂ ਫੇਸਬੁੱਕ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਬਠਿੰਡੇ ਦੀ ਬੈਲਟ ਦੇ ਵਿੱਚ ਉਹ ਜਿਹੜਾ ਮੂਵਮੈਂਟ ਚਲਾਈ ਸੀਗੀ ਕਿਸਾਨਾਂ ਨੂੰ ਅਵੇਅਰ ਕਰਨ ਦੀ ਖਾਤਰ ਕਿ ਸੁਸਾਈਡ ਦੀ ਬਜਾਏ ਜਿਹੜਾ ਕਿਰਤ ਦਾ ਜਿਹੜਾ ਸਿਧਾਂਤ ਆ ਉਹਨੂੰ ਤੁਸੀਂ ਅਪਣਾਓ, ਇਟ ਵਿਲ ਬੀ ਰਾਈਟ। ਸੋ ਉਹ ਜਿਹੜੀ ਐਫਰਟ ਸੀ ਬਹੁਤ ਛੋਟੀ ਆ, ਮੇਰੇ ਕਹਿਣ ਦਾ ਮਤਲਬ ਇਹ ਹੈ। ਉਹਦੀ ਵਜ੍ਹਾ ਕੀ ਆ ਵੀ ਨਾਲ ਫਿਰ ਸੋਸ਼ਲ ਪ੍ਰੋਬਲਮਸ ਐਡ ਹੋ ਜਾਂਦੀਆਂ ਨੇ ਕਿ ਸੋਸ਼ਲ ਸਟਰਕਚਰ, ਮੈਂ ਤਾਂ ਕੁੜੀ ਦਾ ਵਿਆਹ ਕਰਨਾ, ਉਹ ਗੱਜ ਵੱਜ ਕੇ ਕਰਨਾ, ਠੀਕ ਹੈ, ਦੈਟ ਇਜ਼ ਅ ਸੋਸ਼ਲ ਪ੍ਰੋਬਲਮ। ਉਹਦੀ ਖਾਤਰ ਕਰਜ਼ਾ ਲਿਆ ਸੀ ਖੇਤੀ ਖਾਤਰ, ਪਰ ਲਾਤਾ ਕੁੜੀ ਦੇ ਵਿਆਹ ਦੇ ਉੱਤੇ। ਸੋ ਆਲ ਦਿਸ ਥਿੰਗ ਇਜ਼ ਇਨਕਲੂਡਡ ਇਨ ਆਵਰ ਸਿਸਟਮ। ਔਰ ਇਹ ਸਿਸਟਮ ਜਿਹੜਾ ਵਿਗੜਦਾ 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 ਇਸ ਰੂਪ, ਐਸਾ ਮਤਲਬ ਖਤਰਨਾਕ ਰੂਪ ਇਹਨੇ ਧਾਰ ਕਰ ਲਿਆ ਅੱਜ ਦੀ ਡੇਟ ਦੇ ਵਿੱਚ ਕਿ ਮੇਰੇ ਖਿਆਲ ਦੇ ਵਿੱਚ 5 ਜਾਂ 7 ਥੀਏਟਰ ਗਰੁੱਪ ਹੋਣ ਦੀ ਵਜ੍ਹਾ 500-700 ਥੀਏਟਰ ਗਰੁੱਪ ਹੋਣਾ ਚਾਹੀਦਾ। ਔਰ ਉਹ ਕਿਉਂ ਨਹੀਂ ਹੈਗਾ? ਦੈਨ ਇਕੋਨੋਮਿਕ ਨੀਡ, ਤੁਸੀਂ ਪਹਿਲਾਂ ਕਹਿ ਕੇ ਹਟੇ ਹੋ, ਉੱਥੇ ਜੁੜੀ ਹੋਈ ਆ ਰੋਟੀ, ਠੀਕ ਹੈ, ਵੀ ਰੋਟੀ ਵੀ ਕਮਾਉਣੀ ਹੈ, ਐਟ ਦ ਸੇਮ ਟਾਈਮ ਅਸੀਂ ਸੁਹਿਰਦ ਵੀ ਹੋਣਾ ਸੋਸਾਇਟੀ ਦੀ ਖਾਤਰ। ਕਈ ਵਾਰੀ ਆ ਦੋਨੇ ਕੰਮ ਨਹੀਂ ਇਕੱਠੇ ਹੋ ਸਕਦੇ। ਆਪਣੀ ਐਗਜ਼ਾਮਪਲ ਆ ਪਵਨ ਜੀ, ਆਪਾਂ ਗਾਜਰਾਂ ਖਾ ਕੇ ਵੀ ਸੁਧਾਰ ਏਰੀਆ ਦੇ ਵਿੱਚ ਆਪਾਂ ਰਾਤਾਂ ਨੂੰ ਨਾਟਕ ਕੀਤੇ ਕਿ ਅੱਜ ਰਾਤ ਨੂੰ ਰੋਟੀ ਹੈ ਨਹੀਂ, ਚੱਲ ਯਾਰ ਗਾਜਰਾਂ ਲੈ ਲਓ, 2 ਕਿਲੋ ਗਾਜਰਾਂ ਖਾ ਕੇ। ਸੋ ਇਦਾਂ ਦਾ ਪੈਸ਼ਨ ਤੁਸੀਂ ਫॉर ਲੌਂਗ ਰਨ ਕਿੰਨੀ ਦੇਰ ਚਲਾਓਗੇ ਤੁਸੀਂ? ਇਹ ਤਾਂ ਮੈਂ ਤਾਂ ਅਵੀ ਜੀ, ਮੇਰਾ ਤਾਂ ਸ਼ੁਰੂ ਤੋਂ ਸਿਧਾਂਤ ਹੀ ਰਿਹਾ ਕਿ ਯਾਰ ਥੀਏਟਰ ਕਰਨਾ ਮਤਲਬ ਆਪਣੇ ਆਪ ਨੂੰ ਮਾਰਨਾ ਨਹੀਂ ਗਾ, ਆਪਣੇ ਸ਼ੌਕ ਨਹੀਂ ਮਾਰਨੇ। ਥੀਏਟਰ ਕਰਨਾ ਉਹ ਠੀਕ ਆ, ਜਿੰਨਾ ਚਿਰ ਪੂਰੀ ਡੈਡੀਕੇਸ਼ਨ ਨਾਲ ਹੁੰਦਾ ਕਰੋ। ਤੇ ਜਦੋਂ ਗੱਲ ਇੱਥੇ ਪਹੁੰਚ ਗਈ ਆ ਕਿ ਓਕੇ ਜੀ ਤੁਹਾਨੂੰ ਆਪਣੇ ਸ਼ੌਕ ਖਤਮ ਕਰਨੇ ਪੈਣੇ ਆ, ਉਹ ਮੈਂ ਨਹੀਂ ਕੀਤੇ। ਮਤਲਬ ਮੇਰੀ ਆਪਦੀ ਲਾਈਫ ਜਿਹੜੀ ਉਹ ਮੇਰੀ ਆਪਦੀ ਲਾਈਫ ਹੈ, ਜਿਹੜਾ ਥੀਏਟਰ ਆ ਉਹ ਥੀਏਟਰ ਹੈ। ਮੈਨੂੰ ਇੱਕ ਜਿਹੜਾ ਲੱਗਦਾ ਫਰਕ ਕਿ ਜਿਹੜਾ ਪ੍ਰੋਗਰੈਸਿਵ ਥੀਏਟਰ ਇੱਥੇ ਹੈਗਾ, ਜਿਹੜਾ ਮੇਨ ਮੈਨੂੰ ਲੱਗਦਾ ਨਾ ਲੋਕਾਂ ਦੇ ਨਾਲ ਜੁੜਨ ਦਾ ਕਾਰਨ ਉੱਥੇ ਵਰਸੇ ਇੱਥੇ ਜਿਹੜਾ ਪ੍ਰੋਗਰੈਸਿਵ ਥੀਏਟਰ ਹੈ, ਇੱਥੇ ਜਿਹੜੇ ਕਰੰਟ ਅਫੇਅਰਸ ਆ, ਜਿਵੇਂ
ਜਾਰਜ ਫਲੋਇਡ ਦੀ ਹਾਂਜੀ। ਡੈਥ ਦਾ ਮੁੱਦਾ। ਬਿਲਕੁਲ ਜਿਹੜੇ ਕਰੰਟ ਮੁੱਦੇ ਹੁੰਦੇ ਆ, ਜਿਹੜਾ ਪ੍ਰੋਗਰੈਸਿਵ ਥੀਏਟਰ ਆ ਉਹ ਉਹਨਾਂ ਦੇ ਉੱਤੇ ਚੱਲਦਾ ਕੇਂਦਰਿਤ, ਬਿਲਕੁਲ ਬਿਲकुल। ਵਰਸਸ ਇੰਡੀਆ ਦੇ ਵਿੱਚ, ਠੀਕ ਹੈ, ਸਾਨੂੰ ਮਤਲਬ ਇੰਨੇ 100 ਸਾਲ ਹੋ ਗਏ ਆ, ਠੀਕ ਹੈ, ਫਿਰ ਵੀ ਸਾਨੂੰ ਅਜੇ ਵੀ ਮਤਲਬ ਨਾਟਕ ਜਿਹੜੇ ਆ ਉਹ ਕਰਨੇ ਪੈਂਦੇ ਆ ਦਾਜ ਤੇ, ਕਰਨੇ ਪੈਂਦੇ ਆ ਸਤੀ ਪ੍ਰਥਾ ਤੇ, ਠੀਕ ਹੈ। ਮਤਲਬ ਸੋਸ਼ਲ ਪ੍ਰੋਬਲਮ ਜਿਹੜੀਆਂ, ਮੈਂ ਹੱਸਦਾ ਹੁੰਦਾ ਕਿ ਹਰ ਇਲੈਕਸ਼ਨ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਜੀ ਤੁਹਾਡੀਆਂ ਨਾਲੀਆਂ ਪੱਕੀਆਂ ਕਰਾ ਦਿਆਂਗੇ। 70-80 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ ਆ, ਵੀ ਅਜੇ ਤੱਕ ਨਾਲੀਆਂ ਹੀ ਨਹੀਂ ਪੱਕੀਆਂ ਹੋ ਸਕੀਆਂ। ਉਦਾਂ ਹੀ ਮੈਂ ਕਹਿੰਦਾ ਵੀ ਮਤਲਬ ਕਿੱਥੇ ਕਿਤੇ ਨਾ ਕਿਤੇ ਕੋਈ ਕਮੀ ਹੈਗੀ ਆ, ਜੇ ਅਸੀਂ ਇੰਨੇ ਚਿਰ ਤੋਂ ਮਤਲਬ ਦਾਜ ਦੀ ਸਮੱਸਿਆ ਨੂੰ ਹੀ ਨੱਥ ਨਹੀਂ ਪਾ ਸਕੇ। ਜਿਹੜੇ ਹੁਣ ਦੇ ਕਰੰਟ ਅਫੇਅਰ ਆ ਉਹਨਾਂ ਬਾਰੇ ਗੱਲ ਜਿਹੜੀ ਆਪਾਂ ਕਿਉਂ ਨਹੀਂ ਹੁਣ ਕਰਦੇ, ਵਰਸਸ ਕਿ ਆਪਾਂ ਅੱਜ ਤੋਂ 20 ਸਾਲ ਬਾਅਦ ਕਰੀਏ, ਕਿਉਂਕਿ ਜੀ ਆਹ ਪ੍ਰੋਬਲਮ ਆਈ ਸੀ। ਅਭੀ ਜੀ ਬਹੁਤ 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 ਪਵਨ ਜੀ, ਇੱਕ ਲੇਕ ਆ, ਉਸ ਲੇਕ ਦੇ ਵਿੱਚ 2 ਬੋਟਾਂ ਭਿੜ ਗਈਆਂ ਔਰ ਇੱਕ ਬੰਦੇ ਦੀ ਡੈਥ ਹੋ ਗਈ। ਉੱਥੇ ਓਪਨ ਥੀਏਟਰ ਵੀ ਹੈਗਾ ਲੇਕ ਦੇ ਬਿਲਕੁਲ ਕੰਢੇ, ਔਰ ਉਸ ਟਾਊਨ ਨੇ ਵਿਦਿਨ 1 ਵੀਕ ਆਪਣੀ ਇੱਕ ਮੀਟਿੰਗ ਸੱਦੀ, ਉਸ ਬੋਟ ਐਕਸੀਡੈਂਟ ਦੀ ਇਨਕੁਆਇਰੀ ਕੀਤੀ, ਔਰ ਵਿਦਿਨ 1 ਵੀਕ ਸਿਟੀ ਕਾਉਂਸਲ ਨੇ ਇਹ ਲਾਅ ਪਾਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਅਗਰ ਤੁਸੀਂ ਇਸ ਬੋਟ 'ਚ ਆਪਣੀ ਬੋਟ ਉਤਾਰੀ ਤਾਂ ਇਸ ਸਪੀਡ ਤੋਂ ਵੱਧ ਤੁਸੀਂ ਸਪੀਡ ਨਹੀਂ ਕਰ ਸਕਦੇ। ਮੈਂ ਸਿਸਟਮ ਦੀ ਗੱਲ ਕਰ ਰਿਹਾ ਜਿਹੜੀ ਤੁਸੀਂ ਹੁਣੀ ਸ਼ੇਅਰ ਕਰਕੇ ਹਟੇ ਹੋ। ਇਹ ਸੋਸ਼ਲ ਸਟਰਕਚਰ ਨੂੰ ਕੰਟਰੋਲ ਕੌਣ ਕਰਦਾ? ਮੈਂ ਕੱਲ ਪਰਸੋਂ ਹੀ ਅਜੇ ਮੈਂ ਤੇ ਅਮਿਤਾ ਮੇਰੀ ਵਾਈਫ ਬੈਠੇ ਗੱਲਾਂ ਕਰਦੇ ਸੀਗੇ ਕਿ ਸਾਨੂੰ ਇਹ ਭੁਲਾ ਦਿੱਤਾ ਗਿਆ ਕਿ ਤੁਹਾਡੀਆਂ ਬੇਸਿਕ ਨੀਡਸ ਵੀ ਕੀ ਨੇ। ਅਸੀਂ ਇਸ ਲੈਵਲ ਤੱਕ ਪਹੁੰਚ ਗਏ। ਤੁਸੀਂ ਨਾਲੀਆਂ ਦੀ ਗੱਲ ਕੀਤੀ, ਅਸੀਂ ਇਹ ਭੁੱਲ ਹੀ ਗਏ ਕਿ ਯਾਰ ਸਾਨੂੰ ਇੱਕ ਸਾਫ਼ ਐਟਮੋਸਫੇਅਰ ਪ੍ਰੋਵਾਈਡ ਕਰਨਾ ਸਾਡੀ ਸਰਕਾਰ ਦਾ ਫਰਜ਼ ਸੀਗਾ। ਸਾਡੇ ਟੋਬੇ ਬੰਦ ਕਰਨ ਦਾ, ਸਾਡੇ ਗੰਦੇ ਨਿਕਾਸੀ ਦਾ, ਸਾਡੀ ਸਿਸਟਮ ਦਾ, ਮਤਲਬ ਅਸੀਂ ਭੁੱਲ ਹੀ ਗਏ ਕਿ ਸਾਡੀਆਂ ਨੀਡਸ ਵੀ ਹੈਗੀਆਂ ਨੇ। ਅਸੀਂ ਉਹ ਗੰਦ ਦੇ ਉੱਪਰ ਦੀ ਲੰਘ ਕੇ ਸਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਸੋ ਦੈਟਸ ਵਾਟ ਵੀ ਆਰ ਐਟ ਦਿਸ ਪੁਆਇੰਟ। ਬਹੁਤ ਬਹੁਤ ਸ਼ੁਕਰੀਆ ਅਵੀ ਜੀ ਇਸ ਗੱਲਬਾਤ ਦੇ ਲਈ। ਸਾਨੂੰ ਇਸ ਵੇਲੇ ਸਾਡੀ ਗੁਰੂ ਮਾਂ ਮੈਡਮ ਨਵਨਿੰਦਰਾ ਬਹਿਲ ਜੀ ਦੀ ਆਵਾਜ਼ ਕਰ ਰਹੇ ਨੇ। ਮੈਮ ਬਹੁਤ ਬਹੁਤ ਥੈਂਕ ਯੂ ਜੀ ਜੁਆਇਨ ਕਰਨ ਦੇ ਲਈ। Learned so many things, ma'am, so many things. I'm here teaching because of you, otherwise I was gone home. ਅਗਰ ਤੁਹਾਡੀ ਚਿੱਠੀ ਮੈਨੂੰ ਪਿੰਡ ਘਰ ਨਾ ਪਹੁੰਚਦੀ ਤਾਂ ਸ਼ਾਇਦ ਮੈਂ ਵਿਭਾਗ ਵਾਪਸ ਨਾ ਆਉਂਦਾ। ਥੈਂਕ ਯੂ ਸੋ ਮਚ ਮੈਮ। ਬਹੁਤ ਬਹੁਤ ਸ਼ੁਕਰੀਆ ਵੀ ਜੀ ਇਸ ਗੱਲਬਾਤ ਦੇ ਲਈ। ਤੁਸੀਂ ਸਮਾਂ ਕੱਢਿਆ ਆਪਣੇ ਨਾਲ, ਸਾਡੇ ਨਾਲ ਕੁਝ ਇਨਫੋਰਮਲ ਜਿਹੜੇ ਨੇ ਉਹ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ। ਦੋਸਤੋ ਹਾਂਜੀ ਅਭੀ ਜੀ। ਹਾਂਜੀ ਤੇ ਥੈਂਕ ਯੂ ਸੋ ਮਚ। ਤੁਸੀਂ ਆਪਣਾ ਸਮਾਂ ਕੱਢਿਆ, ਆਪਣੇ ਵਿਚਾਰ ਜਿਹੜੇ ਨੇ ਸਾਡੇ ਰੰਗ ਕਰਮੀਆਂ ਨਾਲ, ਸਾਡੇ ਰੰਗਮੰਚ ਦੇ ਪ੍ਰੇਮੀਆਂ ਨਾਲ ਸਾਂਝੇ ਕੀਤੇ। ਕੁਝ ਆਖਰੀ ਸ਼ਬਦ ਤੁਸੀਂ ਜਾਂਦੇ ਜਾਂਦੇ ਕੋਈ ਸਾਡੇ? 2 ਚੀਜ਼ਾਂ ਮੈਂ ਸਾਰੇ ਰੰਗਕਰਮੀ, ਖਾਸ ਕਰਕੇ ਜਿਹੜੇ ਰੰਗਕਰਮੀ ਉੱਥੇ ਦੇਖ ਰਹੇ ਨੇ, ਉਹਨਾਂ ਨੂੰ ਮੈਂ ਇਹ ਕਹਿਣੀ ਚਾਹਾਂਗਾ ਕਿ ਇਹ ਜਿਹੜਾ ਫੀਲਡ ਹੈ ਇਹਦੇ 'ਚ 2 ਚੀਜ਼ਾਂ ਨੇ। ਇੱਕ ਤਾਂ ਡ੍ਰੀਮ ਕਿ ਮੈਂ ਅਮਿਤਾਭ ਬੱਚਨ ਬਣਨਾ ਜਾਂ ਮੈਂ ਸੰਜੇ ਖਾਨ ਬਣਨਾ। ਦੂਸਰਾ ਇਹ ਆ ਕਿ ਤੁਸੀਂ ਆਪਣੇ ਪੈਸ਼ਨ ਨੂੰ ਆਪਣੇ ਦਿਲ ਤੋਂ, ਆਪਣੀ ਸਿੰਸੀਅਰਿਟੀ ਤੋਂ ਕਿਸ ਲੈਵਲ ਤੱਕ ਲੈ ਰਹੇ ਹੋ। ਦੋਨਾਂ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਤੁਰੋ। ਜਿਹੜੀ ਸੈਕੰਡ ਅਪਰੋਚ ਆ, ਜਿਹੜੀ ਪੈਸ਼ਨ ਦੀ ਆ, ਆਪਣੇ ਮਨ ਤੋਂ ਉਸ ਫੀਲਡ ਨਾਲ ਜੁੜਨ ਦੀ ਆ, ਉਹਦੇ ਵਿੱਚ ਤੁਹਾਨੂੰ ਪੇਨ ਮਿਲੂਗਾ, ਪਰ ਉਹ ਪੇਨ ਤੇ ਪੈਸ਼ਨ ਜਦੋਂ ਦੋਨੇ ਇਕੱਠੇ ਹੋਣਗੇ, ਇਟ ਵਿਲ ਟੇਕ ਟਾਈਮ, ਬਟ ਵਨ ਡੇ ਆਪਣੀ ਧੁਨ, ਆਪਣੀ ਲਗਨ ਦੇ ਨਾਲ ਤੁਸੀਂ ਉਸ ਮੌਕੇ ਤੇ, ਉਸ ਮੁਕਾਮ ਤੇ ਜ਼ਰੂਰ ਪਹੁੰਚੋਗੇ ਜੋ ਤੁਸੀਂ ਆਪਣੇ ਮਨ 'ਚ ਸੋਚਿਆ ਹੋਇਆ। ਇਹ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ। ਇਟ ਟੁਕ ਮੀ 17 years, 17 ਸਾਲ ਇਸ ਮੁਕਾਮ ਤੇ ਪਹੁੰਚਣ ਲਈ ਅਮਰੀਕਾ 'ਚ ਲੱਗੇ, ਪਰ ਮੈਂ ਆਪਣੀ ਜ਼ਿੱਦ ਨਹੀਂ ਛੱਡੀ, ਆਪਣੀ ਪੈਸ਼ਨ ਨਹੀਂ ਛੱਡਿਆ। ਬਹੁਤ ਸਾਰੇ ਪੇਨ ਚੱਲੇ। ਸੋ ਗੈਟ ਰੈਡੀ ਟੂ ਗੈਟ ਦੈਟ ਪੇਨ। ਹੁਣ ਜਿਸ ਮੈਡਮ ਬੈਲ ਨੂੰ ਅੱਜ ਅਸੀਂ ਨੈਸ਼ਨਲ ਟੀਵੀ ਦੇ ਸੀਰੀਅਲ 'ਚ ਦੇਖ ਰਹੇ ਹਾਂ, ਉਸ ਮੈਡਮ ਬੈਲ ਦਾ ਪੇਨ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ, ਆਪਣੇ ਸਰੀਰ ਨਾਲ ਦੇਖਿਆ ਹੋਇਆ। ਜਦੋਂ ਸਵੇਰੇ
4 ਵਜੇ ਮੈਂ ਤੇ ਮੈਡਮ ਦਿੱਲੀ ਬੱਸ ਅੱਡੇ ਤੋਂ ਬੱਸ ਫੜਦੇ ਹੁੰਦੇ ਸੀ, ਅਸੀਂ ਪਟਿਆਲੇ ਪਹੁੰਚਦੇ ਸੀਗੇ ਤੇ ਅਗਲੇ ਦਿਨ ਸ਼ੂਟਿੰਗ ਕਰਨੀ ਹੁੰਦੀ ਸੀਗੀ ਤੇ ਉਸ ਸ਼ੂਟਿੰਗ ਲਈ ਜਾਂਦੇ ਹੁੰਦੇ ਸੀ। ਵੀ ਆਲ ਗੋਨ ਥਰੂ ਪਵਨ ਜੀ ਉਸ ਐਟਮੋਸਫੀਅਰ ਚੋਂ। ਇਸੇ ਵਜ੍ਹਾ ਕਰਕੇ our batch was the batch which did most of the work, most work than any batch in the history of the department. So passion, the pain, get ready and you will reach wherever you want to reach one day. Thank you Pawan. Thank you ਬਹੁਤ ਸ਼ੁਕਰੀਆ ਵੀ ਜੀ, ਤੁਸੀਂ ਟਾਈਮ ਕੱਢਿਆ। ਮੈਨੂੰ ਪਤਾ ਅੱਜ ਕੱਲ ਤੁਹਾਡੀਆਂ ਕਲਾਸਿਸ ਜਿਹੜੀਆਂ ਆਨਲਾਈਨ ਚੱਲ ਰਹੀਆਂ ਨੇ, ਸੋ ਜੋ go get back to your computer and get ready for the next class. Thank you so much. Thank you so much. ਰੰਗਮੰਚ ਨੂੰ ਪਿਆਰ ਕਰਨ ਵਾਲੇ ਦੋਸਤੋ, ਬਹੁਤ ਬਹੁਤ ਸ਼ੁਕਰੀਆ। ਅਵੀ ਜੀ ਹੁਣਾਂ ਨੇ ਸਾਡੇ ਨਾਲ ਜੋ ਗੱਲਾਂ ਸਾਂਝੀਆਂ ਕੀਤੀਆਂ, ਜਿਹੜੀਆਂ ਟੀਚਿੰਗ ਟੈਕਨੀਕਸ ਜਾਂ ਥੀਏਟਰ ਦੀਆਂ ਜਿਹੜੀਆਂ ਟੈਕਨੀਕਸ ਨੇ ਉਹਨਾਂ ਦੇ ਵਿੱਚ ਕੀ ਫਰਕ ਹੈ ਪੰਜਾਬ ਵਰਸਸ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਕਹਿ ਲਓ। ਕਾਫੀ ਨੌਲੇਜ ਜਿਹੜੀ ਹੈ ਉਹ ਉਹਨਾਂ ਕੋਲੇ ਸਾਂਭੀ ਹੋਈ ਸੀ, ਕਿਉਂਕਿ ਉਹਨਾਂ ਨੇ ਪੰਜਾਬ ਤੋਂ ਜਿਹੜੀ ਹੈ ਥੀਏਟਰ ਦੀ ਸਟੱਡੀ ਕੀਤੀ ਹੈ ਤੇ ਇਸ ਵੇਲੇ ਅਮਰੀਕਾ ਦੇ ਵਿੱਚ ਉਹ ਥੀਏਟਰ ਪੜ੍ਹਾ ਰਹੇ ਨੇ। ਸੋ ਇਸ ਕਰਕੇ ਕਾਫੀ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੱਲਬਾਤ ਜਿਹੜੀ ਹੈ ਉਹ ਚੰਗੀ ਲੱਗੀ ਹੋਵੇਗੀ। ਕੱਲ ਨੂੰ ਇੱਕ ਹੋਰ ਸ਼ਖਸੀਅਤ ਤੁਹਾਡੇ ਰੂਬਰੂ ਹੋਣਗੇ, ਉਹਨੇ ਬਲਵੰਤ ਠਾਕੁਰ ਜੀ ਜੰਮੂ ਤੋਂ, ਜਿਨ੍ਹਾਂ ਦਾ ਇੱਕ ਲੰਮਾ ਅਰਸਾ ਰੰਗਮੰਚ ਦੇ ਨਾਲ ਜੁੜਿਆ ਹੋਇਆ। ਉਹ ਆਪਣੀ ਗੱਲਬਾਤ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਤੇ ਉਹਨਾਂ ਦੇ ਨਾਲ ਹੋਣਗੇ ਡਾਕਟਰ ਇੰਦਰਜੀਤ ਕੌਰ ਗੋਲਡੀ। ਐਡਾ ਲੰਬਾ ਨਾਂ ਲੈਣ ਲੱਗਿਆ ਮੈਨੂੰ ਕਈ ਵਾਰੀ ਐਂ ਲੱਗਦਾ ਵੀ ਸ਼ਾਇਦ ਮੈਂ ਸਾਊਥ ਇੰਡੀਅਨ ਨਾਂ ਲੈ ਰਿਹਾ, ਕਿਉਂਕਿ ਸਾਨੂੰ ਗੋਲਡੀ ਕਹਿਣਾ ਪਸੰਦ ਹੈ। ਕੱਲ ਨੂੰ ਗੋਲਡੀ ਹੁਣੀ ਜਿਹੜੇ ਨੇ ਉਹ ਮੇਰੇ ਵਾਲੀ ਜਗ੍ਹਾ ਦੇ ਉੱਤੇ ਹੋਣਗੇ। ਸੋ ਕੱਲ ਤੱਕ ਲਈ ਇਜਾਜ਼ਤ ਦਿਓ। ਬਹੁਤ ਬਹੁਤ ਸ਼ੁਕਰੀਆ। ਜੈ ਰੰਗਮੰਚ, ਜੀਵੇ ਰੰਗਮੰਚ।